ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 11ਵੀਂ ਦੇ ਪਾਰਟ 1 ਤੋਂ ਪਾਰਟ 8 ਤੱਕ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਇਸ ਪੂਰੀ ਵੀਡੀਓ ਦੇ ਦੌਰਾਨ ਅਸੀਂ ਪਾਰਟ 1 ਤੋਂ ਪਾਰਟ 8 ਤੱਕ ਬਹੁ ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਪੂਰੇ ਨਾਮ ਲਿਖੋ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਨੂੰ ਅਸੀਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਕਵਰ ਕਰਾਂਗੇ। ਸੋ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹੁਣ ਅਸੀਂ ਪਾਰਟ ਨੰਬਰ 1 HTML ਅਤੇ CSS ਨਾਲ ਵੈਬ ਡਿਜ਼ਾਈਨ ਪਾਰਟ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਇਸ ਵਿੱਚ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਵੈਬਸਾਈਟ ਕਲੀਅਰ ਅਤੇ ਫਰੈਸ਼ ਬਣਾਉਣ ਲਈ ਡੈਸ਼ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਕੋਲ ਇਸ ਦਾ ਉੱਤਰ ਹੈ ਵੈਬਸਾਈਟ ਕਲੀਅਰ ਅਤੇ ਫਰੈਸ਼ ਬਣਾਉਣ ਲਈ ਡਿਜ਼ਾਈਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸੋ ਸਾਡੇ ਕੋਲ ਅੱਗੇ ਦੂਸਰੀ ਖਾਲੀ ਥਾਂ ਹੈ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਆਮ ਯੂਜ਼ਰ ਡੈਸ਼ ਪੈਟਰਨ ਵਿੱਚ ਵੈਬ ਪੇਜਾਂ ਜਾਂ ਕੰਪਿਊਟਰ ਸਕਰੀਨ ਨੂੰ ਸਕੈਨ ਕਰਦੇ ਹਨ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਇਹ ਇੱਕ ਖੋਜ ਤੋਂ ਸਿੱਖਿਆ ਗਿਆ ਹੈ ਕਿ ਇੱਕ ਆਮ ਯੂਜ਼ਰ ਐਫ ਪੈਟਰਨ ਵਿੱਚ ਵੈਬ ਪੇਜਾਂ ਜਾਂ ਕੰਪਿਊਟਰ ਸਕਰੀਨ ਨੂੰ ਸਕੈਨ ਕਰਦੇ ਹਨ। ਤੀਸਰੀ ਖਾਲੀ ਥਾਂ ਹੈ HTML ਦੀ ਵਰਤੋਂ ਟੈਕਸਟ, ਇਮੇਜਿਸ ਅਤੇ ਹੋਰ ਵੈਬ ਪੇਜਾਂ ਦੇ ਡੈਸ਼ ਨੂੰ ਵੈਬ ਪੇਜਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ HTML ਦੀ ਵਰਤੋਂ ਟੈਕਸਟ, ਇਮੇਜਿਸ ਅਤੇ ਹੋਰ ਵੈਬ ਪੇਜਾਂ ਦੇ ਐਲੀਮੈਂਟ ਜਾਂ ਤੱਤਾਂ ਨੂੰ ਵੈਬ ਪੇਜਾਂ 'ਤੇ ਵਿਵਸਥਿਤ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਨਾਲ ਵੈਬਸਾਈਟ ਅਤੇ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕਾਸਕੇਡਿੰਗ ਸਟਾਈਲ ਸ਼ੀਟ ਦੀ ਵਰਤੋਂ ਨਾਲ ਵੈਬਸਾਈਟ ਅਤੇ ਵੈਬ ਪੇਜਾਂ ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਪੰਜਵੀਂ ਖਾਲੀ ਥਾਂ ਹੈ ਡੈਸ਼ HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ। ਜੋ ਸਾਡੇ ਕੋਲ ਦਾ ਸਹੀ ਉੱਤਰ ਹੈ ਸਿਲੈਕਟਰ HTML ਐਲੀਮੈਂਟ ਚੁਣਨ ਅਤੇ ਨਿਰਧਾਰਿਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ W3C ਸ਼ਬਦ ਦਾ ਸੰਖੇਪ ਰੂਪ ਕੀ ਹੈ। ਸੋ W3C ਦਾ ਸ਼ਬਦ ਦਾ ਸੰਖੇਪ ਰੂਪ ਹੈ ਵਰਲਡ ਵਾਈਡ ਵੈਬ ਕੰਸੋਰਟੀਅਮ। ਦੂਸਰਾ ਹੈ CSS ਸ਼ਬਦ ਦਾ ਸੰਖੇਪ ਰੂਪ ਕੀ ਹੈ। CSS ਦਾ ਸੰਖੇਪ ਰੂਪ ਹੈ ਕਾਸਕੇਡਿੰਗ ਸਟਾਈਲ ਸ਼ੀਟ। ਉਸ ਤੋਂ ਬਾਅਦ ਤੀਸਰਾ ਹੈ ਐਕਸਟਰਨਲ CSS ਫਾਈਲ ਦੀ ਐਕਸਟੈਂਸ਼ਨ ਕੀ ਹੈ। ਸੋ ਇੱਕ ਐਕਸਟਰਨਲ CSS ਫਾਈਲ ਦੀ ਐਕਸਟੈਂਸ਼ਨ .css ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਕਿਸ ਟੈਗ ਵਿੱਚ ਇੰਟਰਨਲ CSS ਨੂੰ HTML ਵੈਬ ਪੇਜ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਲਿੰਕ ਟੈਗ ਵਿੱਚ ਇੰਟਰਨਲ CSS ਨੂੰ HTML ਵੈਬ ਪੇਜ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ WYSI ਦਾ ਪੂਰਾ ਨਾਮ ਲਿਖੋ। ਸੋ WSI ਦਾ ਪੂਰਾ ਨਾਮ ਹੈ what you see is what you get। ਸੋ ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ HTML ਡਾਕੂਮੈਂਟ ਦੀ ਬਣਤਰ ਲਿਖੋ। ਸੋ ਹਰੇਕ HTML ਡਾਕੂਮੈਂਟ HTML ਟੈਗ ਨਾਲ ਸ਼ੁਰੂ ਅਤੇ HTML ਟੈਗ ਦੇ ਅੱਗੇ / ਟੈਗ ਨਾਲ ਖਤਮ ਹੁੰਦਾ ਹੈ। ਇੱਕ HTML ਡਾਕੂਮੈਂਟ ਦੇ ਦੋ ਮੁੱਖ ਭਾਗ ਹੁੰਦੇ ਹਨ, ਪਹਿਲਾ ਹੈ ਹੈਡ ਭਾਗ ਅਤੇ ਦੂਸਰਾ ਹੈ ਬੋਡੀ ਭਾਗ। ਪਹਿਲਾਂ ਅਸੀਂ ਹੈਡ ਟੈਗ ਬਾਰੇ ਗੱਲ ਕਰਾਂਗੇ। ਹੈਡ ਭਾਗ ਇਹ ਭਾਗ ਹੈਡ ਟੈਗ ਨਾਲ ਸ਼ੁਰੂ ਅਤੇ ਹੈਡ ਟੈਗ ਨਾਲ ਹੀ ਖਤਮ ਹੁੰਦਾ ਹੈ ਕਿਉਂਕਿ ਇਹ ਕੰਟੇਨਰ ਟੈਗ ਹੈ। ਹੈਡ ਟੈਗ ਵਿੱਚ ਟਾਈਟਲ ਹੁੰਦਾ ਹੈ ਜੋ ਕਿ ਡਾਕੂਮੈਂਟ ਦੇ ਸਿਰਲੇਖ ਦੀ ਪਛਾਣ ਕਰਦਾ ਹੈ। ਦੂਸਰਾ ਸਾਡੇ ਕੋਲ ਹੈ ਬੋਡੀ ਟੈਗ ਜਾਂ ਬੋਡੀ ਭਾਗ। ਬੋਡੀ ਭਾਗ ਵਿੱਚ ਅਸਲ ਜਾਣਕਾਰੀ ਹੁੰਦੀ ਹੈ ਜੋ ਅਸੀਂ ਵੈਬ ਪੇਜ 'ਤੇ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ। ਇਹ ਭਾਗ ਬੋਡੀ ਟੈਗ ਨਾਲ ਸ਼ੁਰੂ ਅਤੇ ਬੋਡੀ ਟੈਗ ਨਾਲ ਹੀ ਖਤਮ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ ਵੈਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਪੜਾਅ ਜਾਂ ਸਟੈਪਸ ਕੀ ਹਨ। ਸੋ ਵੈਬਸਾਈਟ ਡਿਵੈਲਪਮੈਂਟ ਦੇ ਵੱਖ-ਵੱਖ ਸਾਡੇ ਕੋਲ ਮੁੱਖ 6 ਪੜਾਅ ਹਨ, ਜਿਸ ਵਿੱਚ ਪਹਿਲਾ ਹੈ ਜਾਣਕਾਰੀ ਇਕੱਠੀ ਕਰਨਾ, ਦੂਸਰਾ ਯੋਜਨਾਬੰਦੀ ਤਿਆਰ ਕਰਨਾ, ਤੀਸਰਾ ਡਿਜ਼ਾਈਨ ਬਣਾਉਣਾ, ਚੌਥਾ ਵਿਕਾਸ, ਪੰਜਵਾਂ ਟੈਸਟਿੰਗ ਅਤੇ ਡਿਲੀਵਰੀ, ਤੇ ਲਾਸਟ ਹੈ ਸਾਡੇ ਕੋਲ ਰੱਖ ਰਖਾਅ। ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਸਾਡੇ ਕੋਲ ਵੈਬ ਵਿੱਚ HTML ਦੀ ਭੂਮਿਕਾ ਕੀ ਹੁੰਦੀ ਹੈ। ਸੋ HTML ਵੈਬਸਾਈਟ ਨੂੰ ਡਿਜ਼ਾਈਨ ਕਰਨ ਵਾਲੀ ਭਾਸ਼ਾ ਹੈ। ਇਸ ਦੀ ਵਰਤੋਂ ਨਾਲ ਸਟੈਟਿਕ ਵੈਬ ਪੇਜਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਇਹ HTML ਕੋਡ
ਵੈਬ ਬਰਾਊਜ਼ਰ ਵੱਲੋਂ ਸਮਝਿਆ ਜਾਂਦਾ ਹੈ ਤੇ ਇਸ ਨੂੰ ਵੇਖਣਯੋਗ ਬਣਾ ਕੇ ਪ੍ਰਦਰਸ਼ਿਤ ਕਰਦਾ ਹੈ। ਸੋ HTML ਦੀ ਵਰਤੋਂ ਰਾਹੀਂ ਅਸੀਂ ਟੈਕਸਟ, ਇਮੇजेस ਅਤੇ ਹੋਰ ਵੈਬ ਪੇਜ ਐਲੀਮੈਂਟ ਨੂੰ ਇੱਕ ਵੈਬ ਪੇਜ ਵਿੱਚ ਵਿਵਸਥਿਤ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ HTML ਦੀ ਵੈਬ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ ਇਸ ਤੋਂ ਬਿਨਾਂ ਵੈਬ ਸੰਭਵ ਹੀ ਨਹੀਂ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, CSS ਕਿਸ ਲਈ ਵਰਤੀ ਜਾਂਦੀ ਹੈ? ਤਾਂ CSS ਦਾ ਪੂਰਾ ਨਾਮ ਕਾਸਕੇਡਿੰਗ ਸਟਾਈਲ ਸ਼ੀਟ ਹੈ। ਇਸ ਦੀ ਵਰਤੋਂ ਕਰਕੇ ਵੈਬ ਪੇਜ ਦੇ ਡਿਜ਼ਾਈਨ ਨੂੰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। CSS ਦੀ ਵਰਤੋਂ HTML ਨਾਲ ਵੈਬਸਾਈਟ ਬਣਾਉਣ ਲਈ ਕੀਤੀ ਜਾਂਦੀ ਹੈ। CSS ਇਹ ਨਿਰਧਾਰਿਤ ਕਰਦਾ ਹੈ ਕਿ HTML ਐਲੀਮੈਂਟ ਵੈਬ ਪੇਜ ਵਿੱਚ ਕਿਵੇਂ ਪ੍ਰਦਰਸ਼ਿਤ ਕੀਤੇ ਜਾਣੇ ਚਾਹੀਦੇ ਹਨ। CSS ਦੀ ਵਰਤੋਂ ਨਾਲ ਕਿਸੇ ਵੈਬ ਪੇਜ ਦੀ ਦਿੱਖ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਵਿੱਚ ਪਹਿਲਾ ਪ੍ਰਸ਼ਨ ਹੈ, ਇੱਕ ਚੰਗੇ ਵੈਬ ਡਿਜ਼ਾਈਨ ਦੇ ਸਿਧਾਂਤਾਂ ਦੀ ਵਿਆਖਿਆ ਕਰੋ। ਸੋ ਇੱਕ ਚੰਗੇ ਵੈਬਸਾਈਟ ਡਿਜ਼ਾਈਨ ਲਈ ਸਾਡੇ ਕੋਲ 8 ਮਹੱਤਵਪੂਰਨ ਸਿਧਾਂਤ ਹੈ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸਾਦਗੀ। ਸੋ ਵੈਬਸਾਈਟ ਲਈ ਇੱਕ ਸਪਸ਼ਟ ਅਤੇ ਤਾਜ਼ਾ ਡਿਜ਼ਾਈਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਹ ਵੈਬਸਾਈਟ ਦੇ ਲੋਡ ਹੋਣ ਦੇ ਸਮੇਂ ਨੂੰ ਘਟਾਉਂਦਾ ਅਤੇ ਭਵਿੱਖ ਵਿੱਚ ਵੈਬਸਾਈਟ ਨੂੰ ਅਪਡੇਟ ਕਰਨ, ਐਡਿਟ ਕਰਨ ਨੂੰ ਸੌਖਾ ਬਣਾਉਂਦਾ ਹੈ। ਦੂਸਰਾ ਇਸ ਦਾ ਮਹੱਤਵਪੂਰਨ ਸਿਧਾਂਤ ਹੈ ਇਕਸਾਰਤਾ। ਸੋ ਵੈਬਸਾਈਟ ਵਿੱਚ ਹਰੇਕ ਵੈਬ ਪੇਜ ਦਾ ਡਿਜ਼ਾਈਨ ਇਕਸਾਰ ਜਾਂ ਇੱਕੋ ਜਿਹਾ ਹੋਣਾ ਚਾਹੀਦਾ ਹੈ ਅਤੇ ਸਾਰੇ ਵੈਬ ਪੇਜਾਂ ਦੇ ਬਟਨ, ਰੰਗ ਅਤੇ ਨੈਵੀਗੇਸ਼ਨ ਦਾ ਡਿਜ਼ਾਈਨ ਇੱਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਵਰਤਣ ਅਤੇ ਸਮਝਣ ਵਿੱਚ ਆਸਾਨੀ ਜਾਂ ਸੌਖ ਹੋਵੇ। ਤੀਸਰਾ ਇਸ ਦਾ ਸਿਧਾਂਤ ਹੈ ਟਾਈਪੋਗ੍ਰਾਫੀ ਅਤੇ ਉਪਯੋਗਤਾ ਟੈਕਸਟ। ਸੋ ਵੈਬਸਾਈਟ ਦਾ ਟੈਕਸਟ ਸਪਸ਼ਟ ਅਤੇ ਪੜ੍ਹਨਯੋਗ ਹੋਣਾ ਚਾਹੀਦਾ ਹੈ ਤਾਂ ਜੋ ਸਰਚ ਇੰਜਨ ਵੈਬ ਪੇਜਾਂ ਦੀ ਇੰਡੈਕਸਿੰਗ ਕਰ ਸਕੇ। ਚੌਥਾ ਪੁਆਇੰਟ ਹੈ ਬਹੁਪੱਖੀ ਡਿਜ਼ਾਈਨ। ਸੋ ਵੈਬ ਡਿਜ਼ਾਈਨ ਅਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਕੰਟੈਂਟ ਨੂੰ ਸਹੀ ਤਰ੍ਹਾਂ ਨਾਲ ਸਮਾਰਟਫੋਨ, ਟੈਬਲੇਟ ਅਤੇ ਵੱਖ-ਵੱਖ ਸਕਰੀਨ 'ਤੇ ਪ੍ਰਦਰਸ਼ਿਤ ਅਤੇ ਵਰਤਿਆ ਜਾ ਸਕੇ। ਪੰਜਵਾਂ ਸਿਧਾਂਤ ਹੈ ਇਮੇजेस, ਵੀਡੀਓ ਅਤੇ ਆਡੀਓ। ਆਮ ਤੌਰ 'ਤੇ ਲੋਕ ਟੈਕਸਟ ਨੂੰ ਘੱਟ ਪੜ੍ਹਨਾ ਪਸੰਦ ਕਰਦੇ ਹਨ ਅਤੇ ਆਡੀਓ ਵੀਡੀਓ ਨੂੰ ਸੁਣਨਾ ਅਤੇ ਵੇਖਣਾ ਵੱਧ ਪਸੰਦ ਕਰਦੇ ਹਨ। ਇਸ ਕਰਕੇ ਵੈਬ ਪੇਜ ਦਾ ਸਾਈਜ਼ ਭਾਰਾ ਨਾ ਹੋ ਜਾਵੇ ਅਤੇ ਵੈਬ ਪੇਜ ਨੂੰ ਲੋਡ ਵਿੱਚ ਜ਼ਿਆਦਾ ਸਮਾਂ ਵੀ ਨਾ ਲੱਗੇ, ਇਸ ਗੱਲ ਦਾ ਵੀ ਸਾਨੂੰ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸੋ ਛੇਵਾਂ ਸਿਧਾਂਤ ਹੈ ਸੰਚਾਰ ਅਤੇ ਪਤਾ। ਤੁਹਾਡੀ ਵੈਬਸਾਈਟ ਵਿੱਚ ਵਿਸ਼ੇਸ਼ ਜਾਣਕਾਰੀ ਵਾਲੇ ਵੈਬ ਪੇਜ ਦਾ URL ਸੌਖਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਯਾਦ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਵੈਬਸਾਈਟ ਵਿੱਚ ਨਵੀਂ ਜਾਣਕਾਰੀ ਸੂਚਨਾ ਵੀ ਯੂਜ਼ਰ ਤੱਕ ਪਹੁੰਚਾਉਣ ਦੀ ਸੁਵਿਧਾ ਹੋਣੀ ਚਾਹੀਦੀ ਹੈ। ਸੱਤਵਾਂ ਪੁਆਇੰਟ ਹੈ ਸੋਸ਼ਲ ਸ਼ੇਅਰਿੰਗ ਫੀਚਰ। ਤੁਹਾਡੀ ਵੈਬਸਾਈਟ ਦੇ ਹਰ ਭਾਗ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਕਿ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਨੂੰ ਦਿਲਚਸਪੀ ਲੈਣ ਵਾਲੇ ਯੂਜ਼ਰ ਆਸਾਨੀ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰ ਸਕਣ। ਦੂਸਰਾ ਪ੍ਰਸ਼ਨ ਹੈ ਵੈਬ ਡਿਜ਼ਾਈਨ ਲਈ CSS ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ? ਸੋ ਵੈਬ ਡਿਜ਼ਾਈਨ ਲਈ CSS ਦੀ ਵਰਤੋਂ ਅਸੀਂ 3 ਤਰੀਕਿਆਂ ਨਾਲ ਕਰ ਸਕਦੇ ਹਾਂ, ਜਿਸ ਵਿੱਚ ਪਹਿਲਾ ਹੈ ਇਨਲਾਈਨ ਸਟਾਈਲ। ਸੋ ਇਹ HTML ਦੇ ਬੋਡੀ ਸੈਕਸ਼ਨ ਵਿੱਚ ਟੈਗ ਵਿੱਚ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ P ਤੋਂ ਬਾਅਦ ਸਪੇਸ ਦੇ ਕੇ ਅਸੀਂ ਸਟਾਈਲ ਦਾਂਗੇ। ਸਟਾਈਲ ਪ੍ਰਭਾਸ਼ਿਤ ਕਰ ਰਿਹਾ ਹੈ ਕਿ ਜੋ ਇਸ ਦਾ ਕਲਰ ਹੋਏਗਾ ਉਹ ਰੈੱਡ ਹੋਏਗਾ, ਬਾਰਡਰ 2 ਪਿਕਸਲ ਤੱਕ ਸੋਲਿਡ ਹੋਏਗਾ। ਉਸ ਤੋਂ ਬਾਅਦ ਅਸੀਂ ਲਾਈਨ ਲਿਖੀ ਹੈ ਦਿਸ ਇਜ਼ ਐਨ ਇਨਲਾਈਨ CSS ਐਗਜ਼ਾਮਪਲ। ਸੋ ਇਹ ਕੀ ਕਰੇਗਾ, ਇਸ ਲਾਈਨ ਦੇ ਆਲੇ ਦੁਆਲੇ ਇੱਕ ਬਾਰਡਰ ਲਗਾ ਦੇਗਾ। ਦੂਸਰਾ ਹੈ ਇਨਲਾਈਨ ਸਟਾਈਲ ਸ਼ੀਟ। ਇਹ ਪੂਰੇ ਵੈਬ ਪੇਜ ਲਈ ਵਰਤੀ ਜਾਂਦੀ ਹੈ ਅਤੇ ਇਸ ਦਾ ਕੋਡ ਹੈਡ ਟੈਗ ਵਿੱਚ ਲਿਖਿਆ ਜਾਂਦਾ ਹੈ। ਸੋ ਇਸ ਦੀ ਸਾਡੇ ਕੋਲ ਉਦਾਹਰਨ ਹੈ, ਪਹਿਲਾਂ ਹੈਡ ਟੈਗ ਤੋਂ ਬਾਅਦ ਸਟਾਈਲ ਦੇ ਵਿੱਚ ਅਸੀਂ ਇਸ ਕੋਡ ਨੂੰ ਪਰਿਭਾਸ਼ਿਤ ਕਰ ਦਿੱਤਾ ਹੈ, ਜਿਵੇਂ P ਲੈਫਟ ਬ੍ਰੇਸ ਕਲਰ ਕੋਲਨ ਰੈੱਡ, ਬਾਰਡਰ ਇਸ ਦਾ ਹੈ 2 ਪਿਕਸਲ ਤੱਕ ਸੋਲਿਡ। ਲਾਸਟ 'ਚ ਅਸੀਂ ਸਟਾਈਲ ਨੂੰ ਬੰਦ ਕਰ ਦਿੱਤਾ, ਉਸ ਤੋਂ ਬਾਅਦ ਹੈਡ ਟੈਗ ਨੂੰ ਬੰਦ ਕਰ ਦਿੱਤਾ ਹੈ। ਤੀਸਰਾ ਪੁਆਇੰਟ ਹੈ ਐਕਸਟਰਨਲ ਸਟਾਈਲ ਸ਼ੀਟ। ਇਸ ਦੀ ਵਰਤੋਂ ਵੱਖਰੀ ਫਾਈਲ ਬਣਾ ਕੇ ਕੀਤੀ ਜਾਂਦੀ ਹੈ ਅਤੇ ਸਾਰੀ ਕੋਡਿੰਗ ਇਸ ਵੱਖਰੀ ਫਾਈਲ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਫਾਈਲ ਦੀ ਐਕਸਟੈਂਸ਼ਨ .css ਹੁੰਦੀ ਹੈ। ਇਸ ਫਾਈਲ ਨੂੰ ਵੱਖ-ਵੱਖ ਵੈਬ ਪੇਜ ਨਾਲ ਲਿੰਕ ਕਰਕੇ ਵਰਤਿਆ ਜਾ ਸਕਦਾ ਹੈ। ਜਦੋਂ ਇਸ ਫਾਈਲ ਵਿੱਚ ਕੋਈ ਵੀ ਤਬਦੀਲੀ ਜਾਂ ਬਦਲਾਅ ਕੀਤਾ ਜਾਂਦਾ ਹੈ ਤਾਂ ਸਾਰੇ ਲਿੰਕ ਕੀਤੇ ਵੈਬ ਪੇਜਾਂ 'ਤੇ ਇਹ ਬਦਲਾਅ ਲਾਗੂ ਹੁੰਦਾ ਹੈ। ਉਦਾਹਰਨ ਲਈ ਹੈਡ ਟੈਗ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ ਲਿੰਕ ਤੋਂ ਬਾਅਦ rel ਟੈਗ ਬਰਾਬਰ ਸਟਾਈਲ ਸ਼ੀਟ ਟਾਈਪ ਟੈਕਸਟ ਜਾਂ CSS ਹਾਈਪਰ ਰੈਫਰੈਂਸ। ਅਸੀਂ ਉਸ ਫਾਈਲ ਦਾ ਨਾਮ ਮੈਂਸ਼ਨ ਕਰਾਂਗੇ ਜਿਸ ਫਾਈਲ ਨੂੰ ਅਸੀਂ ਆਪਣੀ HTML ਫਾਈਲ ਦੇ ਵਿੱਚ
ਲਗਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਹੈਸ਼ਟੈਗ ਨੂੰ ਬੰਦ ਕਰ ਦਾਂਗੇ। ਉਸ ਤੋਂ ਬਾਅਦ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ CSS ਦੇ ਕੀ ਫਾਇਦੇ ਹਨ। CSS ਦੇ ਸਾਡੇ ਕੋਲ ਮੁੱਖ ਫਾਇਦਿਆਂ ਵਿੱਚ ਪਹਿਲਾ ਹੈ ਸਮੇਂ ਦੀ ਬਚਤ। CSS ਕੋਡ ਨੂੰ ਵਾਰ-ਵਾਰ ਲੋੜ ਅਨੁਸਾਰ ਵਰਤਿਆ ਜਾ ਸਕਦਾ ਹੈ ਅਤੇ ਇਸ ਸ਼ੀਟ ਨੂੰ ਕਈ HTML ਪੰਨਿਆਂ ਵਿੱਚ ਵਾਰ-ਵਾਰ ਵਰਤਿਆ ਜਾ ਸਕਦਾ ਹੈ। ਦੂਸਰਾ ਹੈ ਤੇਜ਼ੀ ਨਾਲ ਵੈਬ ਪੇਜ ਲੋਡ ਹੋਣਾ। CSS ਨੂੰ HTML ਵਿੱਚ ਫਾਰਮੈਟਿੰਗ ਕਰਨ ਲਈ ਘੱਟ ਕੋਡ ਦੀ ਲੋੜ ਹੁੰਦੀ ਹੈ। ਇਸ ਨਾਲ ਵੈਬ ਪੇਜ ਦਾ ਆਕਾਰ ਵੀ ਘਟਦਾ ਹੈ ਅਤੇ ਵੈਬ ਪੇਜ ਵੀ ਹਲਕਾ ਹੁੰਦਾ ਹੈ। ਤੀਸਰਾ ਪੁਆਇੰਟ ਆਸਾਨ ਰੱਖ ਰਖਾਅ। CSS ਦੀ ਕੋਡਿੰਗ ਕਰਕੇ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਪੂਰੇ ਵੈਬ ਪੇਜ ਜਾਂ ਵੈਬਸਾਈਟ ਦੇ ਭਾਗਾਂ 'ਤੇ ਲਾਗੂ ਕੀਤੀ ਜਾ ਸਕਦੀਆਂ ਹਨ, ਜਿਸ ਨਾਲ ਗਲਤੀਆਂ ਹੋਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ। ਅੱਗੇ ਸਾਡੇ ਕੋਲ ਇਹਦਾ ਚੌਥਾ ਪੁਆਇੰਟ ਹੈ ਵਧੇਰੇ ਸ਼ਕਤੀਸ਼ਾਲੀ। ਵੈਬ ਪੇਜ ਨੂੰ CSS ਦੀ ਵਰਤੋਂ ਨਾਲ ਅਤੇ ਇਸ ਵਿੱਚ HTML ਨਾਲੋਂ ਜ਼ਿਆਦਾ ਪ੍ਰਾਪਰਟੀ ਹੋਣ ਕਰਕੇ ਵਧੇਰੇ ਬਿਹਤਰ ਅਤੇ ਆਸਾਨ ਤਰੀਕੇ ਨਾਲ ਵਰਤਿਆ ਜਾਂ ਤਿਆਰ ਕੀਤਾ ਜਾ ਸਕਦਾ ਹੈ। ਪੰਜਵਾਂ ਹੈ ਮਲਟੀਪਲ ਡਿਵਾਈਸ ਸਪੋਰਟ। CSS ਦੀ ਵਰਤੋਂ ਵੱਖ-ਵੱਖ ਸਕਰੀਨ ਸਾਈਜ਼ ਡਿਵਾਈਸਿਸ 'ਤੇ ਵੈਬ ਪੇਜਾਂ ਨੂੰ ਸਹੀ ਢੰਗ ਨਾਲ ਦਿਖਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਵਰਤੋਂ ਨਾਲ ਵੱਖੋ ਵੱਖਰੇ ਡਿਵਾਈਸ ਲਈ ਵੈਬਸਾਈਟ ਦੇ ਵੱਖ-ਵੱਖ ਵਰਜ਼ਨ ਬਣਾਏ ਜਾ ਸਕਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ CSS ਬਾਕਸ ਮਾਡਲ ਦੀ ਵਿਆਖਿਆ ਕਰੋ। CSS ਬਾਕਸ ਮਾਡਲ ਦੀ ਵਰਤੋਂ ਵੈਬ ਪੇਜਾਂ ਦੇ ਡਿਜ਼ਾਈਨ ਅਤੇ ਲੇਆਊਟ ਦੇ ਸੰਬੰਧ ਵਿੱਚ ਕੀਤੀ ਜਾਂਦੀ ਹੈ। HTML ਦਾ ਹਰੇਕ ਐਲੀਮੈਂਟ ਇੱਕ ਤਰ੍ਹਾਂ ਨਾਲ ਇੱਕ ਬਾਕਸ ਹੁੰਦਾ ਹੈ। ਵੈਬ ਬਰਾਊਜ਼ਰ ਹਰੇਕ ਐਲੀਮੈਂਟ ਨੂੰ CSS ਬਾਕਸ ਮਾਡਲ ਦੇ ਅਨੁਸਾਰ ਇੱਕ ਆਇਤਾਕਾਰ ਬਾਕਸ ਜਾਂ ਰੈਕਟੈਂਗੂਲਰ ਬਾਕਸ ਵਾਂਗ ਪੇਸ਼ ਕਰਦਾ ਹੈ। ਬਾਕਸ ਮਾਡਲ ਵਿੱਚ ਕਈ ਐਟਰੀਬਿਊਟ ਹੁੰਦੇ ਹਨ, ਜਿਸ ਵਿੱਚ ਸ਼ਾਮਲ ਹਨ ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ, ਪਹਿਲਾ ਮਾਰਜਨ, ਦੂਸਰਾ ਬਾਰਡਰ, ਤੀਸਰਾ ਪੈਡਿੰਗ ਅਤੇ ਚੌਥਾ ਕੰਟੈਂਟ। ਹੁਣ ਇਹਨਾਂ ਬਾਰੇ ਅਸੀਂ ਇੱਕ ਇੱਕ ਕਰਕੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਹਾਸ਼ੀਆ ਜਾਂ ਮਾਰਜਨ। ਇਹ ਬਾਰਡਰ ਤੋਂ ਬਾਹਰਲੇ ਪਾਸੇ ਵਾਲੀ ਖਾਲੀ ਜਗ੍ਹਾ ਹੁੰਦੀ ਹੈ ਅਤੇ ਮਾਰਜਨ ਟਰਾਂਸਪੇਰੈਂਟ ਹੁੰਦਾ ਹੈ। ਦੂਸਰਾ ਹੈ ਬਾਰਡਰ। ਇਹ ਬਾਕਸ ਦੇ ਮਾਰਜਨ ਅਤੇ ਪੈਡਿੰਗ ਵਿਚਕਾਰ ਦੀ ਜਗ੍ਹਾ ਹੁੰਦੀ ਹੈ। ਤੀਸਰਾ ਹੈ ਪੈਡਿੰਗ। ਇਹ ਬਾਕਸ ਦੇ ਬਾਰਡਰ ਅਤੇ ਕੰਟੈਂਟ ਦੇ ਵਿਚਕਾਰ ਦੀ ਜਗ੍ਹਾ ਨੂੰ ਦਰਸਾਉਂਦਾ ਹੈ। ਚੌਥਾ ਹੈ ਕੰਟੈਂਟ। ਇਸ ਥਾਂ ਵਿੱਚ ਬਾਕਸ ਦੇ ਕੰਟੈਂਟ ਨੂੰ ਦਿਖਾਇਆ ਜਾਂਦਾ ਹੈ ਅਤੇ ਇਹ ਕੰਟੈਂਟ ਟੈਕਸਟ, ਤਸਵੀਰ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੀਡੀਆ ਹੈ ਉਹ ਹੋ ਸਕਦਾ ਹੈ। ਅੱਗੇ ਹੁਣ ਅਸੀਂ ਇੰਟਰਨੈਟ ਦੇ ਇਸਤੇਮਾਲ ਪਾਠ ਦਾ ਅਭਿਆਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁ ਪਸੰਦੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਅਸੀਂ ਇਸ 'ਤੇ ਨੌਕਰੀ ਲੱਭ ਸਕਦੇ ਹਾਂ। ਸਾਡੇ ਕੋਲ ਦੇ ਆਪਸ਼ਨ ਹੈ ਅਖਬਾਰ, ਇੰਟਰਨੈਟ, ਦੋਵੇਂ ਊੜਾ ਅਤੇ ਐੜਾ ਜਾਂ ਕੋਈ ਵੀ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹੈ ਅਸੀਂ ਅਖਬਾਰ ਅਤੇ ਇੰਟਰਨੈਟ 'ਤੇ ਨੌਕਰੀ ਲੱਭ ਸਕਦੇ ਹਾਂ, ਯਾਨੀ ਕਿ ਦੋਵੇਂ ਊੜਾ ਅਤੇ ਐੜਾ ਆਪਸ਼ਨ। ਦੂਸਰਾ ਪੁਆਇੰਟ ਹੈ ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਸਾਡੇ ਕੋਲ ਦੇ ਆਪਸ਼ਨ ਹੈ ਡਾਟਾ, ਸੂਚਨਾ, ਵਰਲਡ ਵਾਈਡ ਵੈਬ ਜਾਂ ਵੈਬ। ਸਾਡੇ ਕੋਲ ਸਹੀ ਉੱਤਰ ਹੈ ਵਰਲਡ ਵਾਈਡ ਵੈਬ ਸੂਚਨਾ ਦਾ ਜਾਂ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ। ਤੀਸਰਾ ਪੁਆਇੰਟ ਸਾਡੇ ਕੋਲ ਇਹ ਖੋਜਾਂ ਉਪਯੋਗੀ ਹੁੰਦੀਆਂ ਹਨ ਜਦ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਪਤਾ ਨਹੀਂ ਹੁੰਦਾ। ਸਾਡੇ ਕੋਲ ਜੋ ਆਪਸ਼ਨ ਹੈ ਵਾਈਲਡ ਕਾਰਡ, ਆਪਰੇਟਰ, ਇਮੇਜ ਜਾਂ ਨਿਊਜ਼। ਸਾਡੇ ਕੋਲ ਸਹੀ ਉੱਤਰ ਹੈ ਵਾਈਲਡ ਕਾਰਡ ਖੋਜਾਂ ਉਪਯੋਗੀ ਹੁੰਦੀਆਂ ਹਨ ਜਦ ਸਾਨੂੰ ਹਵਾਲੇ ਦਾ ਪੂਰਾ ਪਤਾ ਜਾਂ ਪੂਰਾ ਟੈਕਸਟ ਨਹੀਂ ਪਤਾ ਹੁੰਦਾ। ਅੱਗੇ ਸਾਡੇ ਕੋਲ ਚੌਥਾ ਬਹੁ ਪਸੰਦੀ ਪ੍ਰਸ਼ਨ ਹੈ ਇਹ ਇੱਕ ਫੋਟੋ ਅਤੇ ਆਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫੇਸਬੁੱਕ, ਇੰਸਟਾਗ੍ਰਾਮ ਜਾਂ ਦੋਵੇਂ ਊੜਾ ਅਤੇ ਐੜਾ ਜਾਂ ਕੋਈ ਵੀ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਫੇਸਬੁੱਕ ਅਤੇ ਇੰਸਟਾਗ੍ਰਾਮ ਇੱਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀਆਂ ਸੋਸ਼ਲ ਮੀਡੀਆ ਐਪ ਹੈ, ਯਾਨੀ ਕਿ ਇਸਦਾ ਆਨਸਰ ਹੋਏਗਾ ਊੜਾ ਅਤੇ ਐੜਾ। ਪੰਜਵਾਂ ਸਾਡੇ ਕੋਲ ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚ ਇੱਕ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ bing.com, google.com, wikipedia.com ਜਾਂ yahoo.com। ਗੂਗਲ ਦਾ ਸਭ ਤੋਂ ਮਸ਼ਹੂਰ ਉਤਪਾਦਾਂ ਵਿੱਚੋਂ google.com ਇੱਕ ਹੈ। ਅੱਗੇ ਅਸੀਂ ਖਾਲੀ ਸਮਾਂ ਪੜ੍ਹ ਲੈਂਦੇ ਹਾਂ। ਡੈਸ਼ ਸਾਨੂੰ ਇੰਟਰਨੈਟ 'ਤੇ ਵੈਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਵੈਬ ਬਰਾਊਜ਼ਰ। ਦੂਸਰਾ ਪੁਆਇੰਟ ਹੈ ਇੰਟਰਨੈਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਰਿਆ ਹੈ ਆਨਲਾਈਨ ਸ਼ਾਪਿੰਗ। ਅਗਲਾ ਹੈ ਸਾਡੇ ਕੋਲ ਡੈਸ਼ ਇੱਕ ਵੈਬ ਆਧਾਰਿਤ ਉਪਕਰਨ ਹੈ ਜੋ ਉਪਭੋਗਤਾ ਨੂੰ ਵਰਲਡ ਵਾਈਡ ਵੈਬ 'ਤੇ ਜਾਣਕਾਰੀ ਲੱਭਣ ਦੀ ਯੋਗ ਬਣਾਉਂਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਸਰਚ ਇੰਜਨ। ਚੌਥਾ ਸਾਡੇ ਕੋਲ ਪੁਆਇੰਟ ਹੈ ਇੱਕ ਖੋਜ ਸ਼ਬਦ ਨੂੰ ਡੈਸ਼ ਵਿੱਚ ਲਿਖਣਾ ਖੋਜ ਇੰਜਨ ਨੂੰ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ
खोजण लई कहता है, साडे कोल सही उत्तर है कोटेशन मार्क। अगला साडे कोल खाली थां है, एक डैश दे गाहक सबसक्रिप्शन बने बिना साडे कोल इंटरनेट का कोई कनैक्शन नहीं होवेगा। तो साडे कोल सही उत्तर है इंटरनेट सर्विस प्रोवाइडर। अगे साडे कोल बहुत छोटे उत्तर वाले प्रश्न, जिस में साडे कोल पहला प्रश्न है, एक कंपनी जो व्यक्तियों ਅਤੇ संगठनों ਨੂੰ इंटरनेट कनैक्शन ਅਤੇ सेवावां प्रदान करती है उसनों इंटरनेट सर्विस प्रोवाइडर किया जाता है। दूसरा प्रश्न है HTTPS का पूरा नाम की है। सो HTTPS का पूरा नाम है हाइपर टेक्स्ट ट्रांसफर प्रोटोकॉल ओवर सिक्योर सॉकेट लेयर। तीसरा प्रश्न है सिर्फ नौकरी लभण लई किहड़ा टूल वरतिया जाता है, तो साडे कोल सही उत्तर है जॉब सर्च इंजन। चौथा प्रश्न है एक वैब पेज के एड्रैस को सेव करने के तरीके की कहते हैं, उसनों असीं कहने हैं बुकमार्क। पंजवां प्रश्न है किसी एक ओपन कंटेंट ऑनलाइन इनसाइक्लोपीडिया का नाम दसो, साडे कोल उत्तर है wikipedia.com। हुण अगे साडे कोल छोटे उत्तर वाले प्रश्न, जिसमें साडे कोल पहला प्रश्न है वैब ब्राउज़र को परिभाषित करो। सो वैब ब्राउज़र एक एप्लीकेशन सॉफ्टवेयर है जो सानू इंटरनेट में मौजूद वैबसाइटां नूं वेखण ਅਤੇ ਉਹਨਾਂ तक पहुँच करने की सहूलत दिंदा है। वैब ब्राउज़र की वरतों यूज़र वैब पेजां नूं ਲੱਭਣ पहुँच करने लई करदा है। इस दे लई यूज़र ब्राउज़र के एड्रैस बार विच वैब का पता दाखिल करके किसी भी वैब पेज नूं देखण लई बेनती कर सकता है। इन्हां वैब पेजां विच मौजूद जानकारी विच ग्राफिक्स मल्टीमीडिया साधारण टेक्स्ट शामिल हुंदा है। एक वैब ब्राउज़र वैब नियमां के अनुसार वैब पेजां तो डाटा प्राप्त करता है। दूसरा प्रश्न साडे कोल ऑनलाइन सर्च विच कोटेशन मार्क की की वरतों है। सो जदों असीं ऑनलाइन सर्च विच सर्च किए जाने वाले शब्द विच लिखते हाँ तो सर्च इंजन सिर्फ और सिर्फ उस खास शब्द या वाकांश नूं ही वैब उपर लभेगा और उस नाल मिलते जुलते शब्दों नूं सर्च रिजल्टां विच नहीं दिखावेगा। उदाहरण लई जेकर असीं कंप्यूटर ऑपरेटर शब्द लिख के इस नाल संबंधित ऑनलाइन सर्च करना चाहते हाँ तो सर्च इंजन सानू कंप्यूटर ऑपरेटर आदि नाल मिलते जुलते बहुत सारे नतीजे विखावेगा। पर जेकर असीं इस शब्द नूं कोटेशन विच लिख के कंप्यूटर ऑपरेटर सर्च करते हाँ तो सर्च इंजन सानू इस खास शब्द कंप्यूटर ऑपरेटर नाल संबंधित ही नतीजे विखावेगा। अगे साडे कोल तीसरा प्रश्न है कोई 5 इंटरनेट सुरक्षा खतरा के नाम दसो। तो जिसमें साडे कोल पहला है हैकर, दूसरा वायरस, तीसरा स्पाईवेयर, चौथा वॉर्म, पंजवां फिशिंग, छेवां स्पैमिंग। अगे साडे कोल चौथा प्रश्न है गूगल सर्च इंजन की व्याख्या करो। सो गूगल सर्च इंजन दुनिया का सब तो सर्वोत्तम सर्च इंजन है। यह गूगल के सब तो मशहूर उत्पादों विचों एक है। गूगल अपने सर्च रिजल्टां की गुणवत्ता कारण सब तो मशहूर और भरोसेमंद सर्च इंजन बन चुका है। गूगल अपने उपभोक्तावां नूं सब तो सही नतीजे पेश करने लई सूझवान एल्गोरिथम की वरतों करता है। गूगल के संस्थापक लैरी पेज ਅਤੇ सैरेगेई ब्रिन ਹਨ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਬੁੱਕਮਾਰਕ ਕੀ ਹੁੰਦਾ ਹੈ। ਬੁੱਕਮਾਰਕ ਨੂੰ ਫੇਵਰੇਟ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਮਦਦ ਨਾਲ ਅਸੀਂ ਕਿਸੇ ਵੀ ਵੈਬਸਾਈਟ ਦੇ ਵੈਬ ਐਡਰੈਸ ਨੂੰ ਸੇਵ ਕਰ ਸਕਦੇ ਹਾਂ ਤਾਂ ਕਿ ਜਦੋਂ ਵੀ ਸਾਨੂੰ ਦੁਬਾਰਾ ਉਸ ਵੈਬ ਐਡਰੈਸ ਨੂੰ ਖੋਲ੍ਹਣ ਦੀ ਲੋੜ ਪਵੇ ਤਾਂ ਅਸੀਂ ਉਸ ਨੂੰ ਦੁਬਾਰਾ ਟਾਈਪ ਕੀਤੇ ਬਿਨਾਂ ਤੇਜ਼ੀ ਨਾਲ ਖੋਲ੍ਹ ਸਕੀਏ। ਸੋ ਗੂਗਲ ਕ੍ਰੋਮ, ਮੋਜ਼ਿਲਾ ਫਾਇਰਫੌਕਸ, ਸਫਾਰੀ ਵਰਗੇ ਵੈਬ ਬਰਾਊਜ਼ਰ ਸਾਨੂੰ ਵੈਬ ਐਡਰੈਸ ਨੂੰ ਸੇਵ ਕਰਨ ਲਈ ਬੁੱਕਮਾਰਕ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ, ਜਦਕਿ ਇੰਟਰਨੈਟ ਐਕਸਪਲੋਰਰ ਵਿੱਚ ਸਾਨੂੰ ਬੁੱਕਮਾਰਕ ਦੀ ਥਾਂ ਫੇਵਰੇਟ ਆਪਸ਼ਨ ਦੀ ਵਰਤੋਂ ਕਰਨੀ ਪੈਂਦੀ ਹੈ। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਛੇਵਾਂ ਵਰਲਡ ਵਾਈਡ ਵੈਬ ਨੂੰ ਪਰਿਭਾਸ਼ਿਤ ਕਰੋ। ਸੋ ਵਰਲਡ ਵਾਈਡ ਵੈਬ ਨੂੰ ਵੈਬ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਾ ਇੱਕ ਬਹੁਤ ਵੱਡਾ ਸੰਗ੍ਰਹਿ ਹੈ। ਇਸ ਵਿੱਚ ਸਾਰੀਆਂ ਪਬਲਿਕ ਵੈਬਸਾਈਟਾਂ ਸ਼ਾਮਿਲ ਹੁੰਦੀਆਂ ਹਨ ਜੋ ਕਿ ਪੂਰੀ ਦੁਨੀਆ ਵਿੱਚ ਇੰਟਰਨੈਟ ਨਾਲ ਜੁੜੀਆਂ ਹੁੰਦੀਆਂ ਹਨ। ਹਰੇਕ ਵੈਬਸਾਈਟ ਜਾਂ ਵੈਬ ਪੇਜ ਨੂੰ ਇੱਕ ਵਿਲੱਖਣ ਨਾਂ ਜਾਂ ਐਡਰੈਸ ਦਿੱਤਾ ਜਾਂਦਾ ਹੈ ਜਿਸ ਨੂੰ URL, ਜਿਸ ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਸੋ ਵਰਲਡ ਵਾਈਡ ਵੈਬ ਉੱਪਰ ਸਟੋਰ ਸੂਚਨਾ ਨੂੰ ਵੈਬ ਬਰਾਊਜ਼ਰ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਵੈਬ ਡਾਟਾ ਟ੍ਰਾਂਸਫਰ ਕਰਨ ਲਈ HTTP ਪ੍ਰੋਟੋਕੋਲ ਦੀ ਵਰਤੋਂ ਕਰਦਾ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਆ ਗਏ। ਪਹਿਲਾ ਪ੍ਰਸ਼ਨ ਹੈ ਕੋਈ 4 ਆਨਲਾਈਨ ਸਰਚ ਤਕਨੀਕਾਂ ਦੀ ਵਿਆਖਿਆ ਕਰੋ।
ਸੋ ਜਦੋਂ ਅਸੀਂ ਕਿਸੇ ਜਾਣਕਾਰੀ ਨੂੰ ਸਰਚ ਇੰਜਨਾਂ ਦੀ ਵਰਤੋਂ ਕਰਦੇ ਹੋਏ ਆਨਲਾਈਨ ਸਰਚ ਕਰਦੇ ਹਾਂ ਤਾਂ ਕੁਝ ਸਰਚ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੀ ਸਰਚ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲੀ ਸਰਚ ਤਕਨੀਕ ਹੈ ਕੁਝ ਖਾਸ ਕੀਵਰਡ ਦੀ ਵਰਤੋਂ ਕਰਕੇ। ਸੋ ਕੀਵਰਡ ਉਹ ਸ਼ਬਦ ਹਨ ਜੋ ਅਸੀਂ ਇੰਟਰਨੈਟ ਦੀ ਸਮੱਗਰੀ ਲੱਭਣ ਲਈ ਵਰਤਦੇ ਹਾਂ। ਸੋ ਕੀਵਰਡ ਨੂੰ ਜਿੰਨਾ ਸੰਭਵ ਹੋ ਸਕੇ ਖਾਸ ਰੱਖੋ, ਇਹ ਗੂਗਲ ਨੂੰ ਸਾਡੀ ਲੋੜੀਂਦੀ ਜਾਣਕਾਰੀ ਲੱਭਣ ਵਿੱਚ ਮਦਦ ਕਰਦੇ ਹਨ। ਦੂਸਰਾ ਹੈ ਸਰਚ ਟਰਮ ਨੂੰ ਸੌਖਾ ਕਰਕੇ। ਕੁਝ ਸਰਚ ਇੰਜਨਾਂ ਵਿੱਚ ਖੋਜ ਕਰਨ ਲਈ ਰੁਕਣ ਵਾਲੇ ਸ਼ਬਦ ਸ਼ਾਮਲ ਹੁੰਦੇ ਹਨ। ਇਹ ਆਮ ਵਰਤੋਂ ਵਾਲੇ ਸ਼ਬਦ ਜਿਵੇਂ ਕਿ ਪ੍ਰੈਪੋਜੀਸ਼ਨ, ਕੰਜੰਕਸ਼ਨ ਅਤੇ ਆਰਟੀਕਲ ਹੁੰਦੇ ਹਨ, ਜਿਸ ਦਾ ਅਰਥ ਹੈ ਕਿ ਅਸੀਂ ਖੋਜ ਨਤੀਜਿਆਂ ਵਿੱਚ ਸਾਡੀ ਜ਼ਰੂਰਤ ਨਾਲੋਂ ਵੱਧ ਪੇਜ ਜਿਹੜੇ ਆ ਉਹ ਪ੍ਰਾਪਤ ਕਰਾਂਗੇ। ਤੀਸਰਾ ਪੁਆਇੰਟ ਹੈ ਕੋਟੇਸ਼ਨ ਮਾਰਕ ਦੀ ਵਰਤੋਂ ਕਰਕੇ। ਸੋ ਜਦੋਂ ਅਸੀਂ ਆਨਲਾਈਨ ਸਰਚ ਵਿੱਚ ਸਰਚ ਕੀਤੇ ਜਾਣ ਵਾਲੇ ਸ਼ਬਦ ਵਿੱਚ ਲਿਖਦੇ ਹਾਂ ਤਾਂ ਸਰਚ ਇੰਜਨ ਸਿਰਫ ਅਤੇ ਸਿਰਫ ਉਸ ਖਾਸ ਸ਼ਬਦ ਜਾਂ ਵਾਕਾਂਸ਼ ਨੂੰ ਹੀ ਵੈਬ ਉੱਪਰ ਲੱਭੇਗਾ ਅਤੇ ਉਸ ਨਾਲ ਮਿਲਦੇ ਜੁਲਦੇ ਸ਼ਬਦਾਂ ਨੂੰ ਸਰਚ ਰਿਜ਼ਲਟਾਂ ਵਿੱਚ ਨਹੀਂ ਦਿਖਾਵੇਗਾ। ਚੌਥਾ ਪੁਆਇੰਟ ਅਸਹਾਈ ਸ਼ਬਦਾਂ ਨੂੰ ਹਟਾ ਕੇ। ਸੋ ਇੱਕ ਸ਼ਬਦ ਤੋਂ ਪਹਿਲਾਂ ਹਾਈਫਨ ਜਾਂ ਛੋਟਾ ਡੈਸ਼ ਜਾਂ ਘਟਾਓ ਦਾ ਨਿਸ਼ਾਨ ਲਗਾਉਣ ਨਾਲ ਉਹ ਸ਼ਬਦ ਖੋਜ ਤੋਂ ਬਾਹਰ ਹੋ ਜਾਂਦਾ ਹੈ। ਪੰਜਵਾਂ ਹੈ ਆਪਰੇਟਰ ਦੀ ਵਰਤੋਂ ਕਰਕੇ। ਸੋ ਵਾਈਲਡ ਕਾਰਡ ਖੋਜ ਜਿਸ ਦੇ ਬਾਰੇ ਸਾਨੂੰ ਪਤਾ ਨਾ ਹੋਵੇ ਲਈ ਪਲੇਸ ਹੋਲਡਰ ਦੇ ਤੌਰ ਤੇ ਐਸਟਰਿਕਸ ਚਿੰਨ੍ਹ ਦੀ ਵਰਤੋਂ ਕਰੋ। ਸੋ ਵਾਈਲਡ ਕਾਰਡ ਖੋਜਾਂ ਉਦੋਂ ਉਪਯੋਗੀ ਹੁੰਦੀਆਂ ਹਨ ਜਦੋਂ ਸਾਨੂੰ ਹਵਾਲੇ ਦਾ ਜਾਂ ਕਿਸੇ ਪਰਸਨੈਲਿਟੀ ਬਾਰੇ ਸਰਚ ਕਰ ਰਹੇ ਹਾਂ ਉਸ ਦੇ ਬਾਰੇ ਸਾਨੂੰ ਪੂਰਾ ਨਹੀਂ ਪਤਾ ਹੁੰਦਾ। ਉਸ ਕੇਸ ਵਿੱਚ ਅਸੀਂ ਵਾਈਲਡ ਕਾਰਡ ਖੋਜ ਦੀ ਵਰਤੋਂ ਕਰਦੇ ਹਾਂ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਹਨ। ਸੋ ਆਨਲਾਈਨ ਦੇ ਫਾਇਦੇ, ਸ਼ਾਪਿੰਗ ਦੇ ਫਾਇਦੇ ਹੇਠ ਲਿਖਣ ਅਨੁਸਾਰ ਪਹਿਲਾ ਹੈ ਸਹੂਲਤ, ਦੂਸਰਾ ਬਿਹਤਰ ਕੀਮਤਾਂ, ਤੀਸਰਾ ਜ਼ਿਆਦਾ ਵੈਰਾਈਟੀ, ਚੌਥਾ ਤੋਹਫੇ ਭੇਜਣ ਲਈ ਆਸਾਨੀ, ਪੰਜਵਾਂ ਵਧੇਰੇ ਨਿਯੰਤਰਣ, ਛੇਵਾਂ ਕੀਮਤਾਂ ਦੀ ਤੁਲਨਾ ਆਸਾਨ, ਸੱਤਵਾਂ ਹੈ ਕੋਈ ਭੀੜ ਨਹੀਂ। ਇਸ ਤੋਂ ਇਲਾਵਾ ਆਨਲਾਈਨ ਸ਼ਾਪਿੰਗ ਜਿਹੜੇ ਨੁਕਸਾਨ ਹੈ ਉਹਨਾਂ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਨੁਕਸਾਨ ਹੈ ਪੈਕੇਜਿੰਗ ਦਾ ਨੈਗੇਟਿਵ ਵਾਤਾਵਰਨ ਪ੍ਰਭਾਵ, ਦੂਸਰਾ ਹੈ ਸ਼ਿਪਿੰਗ ਵਿੱਚ ਮੁਸ਼ਕਲਾਂ ਅਤੇ ਦੇਰੀ, ਤੀਸਰਾ ਪੁਆਇੰਟ ਹੈ ਧੋਖਾਧੜੀ ਦਾ ਜੋਖਮ, ਚੌਥਾ ਹੈ ਸਾਡੀ ਕਮਿਊਨਿਟੀ ਨਾਲ ਘੱਟ ਸੰਪਰਕ, ਪੰਜਵਾਂ ਹੈ ਬਹੁਤ ਜ਼ਿਆਦਾ ਸਮਾਂ ਆਨਲਾਈਨ ਬਿਤਾਉਣਾ, ਛੇਵਾਂ ਹੈ ਰਿਟਰਨ ਗੁੰਝਲਦਾਰ ਹੋ ਸਕਦਾ ਹੈ ਅਤੇ ਸੱਤਵਾਂ ਹੈ ਅਸੀਂ ਬਿਲਕੁਲ ਨਹੀਂ ਜਾਣਦੇ ਕਿ ਅਸੀਂ ਕੀ ਪ੍ਰਾਪਤ ਕਰ ਰਹੇ ਹਾਂ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸੋਸ਼ਲ ਨੈਟਵਰਕਿੰਗ ਕੀ ਹੈ। ਕੋਈ ਦੋ ਸੋਸ਼ਲ ਨੈਟਵਰਕਿੰਗ ਸਾਈਟ ਬਾਰੇ ਦੱਸੋ। ਸੋਸ਼ਲ ਨੈਟਵਰਕਿੰਗ ਸਾਨੂੰ ਦੋਸਤਾਂ, ਪਰਿਵਾਰ, ਸਹਿਯੋਗੀ ਜਾਂ ਗਾਹਕਾਂ ਨਾਲ ਜੁੜੇ ਰਹਿਣ ਲਈ ਇੰਟਰਨੈਟ ਆਧਾਰਿਤ ਸੋਸ਼ਲ ਮੀਡੀਆ ਸਾਈਟਾਂ ਦੀ ਸਹੂਲਤ ਦਿੰਦਾ ਹੈ। ਸੋਸ਼ਲ ਨੈਟਵਰਕਿੰਗ ਵੈਬਸਾਈਟਾਂ ਦੀਆਂ ਵਰਤੋਂ ਅੱਜ ਕੱਲ੍ਹ ਵਪਾਰਕ ਉਦੇਸ਼ ਲਈ ਵੀ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਪਰਿਵਾਰ ਦੇ ਦੋਸਤਾਂ ਨਾਲ ਬਿਹਤਰ ਸੰਬੰਧ ਬਣਾਉਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕ ਆਪਣਾ ਸਾਰਾ ਸਮਾਂ ਸੋਸ਼ਲ ਸਾਈਟਾਂ ਦੀ ਆਨਲਾਈਨ ਬਰਾਊਜ਼ਿੰਗ 'ਤੇ ਬਿਤਾਉਂਦੇ ਹਨ ਅਤੇ ਸਮਾਰਟਫੋਨ ਅਤੇ ਟੈਬਲੇਟ ਆਦਿ ਨੂੰ ਇਸ ਵਿੱਚ ਹੋਰ ਵਾਧਾ ਕੀਤਾ ਹੈ। ਸੋਸ਼ਲ ਨੈਟਵਰਕਿੰਗ ਦੀ ਜਿਹੜੀ ਪਹਿਲੀ ਸਾਈਟ ਹੈ ਉਹ ਸਾਡੇ ਕੋਲ ਹੈ ਫੇਸਬੁੱਕ। ਫੇਸਬੁੱਕ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਹੈ। ਬਹੁਤ ਸਾਰੇ ਲੋਕ ਸਮਾਜਿਕ ਅਤੇ ਵਪਾਰਕ ਉਦੇਸ਼ਾਂ ਲਈ ਇਸ ਦੀ ਵਰਤੋਂ ਕਰਦੇ ਹਨ। ਫੇਸਬੁੱਕ ਉੱਪਰ ਆਪਣੇ ਕੰਟੈਂਟ ਨੂੰ ਵੱਖ-ਵੱਖ ਫਾਰਮੈਟ ਜਿਵੇਂ ਕਿ ਟੈਕਸਟ, ਚਿੱਤਰ, ਵੀਡੀਓ ਅਤੇ ਕਹਾਣੀਆਂ ਦੇ ਰੂਪ ਵਿੱਚ ਸਭ ਨਾਲ ਸਾਂਝਾ ਕਰ ਸਕਦੇ ਹਾਂ। ਦੂਸਰਾ ਹੈ YouTube ਇੱਕ ਵੀਡੀਓ ਸ਼ੇਅਰ ਕਰਨ ਵਾਲਾ ਪਲੇਟਫਾਰਮ ਹੈ। YouTube ਉੱਪਰ ਅਸੀਂ ਆਪਣੇ ਲਈ ਇੱਕ YouTube ਚੈਨਲ ਵੀ ਬਣਾ ਸਕਦੇ ਹਾਂ ਜਿੱਥੇ ਅਸੀਂ ਵੀਡੀਓ ਬਣਾ ਕੇ ਅਪਲੋਡ ਵੀ ਕਰ ਸਕਦੇ ਹਾਂ। ਸੋ ਵੀਡੀਓ ਦੇਖਣ ਵਾਲੇ ਲੋਕ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਸਕਣ ਦੇ ਯੋਗ ਹੁੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਅਸੀਂ ਸੁਰੱਖਿਅਤ ਵੈਬਸਾਈਟ ਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ ਅਤੇ ਪੈਡਲੌਕ ਚਿੰਨ੍ਹ ਦੀ ਵਿਆਖਿਆ ਕਰੋ। ਸੋ ਇੰਟਰਨੈਟ ਦੇ ਹਰੇਕ ਵੈਬਸਾਈਟ ਭਰੋਸੇਯੋਗ ਅਤੇ ਸੁਰੱਖਿਅਤ ਨਹੀਂ ਹੁੰਦੀ। ਇੱਕ ਅਸੁਰੱਖਿਅਤ ਵੈਬਸਾਈਟ ਸਾਡੇ ਕੰਪਿਊਟਰ ਵਿੱਚ ਸਾਡੀ ਆਗਿਆ ਲਏ ਬਿਨਾਂ ਸਾਡੇ ਕੰਪਿਊਟਰ ਵਿੱਚ ਪ੍ਰੋਗਰਾਮ ਇੰਸਟਾਲ ਕਰਕੇ ਇਸ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਸਕਦਾ ਹੈ ਜਾਂ ਸਾਡੀ ਜਾਣਕਾਰੀ ਨੂੰ ਵੀ ਚੋਰੀ ਆਦਿ ਕਰ ਸਕਦਾ ਹੈ। ਸੋ ਸੁਰੱਖਿਅਤ ਵੈਬਸਾਈਟ ਦੇ ਪਹਿਚਾਣ ਦੇ ਦੋ ਤਰੀਕੇ ਹਨ, ਜਿਸ ਵਿੱਚ ਸਾਡਾ ਪਹਿਲਾ ਤਰੀਕਾ ਹੈ ਵੈਬ ਬਰਾਊਜ਼ਰ ਦੇ ਵੈਬ ਐਡਰੈਸ ਨੂੰ ਵੇਖੋ ਕਿ ਇਹ ਵੈਬ ਐਡਰੈਸ HTTPS ਨਾਂ ਨਾਲ ਸ਼ੁਰੂ ਹੁੰਦਾ ਹੈ। ਇਸ ਵਿੱਚ HTTPS ਉਪਭੋਗਤਾ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਨਕ੍ਰਿਪਟ ਕਰਦਾ ਹੈ, ਮਤਲਬ ਸਿਕਿਉਰ ਕਰਦਾ ਹੈ ਅਤੇ ਸਰਵਰ ਵਾਲੇ ਪਾਸੇ ਤੋਂ ਜਾਣਕਾਰੀ ਨੂੰ ਡੀਕ੍ਰਿਪਟ ਕਰ ਦਿੰਦਾ ਹੈ, ਮਤਲਬ ਦੁਬਾਰਾ ਪਹਿਲੇ ਵਾਲੇ ਫਾਰਮੈਟ 'ਚ ਬਦਲ ਦਿੰਦਾ ਹੈ। ਦੂਸਰਾ ਪੁਆਇੰਟ ਹੈ ਵੈਬ ਬਰਾਊਜ਼ਰ ਵਿੱਚ
ਬੰਦ ਪੈਡਲੌਕ ਦੀ ਭਾਲ ਕਰੋ। ਸੋ ਪੈਡਲੌਕ ਚਿੰਨ੍ਹ ਇੱਕ ਹਰਾ ਪੈਡਲੌਕ, ਜਿਹੜਾ ਪੈਡਲੌਕ ਚਿੰਨ੍ਹ ਹੈ ਉਹ ਇੱਕ ਹਰੇ ਰੰਗ ਦਾ ਪੈਡਲੌਕ ਚਿੰਨ੍ਹ ਹੁੰਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਅਸੀਂ ਨਿਸ਼ਚਿਤ ਤੌਰ 'ਤੇ ਉਸ ਵੈਬਸਾਈਟ ਨਾਲ ਜੁੜੇ ਹੋਏ ਹਾਂ ਜਿਸ ਦਾ ਪਤਾ ਐਡਰੈਸ ਬਾਰ ਵਿੱਚ ਦਿਖਾਇਆ ਗਿਆ ਹੈ। ਬਰਾਊਜ਼ਰ ਅਤੇ ਵੈਬਸਾਈਟ ਦੇ ਵਿਚਕਾਰ ਜਾਸੂਸੀ ਰੋਕਣ ਲਈ ਇਸ ਕਨੈਕਸ਼ਨ ਨੂੰ ਇਨਕ੍ਰਿਪਟ ਜਾਂ ਸਿਕਿਉਰ ਕੀਤਾ ਗਿਆ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਯਾਤਰਾ ਵਿੱਚ ਫਾਸਟੈਗ ਕੀ ਹੈ ਅਤੇ ਇਸ ਦੇ ਕੀ ਲਾਭ ਹਨ। ਸੋ ਫਾਸਟੈਗ ਇੱਕ ਅਜਿਹਾ ਟੈਗ ਹੈ ਜਿਸ ਰਾਹੀਂ ਟੋਲ ਪਲਾਜ਼ਿਆਂ ਉੱਪਰ ਟੋਲ ਖਰਚੇ ਦੀ ਅਦਾਇਗੀ ਆਪਣੇ ਆਪ ਹੋ ਜਾਂਦੀ ਹੈ। ਇਸ ਦੀ ਵਰਤੋਂ ਕਰਦੇ ਹੋਏ ਅਸੀਂ ਨਕਦੀ ਲੈਣ ਦੇਣ ਲਈ ਬਿਨਾਂ ਦਰਵਾਜ਼ੇ ਵਿੱਚੋਂ ਲੰਘ ਸਕਦੇ ਹਾਂ। ਫਾਸਟੈਗ ਇੱਕ ਪ੍ਰੀਪੇਡ ਖਾਤੇ ਨਾਲ ਜੁੜਿਆ ਹੁੰਦਾ ਹੈ ਜਿਸ ਤੋਂ ਟੋਲ ਦੀ ਰਕਮ ਦੀ ਕਟੌਤੀ ਆਪਣੇ ਆਪ ਹੋ ਜਾਂਦੀ ਹੈ। ਫਾਸਟੈਗ ਵਿੱਚ RFID ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਟੈਗ ਖਾਤਾ ਐਕਟੀਵੇਟ ਹੋਣ ਤੋਂ ਬਾਅਦ ਵਾਹਨ ਦੀ ਵਿੰਡ ਸਕਰੀਨ ਤੇ ਇਸ ਨੂੰ ਚਿਪਕਾ ਦਿੱਤਾ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਫਾਸਟੈਗ ਦੀ ਵਰਤੋਂ ਕਰਨ ਦੇ ਲਾਭ ਬਾਰੇ ਜਾਣ ਲੈਂਦੇ ਹਾਂ। ਇਸ ਵਿੱਚ ਸਾਡੇ ਕੋਲ ਪਹਿਲਾ ਲਾਭ ਹੈ ਵੈਧਤਾ। ਸੋ ਫਾਸਟੈਗ ਕਾਰਡ ਦੀ ਜਿਹੜੀ ਵੈਧਤਾ ਜਾਂ ਵੈਲਿਡਿਟੀ ਹੈ ਉਹ 5 ਸਾਲ ਦੀ ਹੁੰਦੀ ਹੈ। ਦੂਸਰਾ ਭੁਗਤਾਨ ਦੀ ਸੌਖ। ਸੋ ਟੋਲ ਦੀ ਰਕਮ ਦੀ ਕਟੌਤੀ ਬਿਨਾਂ ਰੁਕੇ ਫਾਸਟੈਗ ਦੇ ਪ੍ਰੀਪੇਡ ਖਾਤੇ ਵਿੱਚੋਂ ਆਪਣੇ ਆਪ ਹੋ ਜਾਂਦੀ ਹੈ, ਜਿਸ ਲਈ ਟੋਲ ਲੈਣ ਦੇਣ ਲਈ ਨਕਦ ਰਾਸ਼ੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸੋ ਆਨਲਾਈਨ, ਅਗਲਾ ਸਾਡੇ ਕੋਲ ਪੁਆਇੰਟ ਆਨਲਾਈਨ ਰੀਚਾਰਜ। ਸੋ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈਫਟ, RTGS ਜਾਂ ਨੈੱਟ ਬੈਂਕਿੰਗ ਰਾਹੀਂ ਫਾਸਟੈਗ ਆਨਲਾਈਨ ਰੀਚਾਰਜ ਕੀਤਾ ਜਾ ਸਕਦਾ ਹੈ। ਚੌਥਾ ਇਸ ਦਾ ਲਾਭ ਹੈ ਮੈਸੇਜ ਅਲਰਟ। ਸੋ ਟੋਲ ਪਲਾਜ਼ਿਆਂ ਉੱਪਰ ਆਉਣ ਜਾਣ ਵੇਲੇ ਕਟੌਤੀ ਨਾਲ ਸੰਬੰਧਿਤ ਮੈਸੇਜ ਅਲਰਟ ਮਿਲਦੇ ਰਹਿੰਦੇ ਹਨ। ਲਾਸਟ ਸਾਡੇ ਕੋਲ ਸਮੇਂ ਦੀ ਬਚਤ। ਟੋਲ ਪਲਾਜ਼ੇ ਉੱਪਰ ਲੈਣ ਦੇਣ ਲਈ ਰੁਕਣ ਦੀ ਜ਼ਰੂਰਤ ਨਹੀਂ ਹੁੰਦੀ, ਜਿਸ ਕਰਕੇ ਸਾਡੇ ਸਮੇਂ ਦੀ ਵੀ ਬਚਤ ਹੁੰਦੀ ਹੈ। ਸੁਰੱਖਿਆ ਖਤਰੇ ਅਤੇ ਸਾਈਬਰ ਸੁਰੱਖਿਆ ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਸਾਈਬਰ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਾਈਬਰ ਕ੍ਰਾਈਮ, ਸਾਈਬਰਨੈਟਿਕ, ਸਾਈਬਰ ਅਟੈਕ ਜਾਂ ਸਾਈਬਰ ਸੁਰੱਖਿਆ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਾਈਬਰ ਸ਼ਬਦ ਸਾਈਬਰਨੈਟਿਕ ਸ਼ਬਦ ਤੋਂ ਲਿਆ ਗਿਆ ਹੈ। ਦੂਸਰੀ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ, ਸੌਫਟਵੇਅਰ ਜਾਂ ਹੋਰ ਕੰਪਿਊਟਰ ਆਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫਿਸ਼ਿੰਗ, ਸਟਾਕਿੰਗ, ਪਾਇਰੇਸੀ ਜਾਂ ਹੈਕਿੰਗ। ਸਾਡੇ ਕੋਲ ਸਹੀ ਉੱਤਰ ਹੈ ਪਾਇਰੇਸੀ। ਅਗਲਾ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਪਾਈਵੇਅਰ, ਐਡਵੇਅਰ, ਕੰਪਿਊਟਰ ਵਾਇਰਸ ਜਾਂ ਰੈਂਸਮਵੇਅਰ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਪਾਈਵੇਅਰ ਉਹ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਸਾਡੇ ਕੋਲ ਚੌਥਾ ਬਹੁਪਸੰਦੀ ਪ੍ਰਸ਼ਨ ਹੈ, ਉਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਸਖਤ ਪਾਸਵਰਡ, ਫਾਇਰਵਾਲ, ਡਿਜੀਟਲ ਸਿਗਨੇਚਰ ਤੇ ਲਾਸਟ ਹੈ ਇਨਕ੍ਰਿਪਸ਼ਨ। ਤਾਂ ਸਾਡੇ ਕੋਲ ਸਹੀ ਉੱਤਰ ਹੈ ਇਨਕ੍ਰਿਪਸ਼ਨ ਉਹ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦਿੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, IT ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ IT ਐਕਟ 2008, ITA 2000, ਇਨਫੋਰਮੇਸ਼ਨ ਐਕਟ ਜਾਂ ਲਾਸਟ ਵਿੱਚ ਹੈਗਾ ਇਨਕਮ ਟੈਕਸ ਐਕਟ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ IT ਐਕਟ 2000 ਨੂੰ ITA 2000 ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਛੇਵੇਂ ਸਾਡੇ ਕੋਲ ਬਹੁਪਸੰਦੀ ਪ੍ਰਸ਼ਨ ਹੈ, ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਵਰਲਡ ਵਾਈਡ ਵੈਬ, ਇੰਟਰ, ਸਾਈਬਰ ਸਪੇਸ ਜਾਂ ਸਾਈਬਰ ਕੈਫੇ। ਸਾਡੇ ਕੋਲ ਸਹੀ ਉੱਤਰ ਹੈ ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ ਉਸਨੂੰ ਸਾਈਬਰ ਸਪੇਸ ਕਹਿੰਦੇ ਹਨ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰਦੇ ਹਨ। ਸਾਡੇ ਕੋਲ ਦਾ ਉੱਤਰ ਹੈ ਮਾਲਵੇਅਰ। ਦੂਸਰਾ ਹੈ ਡੈਸ਼ ਇੱਕ ਡਿਜੀਟਲ ਕੋਡ ਹੁੰਦਾ ਹੈ ਜੋ ਕਿਸੇ ਆਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ। ਸਾਡੇ ਕੋਲ ਉੱਤਰ ਹੈ ਡਿਜੀਟਲ ਸਿਗਨੇਚਰ। ਤੀਸਰਾ ਹੈ ਐਂਟੀਵਾਇਰਸ ਸੌਫਟਵੇਅਰ ਸਾਡੇ ਕੰਪਿਊਟਰ ਨੂੰ ਡੈਸ਼ ਤੋਂ ਸੁਰੱਖਿਅਤ ਕਰਦਾ ਹੈ। ਸਾਡੇ ਕੋਲ ਦਾ ਉੱਤਰ ਹੈ ਵਾਇਰਸ। ਚੌਥਾ ਹੈ ਡੈਸ਼ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਕੋਲ ਦਾ ਉੱਤਰ ਹੈ ਫਾਇਰਵਾਲ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਕੋਈ ਅਨਅਧਿਕਾਰਿਤ ਵਿਅਕਤੀ ਡੈਸ਼ ਦੁਆਰਾ ਕਿਸੇ ਵੈਬਸਾਈਟ ਵਿੱਚ ਬਦਲਾਅ ਕਰ ਸਕਦਾ ਹੈ। ਇਸ ਦਾ ਸਹੀ ਉੱਤਰ ਹੈ ਸਾਈਬਰ ਹਮਲੇ। ਅੱਗੇ ਛੇਵੀਂ ਖਾਲੀ ਥਾਂ ਇੰਟਰਨੈਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈਸ ਡੈਸ਼ ਤੇ ਸਟੋਰ ਹੁੰਦੇ ਹਨ। ਸਾਡੇ ਕੋਲ ਦਾ ਉੱਤਰ ਹੈ ਵਰਲਡ ਵਾਈਡ
ਵੈਬ। ਅੱਗੇ ਸਾਡੇ ਕੋਲ ਬਹੁਤ ਛੋਟੇ ਉਹਦੇ ਵਾਲੇ ਪ੍ਰਸ਼ਨ ਹੈ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਪਹਿਲਾ IT ਐਕਟ ਕਦੋਂ ਹੋਂਦ ਵਿੱਚ ਆਇਆ? ਤੇ ਸਾਡੇ ਕੋਲ ਸਹੀ ਉੱਤਰ ਹੈ 17 ਅਕਤੂਬਰ 2000 ਵਿੱਚ। ਦੂਸਰਾ ਪ੍ਰਸ਼ਨ ਹੈ, ਕੋਈ ਦੋ ਐਂਟੀਵਾਇਰਸ ਸੌਫਟਵੇਅਰ ਦਾ ਨਾਮ ਲਿਖੋ। ਇਹ ਸਾਡੇ ਕੋਲ AVG, ਅਵੀਰਾ, ਅਵਾਸਟ, ਕੁਇਕਹੇਲ ਜਾਂ ਨੋਟਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, CERT- ਇਨ ਦਾ ਪੂਰਾ ਨਾਮ ਲਿਖੋ। ਇਸ ਦਾ ਪੂਰਾ ਨਾਮ ਹੈ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ। ਚੌਥਾ ਸਾਡੇ ਕੋਲ ਪ੍ਰਸ਼ਨ ਹੈ, ITA 2000 ਦਾ ਪੂਰਾ ਰੂਪ ਲਿਖੋ। ਸੋ ITA ਦਾ ਪੂਰਾ ਰੂਪ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਪਾਇਰੇਸੀ ਕੀ ਹੁੰਦੀ ਹੈ? ਪਰਿਭਾਸ਼ਿਤ ਕਰੋ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸ ਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਿੰਦੇ ਹਨ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ, ਵੈਬ ਜੈਕਿੰਗ ਬਾਰੇ ਜਾਣਕਾਰੀ ਦਿਓ। ਸੋ ਵੈਬ ਜੈਕਿੰਗ ਹਾਈਜੈਕਿੰਗ ਦੀ ਤਰ੍ਹਾਂ ਹੀ ਇੱਕ ਅਨਅਧਿਕਾਰਿਤ ਕਾਰਵਾਈ ਹੈ, ਜਿਸ ਵਿੱਚ ਕਿਸੇ ਹੈਕਰ ਰਾਹੀਂ ਆਪਣੇ ਨਿੱਜੀ ਹਿੱਤਾਂ ਲਈ ਦੂਜਿਆਂ ਦੀ ਕਿਸੇ ਵੀ ਵੈਬਸਾਈਟ 'ਤੇ ਕਬਜ਼ਾ ਕਰਕੇ ਉਸ ਵਿੱਚ ਅਨਅਧਿਕਾਰਿਤ ਬਦਲਾਵ ਕਰਕੇ ਵੈਬਸਾਈਟ ਵਿੱਚ ਮੌਜੂਦ ਸੂਚਨਾ ਨੂੰ ਬਦਲ ਦਿੱਤਾ ਜਾਂਦਾ ਹੈ ਜਾਂ ਵੈਬਸਾਈਟ ਦਾ ਕੰਟਰੋਲ ਵਾਪਸ ਦੇਣ ਲਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਵੈਬ ਜੈਕਿੰਗ ਰਾਹੀਂ ਕਿਸੇ ਵੈਬਸਾਈਟ ਵਾਂਗ ਡੁਪਲੀਕੇਟ ਵੈਬਸਾਈਟ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਵੈਬਸਾਈਟ ਦਾ ਐਡਰੈਸ ਵੀ ਅਸਲੀ ਵੈਬਸਾਈਟ ਵਾਂਗ ਮਿਲਦਾ ਜੁਲਦਾ ਹੋ ਸਕਦਾ ਹੈ, ਜਿਵੇਂ ਕਿ HDFC.com ਦੀ ਜਗ੍ਹਾ HDFCS.com ਹੋ ਸਕਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਸਲਾਮੀ ਅਟੈਕ ਜਾਂ ਹਮਲੇ ਕੀ ਹੁੰਦੇ ਹਨ? ਸਲਾਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਲ ਹੈ। ਸਲਾਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਖਾਤਿਆਂ ਵਿੱਚੋਂ ਥੋੜੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਇਸ ਅਟੈਕ ਬਾਰੇ ਗਾਹਕ ਨੂੰ ਪਤਾ ਵੀ ਨਹੀਂ ਚੱਲਦਾ, ਕਿਉਂਕਿ ਅਜਿਹੇ ਆਨਲਾਈਨ ਹਮਲਿਆਂ ਵਿੱਚ ਉਹਨਾਂ ਗਾਹਕਾਂ ਦੇ ਖਾਤਿਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਬਹੁਤ ਜ਼ਿਆਦਾ ਰਾਸ਼ੀ ਹੁੰਦੀ ਹੈ ਅਤੇ ਪੈਸੇ ਦਾ ਲੈਣ ਦੇਣ ਵੀ ਵੱਧ ਹੁੰਦਾ ਹੈ। ਚੌਥਾ ਪ੍ਰਸ਼ਨ ਹੈ, ਐਂਟੀਵਾਇਰਸ ਸੌਫਟਵੇਅਰ ਬਾਰੇ ਸੰਖੇਪ ਜਾਣਕਾਰੀ ਦਿਓ। ਸੋ ਐਂਟੀਵਾਇਰਸ ਇੱਕ ਸੌਫਟਵੇਅਰ ਜਾਂ ਪ੍ਰੋਗਰਾਮ ਹੁੰਦਾ ਜਿਸ ਦੀ ਵਰਤੋਂ ਕੰਪਿਊਟਰ ਵਿੱਚ ਵਾਇਰਸ ਦਾ ਪਤਾ ਲਗਾਉਣ ਲਈ ਅਤੇ ਉਸ ਨੂੰ ਡਿਲੀਟ ਕਰਨ ਲਈ ਕੀਤੀ ਜਾਂਦੀ ਹੈ। ਐਂਟੀਵਾਇਰਸ ਵਾਇਰਸ ਨੂੰ ਮਿਟਾਉਣ ਤੋਂ ਇਲਾਵਾ ਵੋਮ, ਟਰੋਜਨ ਅਤੇ ਐਡਵੇਅਰ ਨੂੰ ਵੀ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਐਂਟੀਵਾਇਰਸ ਸੌਫਟਵੇਅਰ ਸਾਡੀਆਂ ਆਨਲਾਈਨ ਕਿਰਿਆਵਾਂ ਨੂੰ ਸਕੈਨ ਕਰਦਾ ਹੈ ਅਤੇ ਇਸ ਗੱਲ ਦਾ ਭਰੋਸਾ ਦਿੰਦਾ ਹੈ ਕਿ ਅਸੀਂ ਕੋਈ ਵੀ ਸੰਕਰਮਿਤ ਫਾਈਲ ਡਾਊਨਲੋਡ ਨਹੀਂ ਕਰ ਰਹੇ। ਸੋ ਕੁਝ ਮੁੱਖ ਐਂਟੀਵਾਇਰਸ ਸਾਡੇ ਕੋਲ AVG, ਅਵੀਰਾ, ਮੈਕੈਫੇ, ਅਵਾਸਟ, ਨੋਟਨ ਅਤੇ ਕੁਇਕਹੇਲ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਸਾਈਬਰ ਸਪੇਸ ਅਤੇ ਵਰਲਡ ਵਾਈਡ ਵੈਬ ਵਿੱਚ ਅੰਤਰ ਲਿਖੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ, ਜਦਕਿ ਇੰਟਰਨੈਟ ਦੀ ਦੁਨੀਆ ਵਿੱਚ ਵਰਲਡ ਵਾਈਡ ਵੈਬ ਉਹ ਸਥਾਨ ਜਾਂ ਸੂਚਨਾ ਪ੍ਰਣਾਲੀ ਹੈ ਜਿੱਥੇ ਇੰਟਰਨੈਟ ਨਾਲ ਜੁੜੇ ਸਾਰੇ ਵੈਬ ਸਰਵਰਾਂ ਦੇ ਵੈਬ ਐਡਰੈਸ ਅਤੇ ਵੱਖ-ਵੱਖ HTML ਵਿੱਚ ਬਣੇ ਦਸਤਾਵੇਜ਼ਾਂ ਦੇ ਲਿੰਕ ਸਟੋਰ ਹੁੰਦੇ ਹਨ। ਦੂਸਰਾ ਪੁਆਇੰਟ ਹੈ, ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ, ਜਦਕਿ ਵਰਲਡ ਵਾਈਡ ਵੈਬ ਰਾਹੀਂ ਹੀ ਇੱਕ ਇਲੈਕਟ੍ਰੋਨਿਕ ਵਾਤਾਵਰਨ ਸਿਰਜਿਆ ਜਾਂਦਾ ਹੈ ਜਿਸ ਨੂੰ ਸਾਈਬਰ ਸਪੇਸ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, IT ਐਕਟ 2000 ਦੇ ਕੋਈ 4 ਉਦੇਸ਼ ਲਿਖੋ। ਸੋ ਇਸ ਦਾ ਪਹਿਲਾ ਉਦੇਸ਼ ਹੈ ਇਲੈਕਟ੍ਰੋਨਿਕ ਸੂਚਨਾ ਦੇ ਡਾਟਾ ਸੰਚਾਰ ਨੂੰ ਮਾਨਤਾ ਦੇਣਾ। ਦੂਸਰਾ ਹੈ ਡਾਟਾ ਜਾਂ ਸੂਚਨਾ ਨੂੰ ਆਨਲਾਈਨ ਸਟੋਰ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ। ਤੀਸਰਾ ਹੈ ਕਿਸੇ ਦਸਤਾਵੇਜ਼ ਜਾਂ ਹੋਰ ਜਾਣਕਾਰੀ ਦੇ ਪ੍ਰਮਾਣੀਕਰਨ ਲਈ ਡਿਜੀਟਲ ਸਿਗਨੇਚਰ ਨੂੰ ਮਾਨਤਾ ਦੇਣਾ। ਚੌਥਾ ਹੈ ਸਾਈਬਰ ਅਪਰਾਧਾਂ ਦੀ ਰੋਕਥਾਮ ਲਈ ਕਾਨੂੰਨੀ ਢਾਂਚੇ ਦੀ ਵਿਵਸਥਾ ਕਰਨਾ। ਅਤੇ ਲਾਸਟ ਹੈ ਬੈਂਕਾਂ ਵਿੱਚ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਨੀਤੀ ਨੂੰ ਮਾਨਤਾ ਦੇਣਾ। ਸੋ ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਸਾਈਬਰ ਹਮਲੇ ਕੀ ਹੁੰਦੇ ਹਨ? 5 ਤਰ੍ਹਾਂ ਦੇ ਸਾਈਬਰ ਹਮਲਿਆਂ ਦਾ ਵਰਣਨ ਕਰੋ। ਸੋ ਇੰਟਰਨੈਟ ਦੀ ਵਰਤੋਂ ਨਾਲ ਜਿੱਥੇ ਹਰ ਖੇਤਰ ਦੇ ਕੰਮਕਾਜ ਵਿੱਚ ਤੇਜ਼ੀ ਆਈ ਹੈ, ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਕਾਰਨ ਕਈ ਤਰ੍ਹਾਂ ਦੇ ਤਕਨੀਕੀ ਖਤਰੇ ਪੈਦਾ ਹੋ ਗਏ ਹਨ, ਜਿਨ੍ਹਾਂ ਨੂੰ ਤਕਨੀਕੀ ਭਾਸ਼ਾ ਵਿੱਚ ਸਾਈਬਰ ਖਤਰੇ ਜਾਂ ਹਮਲੇ ਕਿਹਾ ਜਾਂਦਾ ਹੈ। ਸੋ ਸਾਡੇ ਕੋਲ ਸਾਈਬਰ ਹਮਲਿਆਂ ਦਾ ਜਿਹੜਾ ਪਹਿਲਾ ਸਾਡੇ ਕੋਲ ਕਿਸਮ ਹੈ ਉਹ ਹੈ ਸਟਾਕਿੰਗ। ਸਟਾਕਿੰਗ ਸ਼ਬਦ ਦਾ ਅਰਥ ਹੁੰਦਾ ਹੈ ਪਿੱਛਾ ਕਰਨਾ ਜਾਂ ਪਿੱਛੇ ਪੈ ਜਾਣਾ। ਸਾਈਬਰ ਖਤਰਿਆਂ ਜਾਂ ਹਮਲਿਆਂ ਦੀ ਲੜੀ ਵਿੱਚ ਜਦੋਂ ਕੋਈ ਵਿਅਕਤੀ ਇੰਟਰਨੈਟ ਆਧਾਰਿਤ ਐਪਲੀਕੇਸ਼ਨ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ
ਕਿਸੇ ਦੂਜੇ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਜਾ ਕੇ ਕੋਈ ਸੰਦੇਸ਼ ਜਾਂ ਹੋਰ ਕਿਸੇ ਕਿਸਮ ਦੀ ਅਣਉਚਿਤ ਸਮੱਗਰੀ ਭੇਜ ਕੇ ਪਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਸਟਾਕਿੰਗ ਕਿਹਾ ਜਾਂਦਾ ਹੈ। ਦੂਸਰਾ ਸਾਈਬਰ ਹਮਲੇ ਦੀ ਕਿਸਮ ਹੈ ਪਾਇਰੇਸੀ। ਸੋ ਜਦੋਂ ਕਿਸੇ ਵੱਲੋਂ ਬਣਾਇਆ ਗਿਆ ਸੌਫਟਵੇਅਰ, ਮੂਵੀ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਨੂੰ ਬਿਨਾਂ ਉਸਦੇ ਮਾਲਕ ਤੋਂ ਆਗਿਆ ਲਏ ਬਿਨਾਂ ਕਾਪੀ ਕਰਕੇ ਆਪਣੇ ਵਪਾਰਕ ਹਿੱਤਾਂ ਲਈ ਉਸਦੀ ਡੁਪਲੀਕੇਟ ਕਾਪੀ ਨੂੰ ਮਾਰਕੀਟ ਜਾਂ ਇੰਟਰਨੈਟ 'ਤੇ ਅਪਲੋਡ ਕਰਨਾ, ਇਸ ਤਰ੍ਹਾਂ ਦੇ ਅਪਰਾਧ ਨੂੰ ਪਾਇਰੇਸੀ ਕਹਾਉਂਦਾ ਹੈ। ਸੋ ਪਾਇਰੇਸੀ ਦੇ ਕਾਰਨ ਸੌਫਟਵੇਅਰ ਜਾਂ ਕੰਪਿਊਟਰ ਆਧਾਰਿਤ ਸਮੱਗਰੀ ਬਣਾਉਣ ਵਾਲੇ ਮਾਲਕ ਨੂੰ ਭਾਰੀ ਨੁਕਸਾਨ ਹੁੰਦਾ ਹੈ। ਤੀਸਰਾ ਹੈ ਹੈਕਿੰਗ। ਸੋ ਹੈਕਿੰਗ ਦਾ ਮਤਲਬ ਹੈ ਕੰਪਿਊਟਰ ਸਿਸਟਮ ਦੀ ਕਿਸੇ ਕਮਜ਼ੋਰੀ ਨੂੰ ਲੱਭਣਾ ਅਤੇ ਉਸ ਕਮਜ਼ੋਰੀ ਦਾ ਲਾਭ ਲੈ ਕੇ ਕੰਪਿਊਟਰ ਦੇ ਮਾਲਕ ਨੂੰ ਬਲੈਕਮੇਲ ਕਰਨਾ। ਸੋ ਹੈਕਿੰਗ ਇੱਕ ਵਿਅਕਤੀ ਵੱਲੋਂ ਕੰਪਿਊਟਰ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਹੈਕਰ ਜਾਂ ਅਣਅਧਿਕਾਰਿਤ ਵਿਅਕਤੀ ਕਿਹਾ ਜਾਂਦਾ ਹੈ ਅਤੇ ਉਸ ਨੂੰ ਕੰਪਿਊਟਰ ਬਾਰੇ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਹੈ ਅਤੇ ਉਹ ਕੰਪਿਊਟਰ ਵਿੱਚੋਂ ਜਾਣਕਾਰੀ ਚੋਰੀ ਕਰਨ ਵਿੱਚ ਮਾਹਰ ਹੁੰਦੇ ਹਨ। ਹੈਕਿੰਗ ਇੱਕ ਸਾਈਬਰ ਅਪਰਾਧ ਹੈ ਜਿਸ ਦੇ ਰਾਹੀਂ ਹੈਕਰ ਕਿਸੇ ਨਾ ਕਿਸੇ ਤਕਨੀਕ ਰਾਹੀਂ ਦੂਜੇ ਵਿਅਕਤੀ ਦੇ ਕੰਪਿਊਟਰ ਖਾਤੇ, ਵੈਬਸਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਆਈਡੀ ਨਾਲ ਛੇੜਛਾੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅੱਗੇ ਚੌਥਾ ਪੁਆਇੰਟ ਹੈ ਸਪੈਮਿੰਗ। ਸੋ ਕਿਸੇ ਵਿਅਕਤੀ ਨੂੰ ਇੱਕ ਹੀ ਵਿਸ਼ੇ ਨਾਲ ਸੰਬੰਧਿਤ ਬਾਰ-ਬਾਰ ਈਮੇਲ ਰਾਹੀਂ ਮੈਸੇਜ ਭੇਜਣਾ ਜਾਂ ਅਣਚਾਹੇ ਸੰਦੇਸ਼ ਜਾਂ ਵਿਗਿਆਪਨ ਭੇਜਣਾ ਸਪੈਮਿੰਗ ਅਖਵਾਉਂਦਾ ਹੈ। ਸੋ ਸਪੈਮਿੰਗ ਦਾ ਮੁੱਖ ਉਦੇਸ਼ ਯੂਜ਼ਰ ਦੇ ਕੰਪਿਊਟਰ ਦਾ ਡਾਟਾ ਚੋਰੀ ਕਰਨਾ ਹੁੰਦਾ ਹੈ, ਜਿਵੇਂ ਕਿ ਈਮੇਲ, ਫੇਸਬੁੱਕ ਅਤੇ ਵਟਸਐਪ ਉੱਪਰ ਸਭ ਤੋਂ ਜ਼ਿਆਦਾ ਸਪੈਮਿੰਗ ਹੁੰਦੀ ਹੈ। ਪੰਜਵਾਂ ਪੁਆਇੰਟ ਹੈ ਸਲੈਮੀ ਅਟੈਕ। ਸੋ ਸਲੈਮੀ ਅਟੈਕ ਖਤਰਨਾਕ ਆਨਲਾਈਨ ਹਮਲਿਆਂ ਵਿੱਚੋਂ ਇੱਕ ਹੈ ਅਤੇ ਇੱਕ ਅਜਿਹੀ ਕਾਰਵਾਈ ਹੈ ਜਿਸ ਦੀ ਪਛਾਣ ਕਰਨਾ ਮੁਸ਼ਕਿਲ ਹੈ। ਸਲੈਮੀ ਅਟੈਕ ਵਿੱਚ ਸਾਈਬਰ ਅਪਰਾਧੀ ਬਹੁਤ ਛੋਟੇ-ਛੋਟੇ ਹਮਲੇ ਕਰਨ ਤੋਂ ਬਾਅਦ ਇੱਕ ਵੱਡੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਅਤੇ ਗਾਹਕਾਂ ਦੀ ਜਾਣਕਾਰੀ ਜਿਵੇਂ ਬੈਂਕ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੀ ਡਿਟੇਲ ਦੀ ਵਰਤੋਂ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਥੋੜ੍ਹੇ-ਥੋੜ੍ਹੇ ਪੈਸੇ ਕੱਢ ਕੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਹਿੰਦਾ ਹੈ। ਅੱਗੇ ਸਾਡੇ ਕੋਲ ਦੂਜਾ ਵੱਡਾ ਪ੍ਰਸ਼ਨ ਹੈ ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਤਾਰ ਸਹਿਤ ਵਿਆਖਿਆ ਕਰੋ। ਸੋ ਸਾਈਬਰ ਹਮਲਿਆਂ ਦੇ ਜਿਹੜਾ ਪਹਿਲਾ ਕਾਰਨ ਹੈ ਇੰਟਰਨੈਟ ਤੱਕ ਆਸਾਨ ਪਹੁੰਚ। ਸੋ ਹਰੇਕ ਵਿਅਕਤੀ ਇੰਟਰਨੈਟ 'ਤੇ ਬਹੁਤ ਸਮਾਂ ਬਤੀਤ ਕਰ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਵੀ ਵੱਖ-ਵੱਖ ਤਰੀਕਿਆਂ ਰਾਹੀਂ ਇੰਟਰਨੈਟ ਸਾਂਝਾ ਕਰਦਾ ਹੈ, ਜਿਸ ਨਾਲ ਸਾਈਬਰ ਹਮਲਾਵਰਾਂ ਨੂੰ ਸਾਈਬਰ ਹਮਲੇ ਕਰਨ ਵਿੱਚ ਮੌਕਾ ਜਾਂ ਉਹਨਾਂ ਦਾ ਹੌਸਲਾ ਵੱਧਦਾ ਹੈ। ਦੂਸਰਾ ਹੈ ਤਕਨੀਕੀ ਜਾਣਕਾਰੀ ਦੀ ਘਾਟ। ਤਕਨੀਕੀ ਜਾਣਕਾਰੀ ਦੀ ਘਾਟ ਹੋਣ ਕਰਕੇ ਵਿਅਕਤੀ ਕਿਸੇ ਨਾ ਕਿਸੇ ਵੈਬਸਾਈਟ ਦੇ ਲਿੰਕ 'ਤੇ ਕਲਿੱਕ ਕਰਕੇ ਗੁਪਤ ਜਾਣਕਾਰੀ ਜਿਵੇਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਸੂਚਨਾ ਸਾਂਝੀ ਕਰਕੇ ਵੀ ਸਾਈਬਰ ਹਮਲੇ ਦਾ ਸ਼ਿਕਾਰ ਹੋ ਜਾਂਦਾ ਹੈ। ਤੀਸਰਾ ਇਸ ਦਾ ਪੁਆਇੰਟ ਹੈ ਸਿਕਿਉਰਿਟੀ ਅਤੇ ਪ੍ਰਾਈਵੇਸੀ ਦੀ ਸੁਚੱਜੀ ਵਰਤੋਂ ਨਾ ਕਰਨਾ। ਸੋ ਇੰਟਰਨੈਟ ਵਰਤੋਂਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਜਾਂ ਪ੍ਰਾਈਵੇਸੀ ਦੀ ਵਰਤੋਂ ਨਾ ਕਰਨ ਕਰਕੇ ਵੀ ਸਾਈਬਰ ਹਮਲਾਵਰ ਆਸਾਨੀ ਨਾਲ ਉਹਨਾਂ ਦੇ ਕੰਪਿਊਟਰ ਜਾਂ ਕਿਸੇ ਵੀ ਕਿਸਮ ਦੇ ਆਨਲਾਈਨ ਖਾਤਿਆਂ ਨੂੰ ਆਸਾਨੀ ਨਾਲ ਵਰਤ ਲੈਂਦੇ ਹਨ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚੌਥਾ ਹੈ ਅਪਰਾਧਿਕ ਬੁੱਧੀ ਜਾਂ ਬਦਲੇ ਦੀ ਭਾਵਨਾ। ਸੋ ਅਪਰਾਧਿਕ ਬਿਰਤੀ ਵਾਲੇ ਲੋਕ ਆਪਣੇ ਆਰਥਿਕ ਜਾਂ ਵਪਾਰਕ ਹਿੱਤਾਂ ਨੂੰ ਪੂਰਾ ਕਰਨ ਲਈ ਸਾਈਬਰ ਹਮਲੇ ਦਾ ਸਹਾਰਾ ਲੈ ਰਹੇ ਹਨ, ਕਿਉਂਕਿ ਅਜਿਹੇ ਹਮਲਿਆਂ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਾਨਸਿਕ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਪੰਜਵਾਂ ਹੈ IT ਅਪਰਾਧ ਅਤੇ ਕਾਨੂੰਨ ਦੀ ਅਗਿਆਨਤਾ। ਸੋ ਸਾਈਬਰ ਹਮਲਿਆਂ ਦੇ ਵਧਣ ਦਾ ਮੁੱਖ ਕਾਰਨ ਬਹੁਤੇ ਲੋਕਾਂ ਨੂੰ IT ਅਪਰਾਧ ਅਤੇ ਉਸ ਸੰਬੰਧੀ ਬਣੇ ਕਾਨੂੰਨਾਂ ਦਾ ਗਿਆਨ ਨਾ ਹੋਣਾ ਹੈ। ਇਸ ਅਗਿਆਨਤਾ ਕਰਕੇ ਵੀ ਕਈ ਲੋਕ ਸਾਈਬਰ ਅਪਰਾਧਾਂ ਦੀ ਦੁਨੀਆ ਵਿੱਚ ਸ਼ਾਮਲ ਹੋ ਰਹੇ ਹਨ। ਤੀਸਰਾ ਵੱਡਾ ਪ੍ਰਸ਼ਨ ਹੈ ਮਾਲਵੇਅਰ ਤੋਂ ਕੀ ਭਾਵ ਹੈ। ਮਾਲਵੇਅਰ ਦੀਆਂ 5 ਕਿਸਮਾਂ ਦੀ ਵਿਆਖਿਆ ਕਰੋ। ਸੋ ਮਾਲਵੇਅਰ ਸ਼ਬਦ 2 ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚ ਮਾਲ ਦਾ ਪੂਰਾ ਸ਼ਬਦ ਹੈ ਮੈਲੀਸ਼ੀਅਸ ਅਤੇ ਵੇਅਰ ਦਾ ਪੂਰਾ ਸ਼ਬਦ ਹੈ ਸੌਫਟਵੇਅਰ ਅਤੇ ਦੋਨਾਂ ਸ਼ਬਦਾਂ ਦੇ ਸੁਮੇਲ ਦਾ ਛੋਟਾ ਰੂਪ ਹੈ ਮਾਲਵੇਅਰ। ਸੋ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦੂਸ਼ਿਤ ਪ੍ਰੋਗਰਾਮਾਂ ਦੇ ਸਮੂਹ ਨੂੰ ਮਾਲਵੇਅਰ ਕਿਹਾ ਜਾਂਦਾ ਹੈ, ਕਿਉਂਕਿ ਕਿਸੇ ਨਾ ਕਿਸੇ ਰੂਪ ਵਿੱਚ ਕੰਪਿਊਟਰ ਆਧਾਰਿਤ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਲਈ ਅਪਰਾਧਕ ਵਿਅਕਤੀ ਦੇ ਲੋਕਾਂ ਵੱਲੋਂ ਬਣਾਏ ਜਾਂਦੇ ਹਨ ਅਤੇ ਕੰਪਿਊਟਰ ਆਧਾਰਿਤ ਪ੍ਰਣਾਲੀ ਵਿੱਚ ਦਾਖਲ ਹੋ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਜਾਂ ਖਰਾਬ ਕਰਦੇ ਹਨ। ਸੋ ਇਸ ਦੀ ਮਾਲਵੇਅਰ ਦੀ ਪਹਿਲੀ ਕਿਸਮ ਹੈ ਸਾਡੇ ਕੋਲ ਐਡਵੇਅਰ। ਐਡਵੇਅਰ ਉਹ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਐਡ ਆਨ ਦੇ ਰਾਹੀਂ ਕੰਪਿਊਟਰ ਵਿੱਚ ਦਾਖਲ ਹੋ ਕੇ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਐਡਵੇਅਰ ਉਸ ਸਮੇਂ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ ਜਦੋਂ ਕਿਸੇ ਯੂਜ਼ਰ ਵੱਲੋਂ ਇੰਟਰਨੈਟ ਸਰਫਿੰਗ ਸਮੇਂ ਕਿਸੇ ਅਣਚਾਹੀ ਨਜ਼ਰ ਆ ਰਹੀ ਐਡ ਆਨ ਜਾਂ ਮਸ਼ਹੂਰੀ 'ਤੇ ਕਲਿੱਕ ਕੀਤਾ ਜਾਂਦਾ ਹੈ। ਦੂਸਰਾ ਇਸ ਦਾ ਕਿਸਮ ਹੈ ਰੈਂਸਮਵੇਅਰ। ਰੈਂਸਮਵੇਅਰ ਤੋਂ ਭਾਵ ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਤੋਂ ਹੈ ਜੋ ਕਿ ਕੰਪਿਊਟਰ ਵਿੱਚ ਦਾਖਲ ਹੋ ਕੇ ਸਮੁੱਚੀ ਕੰਪਿਊਟਰ ਪ੍ਰਣਾਲੀ ਜਾਂ ਕਿਸੇ ਜ਼ਰੂਰੀ ਦਸਤਾਵੇਜ਼ ਨੂੰ ਲੌਕ ਕਰ ਦਿੰਦੇ ਹਨ ਅਤੇ ਉਸ ਤਰ੍ਹਾਂ ਦੇ ਸੌਫਟਵੇਅਰ ਨੂੰ ਕਿਸੇ ਦੇ ਕੰਪਿਊਟਰ ਵਿੱਚ ਪਹੁੰਚਾਉਣ ਵਾਲੇ ਅਪਰਾਧੀ ਵੱਲੋਂ ਕੰਪਿਊਟਰ ਨੂੰ ਅਨਲੌਕ ਕਰਨ ਦੇ ਬਦਲੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ
ਅਜਿਹੇ ਦੂਸ਼ਿਤ ਪ੍ਰੋਗਰਾਮ ਜਾਂ ਸੌਫਟਵੇਅਰ ਨੂੰ ਰੈਂਸਮਵੇਅਰ ਕਿਹਾ ਜਾਂਦਾ ਹੈ। ਅੱਗੇ ਦੀ ਤੀਸਰੀ ਕਿਸਮ ਹੈ ਕੰਪਿਊਟਰ ਵਾਰਮ। ਸੋ ਕੰਪਿਊਟਰ ਵਾਰਮ ਇੱਕ ਤਰ੍ਹਾਂ ਦੇ ਕੰਪਿਊਟਰ ਵਾਇਰਸ ਹੁੰਦੇ ਹਨ ਜੋ ਕਿ ਕੰਪਿਊਟਰ ਵਾਇਰਸ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੁੰਦੇ ਹਨ। ਕੰਪਿਊਟਰ ਵਾਰਮ ਕੰਪਿਊਟਰ ਦੀ ਪ੍ਰਣਾਲੀ ਨੂੰ ਹੌਲੀ ਹੌਲੀ ਅੰਦਰੋਂ ਅੰਦਰੀ ਘੁਣ ਵਾਂਗ ਦੂਸ਼ਿਤ ਕਰਦੇ ਹਨ ਅਤੇ ਇਹ ਅਸਲ ਫਾਈਲਾਂ ਨੂੰ ਛੁਪਾ ਕੇ ਵਾਇਰਸ ਦੀਆਂ ਫਾਈਲਾਂ ਨੂੰ ਉਸਦੀ ਥਾਂ 'ਤੇ ਵਿਖਾਉਂਦੇ ਹਨ ਅਤੇ ਇਹ ਆਪਣੇ ਆਪ ਨੂੰ ਦੁਹਰਾਉਂਦੇ ਰਹਿੰਦੇ ਹਨ। ਸੋ ਕੰਪਿਊਟਰ ਯੂਜ਼ਰ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਉਸਦੇ ਕੰਪਿਊਟਰ ਵਿੱਚ ਵਾਰਮ ਪ੍ਰੋਗਰਾਮ ਦਾਖਲ ਹੋ ਚੁੱਕਿਆ ਹੈ। ਜਦੋਂ ਤੱਕ ਇਸ ਬਾਰੇ ਪਤਾ ਚੱਲਦਾ ਹੈ ਉਦੋਂ ਤੱਕ ਕੰਪਿਊਟਰ ਖਰਾਬ ਹੋ ਚੁੱਕਿਆ ਹੁੰਦਾ ਹੈ। ਅੱਗੇ ਚੌਥਾ ਪੁਆਇੰਟ ਹੈ ਬਰਾਊਜ਼ਰ ਹੈਕਿੰਗ। ਸੋ ਬਰਾਊਜ਼ਰ ਹੈਕਿੰਗ ਜਾਂ ਹਾਈਜੈਕਿੰਗ ਸੌਫਟਵੇਅਰ ਉਹ ਮਾਲਵੇਅਰ ਹੁੰਦੇ ਹਨ ਜੋ ਕਿ ਕਿਸੇ ਵੀ ਯੂਜ਼ਰ ਦੇ ਵੈਬ ਬਰਾਊਜ਼ਰ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਸਦੇ ਯੂਜ਼ਰ ਦੀ ਮਰਜ਼ੀ ਤੋਂ ਬਿਨਾਂ ਬਰਾਊਜ਼ਰ ਦੀਆਂ ਸੈਟਿੰਗਾਂ ਨੂੰ ਬਦਲ ਦਿੰਦੇ ਹਨ ਅਤੇ ਉਸ ਬਰਾਊਜ਼ਰ 'ਤੇ ਅਣਚਾਹੀਆਂ ਵੈਬਸਾਈਟਾਂ ਵੀ ਆਪਣੇ ਆਪ ਖੋਲ੍ਹਣ ਲਾ ਦਿੰਦੇ ਹਨ। ਸੋ ਇਸ ਤਰ੍ਹਾਂ ਦੇ ਮਾਲਵੇਅਰ ਪ੍ਰੋਗਰਾਮਾਂ ਨੂੰ ਬਰਾਊਜ਼ਰ ਹੈਕਿੰਗ ਜਾਂ ਬਰਾਊਜ਼ਰ ਹਾਈਜੈਕਿੰਗ ਕਿਹਾ ਜਾਂਦਾ ਹੈ। ਪੰਜਵਾਂ ਸਾਡੇ ਕੋਲ ਹੈ ਸਟੀਲਵੇਅਰ। ਸਟੀਲਵੇਅਰ ਉਹ ਸੌਫਟਵੇਅਰ ਹੁੰਦੇ ਹਨ ਜੋ ਕਿ ਕਿਸੇ ਤਰ੍ਹਾਂ ਦੀ ਜ਼ਰੂਰੀ ਸੂਚਨਾ ਨੂੰ ਚੋਰੀ ਕਰਨ ਜਾਂ ਉਸਦੀ ਥਾਂ ਬਦਲਣ ਲਈ ਬਣਾਏ ਜਾਂਦੇ ਹਨ। ਸਟੀਲਵੇਅਰ ਆਮ ਤੌਰ 'ਤੇ ਬੈਂਕਿੰਗ ਖੇਤਰ ਵਿੱਚ ਪੈਸੇ ਦੇ ਲੈਣ ਦੇਣ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਕਿ ਕਿਸੇ ਰਾਸ਼ੀ ਨੂੰ ਭੇਜਿਆ ਤਾਂ ਕਿਸੇ ਜਾਣਕਾਰੀ ਵਿਅਕਤੀ ਦੇ ਖਾਤੇ ਵਿੱਚ ਜਾਂਦਾ ਹੈ, ਜਦਕਿ ਸਟੀਲਵੇਅਰ ਮਾਲਵੇਅਰ ਇਸ ਦੀ ਥਾਂ ਨੂੰ ਬਦਲ ਕੇ ਕਿਸੇ ਸਾਈਬਰ ਅਪਰਾਧੀ ਜਿਸਨੇ ਸੌਫਟਵੇਅਰ ਸਟੀਲਵੇਅਰ ਬਣਾਇਆ ਹੁੰਦਾ ਹੈ ਉਸ ਦੇ ਖਾਤੇ ਵਿੱਚ ਇਹ ਰਾਸ਼ੀ ਟ੍ਰਾਂਸਫਰ ਕਰ ਦਿੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਾਈਬਰ ਸਪੇਸ ਕੀ ਹੁੰਦੀ ਹੈ। 5 ਸਾਈਬਰ ਸੁਰੱਖਿਆ ਤਕਨੀਕਾਂ ਦਾ ਵਰਣਨ ਕਰੋ। ਸੋ ਸਾਈਬਰ ਸਪੇਸ ਇੰਟਰਨੈਟ ਦੀ ਦੁਨੀਆ ਵਿੱਚ ਇੱਕ ਭਾਵਨਾਤਮਕ ਵਾਤਾਵਰਨ ਹੈ ਜਿਸ ਵਿੱਚ ਸਾਰੇ ਇੰਟਰਨੈਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ। ਸਾਈਬਰ ਸਪੇਸ ਇੱਕ ਇਲੈਕਟ੍ਰੋਨਿਕ ਮਾਹੌਲ ਹੈ ਜਿੱਥੇ ਇੰਟਰਨੈਟ ਨਾਲ ਜੁੜੀਆਂ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ। ਸੋ ਅੱਗੇ ਹੁਣ ਅਸੀਂ ਸਾਈਬਰ ਸੁਰੱਖਿਆ ਤਕਨੀਕ ਦੀ ਪਹਿਲੀ ਕਿਸਮ ਬਾਰੇ ਜਾਣ ਲੈਂਦੇ ਜੋ ਸਾਡੇ ਕੋਲ ਪ੍ਰਮਾਣੀਕਰਨ। ਪ੍ਰਮਾਣੀਕਰਨ ਇੱਕ ਅਜਿਹੀ ਸੁਰੱਖਿਆ ਤਕਨੀਕ ਹੈ ਜਿਸ ਵਿੱਚ ਕੰਪਿਊਟਰ ਯੂਜ਼ਰ ਕੋਲ ਇਹ ਅਧਿਕਾਰ ਹੁੰਦੇ ਹਨ ਕਿ ਕਿਸ ਨੂੰ ਉਸਦੇ ਕੰਪਿਊਟਰ ਸਿਸਟਮ ਨੂੰ ਵਰਤਣ ਦੀ ਆਗਿਆ ਦਿੱਤੀ ਹੈ ਅਤੇ ਕਿਸ ਨੂੰ ਨਹੀਂ। ਪ੍ਰਮਾਣੀਕਰਨ ਸੁਰੱਖਿਆ ਤਕਨੀਕ ਰਾਹੀਂ ਸਿਰਫ ਉਹ ਵਿਅਕਤੀ ਹੀ ਇਸ ਕੰਪਿਊਟਰ ਨੂੰ ਵਰਤ ਸਕਦਾ ਹੈ ਜਿਸ ਨੂੰ ਇਸ ਕੰਪਿਊਟਰ ਸਿਸਟਮ ਦੇ ਮਾਲਕ ਵੱਲੋਂ ਪ੍ਰਮਾਣਿਕਤਾ ਦਿੱਤੀ ਗਈ ਹੋਵੇ। ਦੂਸਰਾ ਪੁਆਇੰਟ ਹੈ ਸਟਰੋਂਗ ਪਾਸਵਰਡ। ਕੰਪਿਊਟਰ ਸਿਸਟਮ ਪ੍ਰਣਾਲੀ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਤੋਂ ਬਚਣ ਦਾ ਆਸਾਨ ਅਤੇ ਸੌਖਾ ਤਰੀਕਾ ਆਪਣੀ ਹਰ ਤਰ੍ਹਾਂ ਦੀ ਆਈਡੀ ਅਤੇ ਖਾਤੇ ਲਈ ਸਟਰੋਂਗ ਪਾਸਵਰਡ ਦੀ ਵਰਤੋਂ ਕੀਤੀ ਜਾਵੇ। ਪਾਸਵਰਡ ਜਿੰਨਾ ਗੁੰਝਲਦਾਰ ਅਤੇ ਸਖਤ ਹੋਵੇਗਾ, ਹੈਕਰ ਲਈ ਇਸ ਪਾਸਵਰਡ ਨੂੰ ਬੁੱਝਣਾ ਜਾਂ ਚੋਰੀ ਕਰਨਾ ਉਨਾ ਹੀ ਔਖਾ ਹੋਵੇਗਾ। ਸੋ ਕਿਸੇ ਵੀ ਤਰ੍ਹਾਂ ਦੀ ਆਈਡੀ ਦੇ ਖਾਤੇ ਦਾ ਪਾਸਵਰਡ ਅੱਖਰ, ਨੰਬਰ ਜਾਂ ਵਿਸ਼ੇਸ਼ ਚਿੰਨ੍ਹ ਦੇ ਸੁਮੇਲ ਨਾਲ ਚੁਣ ਕੇ ਰੱਖਣਾ ਚਾਹੀਦਾ ਹੈ। ਤੀਸਰਾ ਹੈ ਸਾਡੇ ਕੋਲ ਇਨਕ੍ਰਿਪਸ਼ਨ। ਇਨਕ੍ਰਿਪਸ਼ਨ ਇੱਕ ਅਜਿਹੀ ਤਕਨੀਕ ਹੈ ਜਿਸ ਨੂੰ ਕਿਸੇ ਯੂਜ਼ਰ ਦੇ ਖਾਤੇ ਦੇ ਪਾਸਵਰਡ ਜਾਂ ਡਾਟੇ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਕਿ ਜਦੋਂ ਵੀ ਇਹ ਪਾਸਵਰਡ ਜਾਂ ਡਾਟਾ ਕਿਸੇ ਵੀ ਵੈਬਸਾਈਟ ਵਿੱਚ ਭਰਿਆ ਜਾਵੇ ਤਾਂ ਇਨਕ੍ਰਿਪਸ਼ਨ ਤਕਨੀਕ ਇਸ ਨੂੰ ਵਿਸ਼ੇਸ਼ ਚਿੰਨ੍ਹਾਂ ਵਿੱਚ ਬਦਲ ਦੇਵੇ ਅਤੇ ਇਸ ਨੂੰ ਕਿਸੇ ਲਈ ਸਮਝਣਾ ਔਖਾ ਹੋਵੇ। ਸੋ ਇਨਕ੍ਰਿਪਸ਼ਨ ਤਕਨੀਕ ਦੀ ਵਰਤੋਂ ਈਮੇਲ ਆਈਡੀ, ਪਾਸਵਰਡ ਜਾਂ ਆਨਲਾਈਨ ਬੈਂਕਿੰਗ ਦੇ ਪਾਸਵਰਡ 'ਤੇ ਲਾਗੂ ਕੀਤੀ ਜਾਂਦੀ ਹੈ। ਚੌਥਾ ਪੁਆਇੰਟ ਹੈ ਫਾਇਰਵਾਲ। ਫਾਇਰਵਾਲ ਕੰਪਿਊਟਰ ਸਿਸਟਮ ਵਿੱਚ ਵਰਤੀ ਜਾਣ ਵਾਲੀ ਇੱਕ ਸੁਰੱਖਿਆ ਤਕਨੀਕ ਹੈ ਜੋ ਕਿ ਹਰੇਕ ਕੰਪਿਊਟਰ ਵਿੱਚ ਕੰਪਿਊਟਰ ਨੈਟਵਰਕ ਨੂੰ ਮਾਲਵੇਅਰ, ਸਾਈਬਰ ਅਪਰਾਧੀ ਦੇ ਹਮਲੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਸੋ ਜਦੋਂ ਵੀ ਅਸੀਂ ਇੰਟਰਨੈਟ ਨਾਲ ਜੁੜਦੇ ਹਾਂ ਤਾਂ ਜੋ ਟ੍ਰੈਫਿਕ ਜਾਂ ਮਾਲਵੇਅਰ ਸਾਡੇ ਕੰਪਿਊਟਰ ਵੱਲ ਨੂੰ ਆਉਂਦੇ ਹਨ ਤਾਂ ਫਾਇਰਵਾਲ ਉਸ ਨੂੰ ਸਾਡੇ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਸੋ ਕੰਪਿਊਟਰ ਸਿਸਟਮ ਲਈ ਹਾਰਡਵੇਅਰ ਅਤੇ ਸੌਫਟਵੇਅਰ ਫਾਇਰਵਾਲ ਦੀ ਵਰਤੋਂ ਇਸ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ। ਪੰਜਵਾਂ ਸਾਡੇ ਕੋਲ ਕਿਸਮ ਹੈ ਡਿਜੀਟਲ ਸਿਗਨੇਚਰ। ਸੋ ਡਿਜੀਟਲ ਸਿਗਨੇਚਰ ਇੱਕ ਡਿਜੀਟਲ ਕੋਡ ਹੈ ਜੋ ਕਿ ਇਲੈਕਟ੍ਰੋਨਿਕਲੀ ਟ੍ਰਾਂਸਫਰ ਹੋਣ ਵਾਲੇ ਦਸਤਾਵੇਜ਼ ਦੇ ਨਾਲ ਜੁੜਿਆ ਹੁੰਦਾ ਹੈ ਜਿਸ ਦੇ ਨਾਲ ਭੇਜਣ ਵਾਲੇ ਦੀ ਪਛਾਣ ਹੁੰਦੀ ਹੈ। ਸੋ ਡਿਜੀਟਲ ਸਿਗਨੇਚਰ ਕ੍ਰਿਪਟੋਗ੍ਰਾਫੀ ਡਿਜੀਟਲ ਸਿਗਨਲ ਕ੍ਰਿਪਟੋਗ੍ਰਾਫੀ ਜੋ ਕਿ ਅਪਲਾਈਡ ਮੈਥਮੈਟਿਕਸ ਦੀ ਇੱਕ ਬ੍ਰਾਂਚ ਹੈ ਦੇ ਜ਼ਰੀਏ ਬਣਾਏ ਅਤੇ ਮਿਲਾਨ ਕੀਤੇ ਜਾਂਦੇ ਹਨ। ਡਿਜੀਟਲ ਸਿਗਨੇਚਰ ਲਈ 2 ਕੀਜ਼ ਵਰਤੀਆਂ ਜਾਂਦੀਆਂ ਹਨ, ਇੱਕ ਡਿਜੀਟਲ ਸਿਗਨੇਚਰ ਬਣਾਉਣ ਲਈ ਅਤੇ ਦੂਜੀ ਇਸ ਦਾ ਮਿਲਾਨ ਕਰਨ ਲਈ। ਸੋ ਡਿਜੀਟਲ ਸਿਗਨੇਚਰ ਹੱਥ ਰਾਹੀਂ ਕੀਤੇ ਗਏ ਸਿਗਨੇਚਰ ਵਾਂਗ ਹੁੰਦੇ ਹਨ ਪਰ ਹੱਥ ਰਾਹੀਂ ਕੀਤੇ ਸਿਗਨੇਚਰ ਜ਼ਿਆਦਾ ਭਰੋਸੇਮੰਦ ਅਤੇ ਸੁਰੱਖਿਅਤ ਨਹੀਂ ਹੁੰਦੇ ਜਦਕਿ ਡਿਜੀਟਲ ਸਿਗਨੇਚਰ ਭਰੋਸੇਯੋਗ ਅਤੇ ਸੁਰੱਖਿਅਤ ਹੁੰਦੇ ਹਨ। ਅੱਗੇ ਸਾਡੇ ਕੋਲ ਪੰਜਵਾਂ ਵੱਡਾ ਪ੍ਰਸ਼ਨ ਹੈ IT ਐਕਟ 2000 ਕੀ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਤਾਂ ਭਾਰਤ ਵਿੱਚ ਸਾਈਬਰ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਚਨਾ ਤਕਨੋਲੋਜੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਅੰਦਰ ਲਿਆਉਣ ਅਤੇ ਇਸ ਦੀ ਵਰਤੋਂ ਨੂੰ ਤਰਕਸੰਗਤ ਬਣਾਉਣ ਲਈ ਭਾਰਤ ਦੀ ਕੇਂਦਰ ਸਰਕਾਰ ਨੇ IT ਐਕਟ 2000 ਪਾਸ ਕੀਤਾ ਅਤੇ ਇਸ ਨੂੰ ITA 2000 ਵੀ ਕਿਹਾ ਜਾਂਦਾ ਹੈ। ਇਹ ਐਕਟ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ
ਅਕਤੂਬਰ 2008 ਵਿੱਚ ਇਸ ਐਕਟ ਵਿੱਚ ਸ਼ੋਧ ਕਰਕੇ ਭਾਰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮੁੱਚਾ ਕੰਟਰੋਲ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਦੇ ਦਿੱਤਾ ਗਿਆ ਅਤੇ ਇਸ ਐਕਟ ਵਿੱਚ ਕੁਝ ਨਵੀਆਂ ਤਜਵੀਜ਼ਾਂ ਨੂੰ ਸ਼ਾਮਲ ਕਰ ਦਿੱਤਾ ਗਿਆ। ਸੋ IT ਐਕਟ ਦੀਆਂ ਜਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹੈ, ਜਿਸ ਵਿੱਚ ਪਹਿਲੀ ਇਸ ਐਕਟ ਵਿੱਚ ਡਿਜੀਟਲ ਸਿਗਨੇਚਰ ਨੂੰ ਮਾਨਤਾ ਦਿੱਤੀ ਗਈ ਹੈ। ਦੂਸਰਾ ਪੁਆਇੰਟ ਹੈ, ਇਸ ਵਿੱਚ ਸੁਰੱਖਿਅਤ ਇਲੈਕਟ੍ਰੋਨਿਕ ਮਾਧਿਅਮਾਂ ਰਾਹੀਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੀ ਵਿੱਤੀ ਲੈਣ ਦੇਣ ਨੂੰ ਪੂਰਨ ਪ੍ਰਵਾਨਗੀ ਅਤੇ ਮਾਨਤਾ ਦਿੱਤੀ ਗਈ ਹੈ। ਇਹ IT ਐਕਟ ਪੂਰਨ ਤੌਰ ਤੇ ਸਾਈਬਰ ਕ੍ਰਾਈਮ ਅਤੇ ਇਲੈਕਟ੍ਰੋਨਿਕ ਕਮਰਸ ਨਾਲ ਸੰਬੰਧਿਤ ਹੈ। ਇਸ ਐਕਟ ਵਿੱਚ ਇੱਕ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜੋ ਸਾਈਬਰ ਸੰਬੰਧੀ ਅਪੀਲਾਂ ਤੇ ਕਾਰਵਾਈ ਕਰਦਾ ਹੈ। ਇਸ ਐਕਟ ਵਿੱਚ ਸਰਕਾਰੀ ਦਫ਼ਤਰਾਂ ਅਤੇ ਏਜੰਸੀਆਂ ਦੇ ਫਾਰਮ ਆਨਲਾਈਨ ਭਰਨ ਅਤੇ ਸਬਮਿਟ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਇਸ ਐਕਟ ਅਨੁਸਾਰ ਸਾਈਬਰ ਅਪੀਲ ਰੈਗੂਲੇਸ਼ਨ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਸੁਣਵਾਈ ਸਿਰਫ ਸਰਵਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿੱਚ ਹੀ ਹੋ ਸਕਦੀ ਹੈ। ਹੁਣ ਅਸੀਂ ਪਾਰਟ ਨੰਬਰ 4 ਕੰਪਿਊਟਰ ਸਿਸਟਮ ਮੇਨਟੇਨੈਂਸ ਪਾਰਟ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁ ਪਸੰਦੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਸ਼ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਸੌਫਟਵੇਅਰ ਮੇਨਟੇਨੈਂਸ, ਹਾਰਡਵੇਅਰ ਮੇਨਟੇਨੈਂਸ, ਕਰੈਕਟਿਵ ਮੇਨਟੇਨੈਂਸ ਜਾਂ ਪ੍ਰੀਵੈਂਟਿਵ ਮੇਨਟੇਨੈਂਸ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸੌਫਟਵੇਅਰ ਮੇਨਟੇਨੈਂਸ ਇੱਕ ਪ੍ਰਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਕੰਪਿਊਟਿੰਗ ਵਿੱਚ ਡੈਸ਼ ਇੱਕ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਰਿਆ ਹੈ ਜਿਸ ਦੇ ਸਾਡੇ ਕੋਲ ਆਪਸ਼ਨ ਹੈ ਸੇਫ ਮੋਡ, ਬੂਟਿੰਗ, ਸਟਾਰਟਿੰਗ ਜਾਂ ਲੌਗਇਨ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਪਿਊਟਿੰਗ ਵਿੱਚ ਬੂਟਿੰਗ ਇੱਕ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਰਿਆ ਹੈ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਈਥਰਨੈਟ, PS2 ਪੋਰਟ, ਤੀਸਰਾ ਹੈ VGA ਤੇ ਲਾਸਟ ਵਿੱਚ ਸਾਡੇ ਕੋਲ ਹੈ ਪ੍ਰਿੰਟਰ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਇਹਨਾਂ ਵਿੱਚੋਂ ਪ੍ਰਿੰਟਰ ਕੰਪਿਊਟਰ ਪੋਰਟ ਦੀ ਕਿਸਮ ਨਹੀਂ ਹੈ। ਅੱਗੇ ਚੌਥਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਸਿਕਿਉਰਿਟੀ ਉਪਕਰਨ ਵਿੰਡੋ ਦੇ ਨਵੀਨਤਮ ਵਰਜ਼ਨ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਐਂਟੀਵਾਇਰਸ, ਮਾਲਵੇਅਰ, ਵਿੰਡੋ ਡਿਫੈਂਡਰ ਜਾਂ ਡੀਫ੍ਰੈਗਮੈਂਟਰ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਵਿੰਡੋ ਡਿਫੈਂਡਰ ਸਿਕਿਉਰਿਟੀ ਉਪਕਰਨ ਵਿੰਡੋ ਦੇ ਨਵੀਨਤਮ ਵਰਜ਼ਨ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਪੰਜਵਾਂ ਸਾਡੇ ਕੋਲ ਹੈ ਡੈਸ਼ ਇੱਕ ਮਾਲਵੇਅਰ। ਸੋ ਪੰਜਵਾਂ ਪ੍ਰਸ਼ਨ ਹੈ ਡੈਸ਼ ਇੱਕ ਸੌਫਟਵੇਅਰ ਹੈ ਜੋ ਆਖਰੀ ਉਪਭੋਗਤਾ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਨੇ ਵਿੰਡੋ ਡਿਫੈਂਡਰ, ਫਾਈਲ ਕੰਪਰੈਸ਼ਨ ਯੂਟਿਲਿਟੀ, ਆਪਰੇਟਿੰਗ ਸਿਸਟਮ ਤੇ ਲਾਸਟ ਵਿੱਚ ਸਾਡੇ ਕੋਲ ਸਿਕਿਉਰਿਟੀ ਟੂਲ। ਸਾਡੇ ਕੋਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਰੇਟਿੰਗ ਸਿਸਟਮ ਇੱਕ ਸੌਫਟਵੇਅਰ ਹੈ ਜੋ ਆਖਰੀ ਉਪਭੋਗਤਾ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਜਾਂ ਗੱਲਬਾਤ ਵਜੋਂ ਕੰਮ ਕਰਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ, ਇਸ ਵਿੱਚ ਪਹਿਲੀ ਖਾਲੀ ਥਾਂ ਹੈ ਡੈਸ਼ ਨਿਯਮਿਤ ਆਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰਕਿਰਿਆ ਹੈ ਕਿ ਇਹ ਵਧੀਆ ਚੱਲ ਰਹੇ ਕ੍ਰਮ ਵਿੱਚ ਹੈ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਪ੍ਰੀਵੈਂਟਿਵ ਮੇਨਟੇਨੈਂਸ ਨਿਯਮਿਤ ਆਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰਕਿਰਿਆ ਹੈ ਕਿ ਇਹ ਵਧੀਆ ਚੱਲ ਰਹੇ ਕ੍ਰਮ ਵਿੱਚ ਹੈ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਇੱਕ ਸੌਫਟਵੇਅਰ ਹੁੰਦਾ ਹੈ ਜੋ ਕਿ ਇੱਕ ਉਪਕਰਨ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ। ਇਹਦਾ ਸਹੀ ਉੱਤਰ ਹੈ ਡਰਾਈਵਰ ਇੱਕ ਸੌਫਟਵੇਅਰ ਹੁੰਦਾ ਹੈ ਜੋ ਕਿ ਇੱਕ ਉਪਕਰਨ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ। ਤੀਸਰਾ ਪ੍ਰਸ਼ਨ ਹੈ ਡੈਸ਼ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ ਜਿਸ ਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਨ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਤਾਂ ਇਸ ਦਾ ਸਹੀ ਉੱਤਰ ਹੈ ਪੋਰਟ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ ਜਿਸ ਦੀ ਵਰਤੋਂ ਨਾਲ ਇੱਕ ਬਾਹਰੀ ਉਪਕਰਨ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਚੌਥੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਟਾਈਪ ਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ ਜਿਵੇਂ ਕਿ ਆਕਾਰ, ਪਿਚ ਅਤੇ ਸਪੇਸਿੰਗ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਫੌਂਟ ਟਾਈਪ ਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ ਜਿਵੇਂ ਕਿ ਆਕਾਰ, ਪਿਚ ਅਤੇ ਸਪੇਸਿੰਗ।
ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ, ਡੈਸ਼ ਦੀ ਵਰਤੋਂ ਕਰਦਿਆਂ ਅਸੀਂ ਆਪਣੇ ਵਿੰਡੋ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੀਆਂ ਚੀਜ਼ਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋ ਆਪਰੇਟਿੰਗ ਸਿਸਟਮ ਚੱਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਵੀ ਦਿੰਦਾ ਹੈ। ਇਸ ਦਾ ਸਹੀ ਉੱਤਰ ਹੈ, ਲੌਗ ਆਫ ਦੀ ਵਰਤੋਂ ਕਰਦਿਆਂ ਅਸੀਂ ਆਪਣੇ ਵਿੰਡੋ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੀਆਂ ਚੀਜ਼ਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋ ਆਪਰੇਟਿੰਗ ਸਿਸਟਮ ਚੱਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ। ਅੱਗੇ ਸਾਡੇ ਕੋਲ ਹੈ ਹੇਠ ਲਿਖਿਆ ਦਾ ਪੂਰਾ ਨਾਮ ਲਿਖੋ। PNP ਦਾ ਪੂਰਾ ਨਾਮ ਹੈ ਪਲੱਗ ਐਂਡ ਪਲੇ। USB ਦਾ ਪੂਰਾ ਨਾਮ ਹੈ यूनिवर्सल सीरियल बस। तीसरा है VGA का पूरा नाम है वीडियो ग्राफिक्स अडेप्टर। चौथा है UAC का पूरा नाम है यूजर अकाउंट कंट्रोल। पंजवा है OS का पूरा नाम है ऑपरेटिंग सिस्टम। छेवां है NAP का पूरा नाम है नेटवर्क एक्सेस प्रोटेक्शन। सो हुण असीं पढ़ांगे छोटे उत्तर वाले प्रश्न, जिस विच साडे कोल पहला प्रश्न है, प्रिवेंटिव मेंटेनेंस की है। प्रिवेंटिव मेंटेनेंस नियमित आधार ते हार्डवेयर की जांच करके ये सुनिश्चित करते हैं कि कंप्यूटर सिस्टम्स ठीक ढंग नाल काम कर रहा है या नहीं। जेकर असी अपने कंप्यूटर सिस्टम की चंगे ढंग नाल देखभाल करते रहिए तो ये क्रैश भी नहीं होगा और इस विच पिया डाटा गुम भी नहीं होगा। सो कंप्यूटर नूं साफ और अनुकूल वातावरण विच साल विच एक बार ही सफाई करने की जरूरत पैंदी है, जबकि धूल भरे दफ्तरां या दुकानां वर्गे वातावरण विच सिस्टम नूं हरेक महीने सफाई की जरूरत पैंदी है। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਪਲੱਗ ਅਤੇ ਪਲੇ ਡਿਵਾਈਸ ਤੋਂ ਤੁਹਾਡਾ ਕੀ ਭਾਵ ਹੈ। ਸੋ ਪਲੱਗ ਅਤੇ ਪਲੇ ਨੂੰ ਕਈ ਵਾਰ ਸੰਖੇਪ ਰੂਪ ਵਿੱਚ PNP ਯਾਨੀ ਕਿ ਪਲੱਗ ਐਂਡ ਪਲੇ ਵੀ ਕਿਹਾ ਜਾਂਦਾ ਹੈ। ਪਲੱਗ ਅਤੇ ਪਲੇ ਸ਼ਬਦ ਇਹ ਪਰਿਭਾਸ਼ਿਤ ਕਰਦਾ ਹੈ ਕਿ ਜਦੋਂ ਕੋਈ ਉਪਕਰਨ ਕੰਪਿਊਟਰ ਸਿਸਟਮ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਜੁੜਦੇ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਪਲੱਗ ਅਤੇ ਪਲੇ ਹਾਰਡਵੇਅਰ ਇੰਸਟਾਲੇਸ਼ਨ ਮੈਨੂਅਲ ਡਰਾਈਵਰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਸੋ ਉਦਾਹਰਨ ਲਈ USB ਕੀਬੋਰਡ, ਮਾਊਸ ਅਤੇ ਪ੍ਰਿੰਟਰ ਇਸ ਦੀਆਂ ਮੁੱਖ ਉਦਾਹਰਨਾਂ ਹਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, PC ਸਿਕਿਉਰਿਟੀ ਟੂਲ ਬਾਰੇ ਲਿਖੋ। ਸੋ ਕੰਪਿਊਟਰ ਵਿੱਚ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕੰਪਿਊਟਰ ਦੀ ਸਿਕਿਉਰਿਟੀ ਮਹੱਤਵਪੂਰਨ ਰੋਲ ਨਿਭਾਉਂਦੀ ਹੈ। ਸਿਕਿਉਰਿਟੀ ਵੱਖ-ਵੱਖ ਕਿਸਮਾਂ ਦੇ ਵਾਇਰਸਾਂ ਅਤੇ ਮਾਲਵੇਅਰ ਨੂੰ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ। ਕੰਪਿਊਟਰ ਦੀ ਸਿਕਿਉਰਿਟੀ ਲਈ ਅਸੀਂ ਕੰਪਿਊਟਰ ਵਿੱਚ ਵੱਖ-ਵੱਖ ਕਿਸਮਾਂ ਦੇ ਟੂਲ, ਸੌਫਟਵੇਅਰ ਦੀ ਵਰਤੋਂ ਕਰਦੇ ਹਾਂ। ਇਹਨਾਂ ਟੂਲ ਜਾਂ ਸੌਫਟਵੇਅਰ ਨੂੰ PC ਸਿਕਿਉਰਿਟੀ ਟੂਲ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਐਂਟੀਵਾਇਰਸ, ਮਾਲਵੇਅਰ ਆਦਿ। ਚੌਥਾ ਪ੍ਰਸ਼ਨ ਹੈ, ਵਿੰਡੋ ਆਪਰੇਟਿੰਗ ਸਿਸਟਮ ਬਾਰੇ ਤੁਸੀਂ ਕੀ ਜਾਣਦੇ ਹੋ। ਸੋ ਆਪਰੇਟਿੰਗ ਸਿਸਟਮ ਇੱਕ ਸੌਫਟਵੇਅਰ ਹੁੰਦਾ ਹੈ ਜੋ ਕਿ ਇੱਕ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਮੁਹੱਈਆ ਕਰਵਾਉਂਦਾ ਹੈ। ਆਪਰੇਟਿੰਗ ਸਿਸਟਮ ਕੰਪਿਊਟਰ ਵਿੱਚ ਹੋਣਾ ਲਾਜ਼ਮੀ ਹੁੰਦਾ ਹੈ ਕਿਉਂਕਿ ਇਸ ਤੋਂ ਬਿਨਾਂ ਸਾਡੇ ਕੰਪਿਊਟਰ ਵਿੱਚ ਕੋਈ ਵੀ ਪ੍ਰੋਗਰਾਮ ਜਾਂ ਸੌਫਟਵੇਅਰ ਕੰਮ ਨਹੀਂ ਕਰਦਾ। ਆਪਰੇਟਿੰਗ ਸਿਸਟਮ ਐਪਲੀਕੇਸ਼ਨਾਂ ਨੂੰ ਇੱਕ ਮਾਹੌਲ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ ਪ੍ਰੋਗਰਾਮ ਰਨ ਹੋਣ ਤੋਂ ਬਾਅਦ ਆਪਣਾ ਕਾਰਜ ਕਰਦੇ ਹਨ। ਆਪਰੇਟਿੰਗ ਸਿਸਟਮ ਯੂਜ਼ਰ ਨੂੰ ਮਸ਼ੀਨੀ ਭਾਸ਼ਾ ਸਿੱਖੇ ਬਿਨਾਂ ਕੰਪਿਊਟਰ ਹਾਰਡਵੇਅਰ ਨਾਲ ਸੰਚਾਰ ਕਰਨ ਵਿੱਚ ਮਦਦ ਕਰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਵਿੰਡੋ ਆਪਰੇਟਿੰਗ ਸਿਸਟਮ ਵਿੱਚ ਕੰਟਰੋਲ ਪੈਨਲ ਕੀ ਹੁੰਦਾ ਹੈ। ਸੋ ਕੰਟਰੋਲ ਪੈਨਲ ਵਿੰਡੋ ਆਪਰੇਟਿੰਗ ਸਿਸਟਮ ਦੀ ਇੱਕ ਵਿਸ਼ੇਸ਼ਤਾ ਹੈ ਜੋ ਕਿ ਯੂਜ਼ਰ ਨੂੰ ਸਿਸਟਮ ਸੈਟਿੰਗਾਂ ਅਤੇ ਕੰਟਰੋਲ ਨੂੰ ਸੁਧਾਰਨ ਦੀ ਆਗਿਆ ਦਿੰਦਾ ਹੈ। ਇਸ ਵਿੱਚ ਕਈ ਛੋਟੇ-ਛੋਟੇ ਪ੍ਰੋਗਰਾਮ ਹੁੰਦੇ ਹਨ ਜੋ ਹਾਰਡਵੇਅਰ ਅਤੇ ਸੌਫਟਵੇਅਰ ਸੈਟਿੰਗਾਂ ਨੂੰ ਵੇਖਣ ਅਤੇ ਬਦਲਣ ਲਈ ਵਰਤੇ ਜਾ ਸਕਦੇ ਹਨ। ਹਾਰਡਵੇਅਰ ਕੰਟਰੋਲ ਪੈਨਲ ਵਿੱਚ ਡਿਸਪਲੇ, ਕੀਬੋਰਡ ਅਤੇ ਮਾਊਸ ਸੈਟਿੰਗਾਂ ਅਤੇ ਸੌਫਟਵੇਅਰ ਕੰਟਰੋਲ ਪੈਨਲ ਵਿੱਚ ਮਿਤੀ ਅਤੇ ਸਮਾਂ, ਪਾਵਰ ਵਿਕਲਪ, ਫੌਂਟ ਅਤੇ ਪ੍ਰਬੰਧਕੀ ਟੂਲ ਸ਼ਾਮਲ ਹੁੰਦੇ ਹਨ। ਸੋ ਅੱਗੇ ਅਸੀਂ ਹੁਣ ਵੱਡੇ ਉੱਤਰ ਵਾਲੇ ਪ੍ਰਸ਼ਨ ਪੜ੍ਹਾਂਗੇ, ਜਿਹਦੇ ਵਿੱਚ ਪਹਿਲਾ ਪ੍ਰਸ਼ਨ ਹੈ, ਸੌਫਟਵੇਅਰ ਅਪਡੇਟ ਅਤੇ ਅਪਗ੍ਰੇਡ ਵਿੱਚ ਕਾਰ ਅੰਤਰ ਲਿਖੋ। ਸਭ ਤੋਂ ਪਹਿਲਾਂ ਅਸੀਂ ਸੌਫਟਵੇਅਰ ਅਪਡੇਟ ਬਾਰੇ ਪੜ੍ਹ ਲੈਂਦੇ ਹਾਂ। ਸੌਫਟਵੇਅਰ ਅਪਡੇਟ ਇੱਕ ਪੈਚ ਹੁੰਦਾ ਹੈ ਜੋ ਕਿ ਕਿਸੇ ਸੌਫਟਵੇਅਰ ਦੇ ਜਾਰੀ ਹੋਣ ਤੋਂ ਬਾਅਦ ਇਸ ਵਿੱਚ ਪ੍ਰਾਪਤ ਹੋਈਆਂ ਸਮੱਸਿਆਵਾਂ ਜਾਂ ਗਲਤੀਆਂ ਦੇ ਹੱਲ ਲੱਭਣ ਤੋਂ ਬਾਅਦ ਉਪਲਬਧ ਹੁੰਦਾ ਹੈ। ਜਦੋਂ ਅਸੀਂ ਕਿਸੇ ਐਪ ਜਾਂ ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਦੇ ਹਾਂ ਤਾਂ ਇਹ ਅਪਡੇਟ ਐਪ ਜਾਂ ਆਪਰੇਟਿੰਗ ਸਿਸਟਮ ਵਿੱਚ ਪਾਈ ਗਈਆਂ ਗਲਤੀਆਂ ਨੂੰ ਦੁਰਸਤ ਕਰ ਦਿੰਦਾ ਹੈ। ਇੱਕ ਅਪਡੇਟ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਸ ਨੂੰ ਲਾਗੂ ਕਰਨ ਵਿੱਚ ਕੁਝ ਮਿੰਟ ਲੱਗ ਸਕਦੇ ਹਨ। ਅੱਗੇ ਸਾਡੇ ਕੋਲ ਸੌਫਟਵੇਅਰ ਅਪਗ੍ਰੇਡ। ਸੌਫਟਵੇਅਰ ਅਪਗ੍ਰੇਡ ਪੁਰਾਣੇ ਸੌਫਟਵੇਅਰ ਵਰਜਨ ਨੂੰ ਨਵੇਂ ਵਰਜਨ ਵਿੱਚ ਤਬਦੀਲ ਕਰਨਾ ਹੁੰਦਾ ਹੈ। ਜਦੋਂ ਸੌਫਟਵੇਅਰ ਵਿੱਚ ਕੀਤੀਆਂ ਤਬਦੀਲੀਆਂ ਮਹੱਤਵਪੂਰਨ ਹੁੰਦੀਆਂ ਹਨ ਤਾਂ ਅਸੀਂ ਇਸ ਨੂੰ ਅਪਗ੍ਰੇਡ ਕਹਿੰਦੇ ਹਾਂ। ਉਦਾਹਰਨ ਲਈ ਜੇਕਰ ਅਸੀਂ ਆਪਣੇ ਕੰਪਿਊਟਰ ਸਿਸਟਮ ਵਿੱਚ ਇੰਸਟਾਲ ਵਿੰਡੋ
8.1 ਆਪਰੇਟਿੰਗ ਸਿਸਟਮ ਨੂੰ ਵਿੰਡੋ 10 ਆਪਰੇਟਿੰਗ ਸਿਸਟਮ ਨਾਲ ਬਦਲ ਦਿੰਦੇ ਹਾਂ ਤਾਂ ਇਸ ਨੂੰ ਅਪਗ੍ਰੇਡ ਕਿਹਾ ਜਾਂਦਾ ਹੈ। ਇੱਕ ਅਪਗ੍ਰੇਡ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਵਿਕਲਪ ਸ਼ਾਮਲ ਹੁੰਦੇ ਹਨ ਜੋ ਕਿ ਕਿਸੇ ਸੌਫਟਵੇਅਰ ਜਾਂ ਆਪਰੇਟਿੰਗ ਸਿਸਟਮ ਦੇ ਮੌਜੂਦਾ ਵਰਜਨ ਵਿੱਚ ਨਹੀਂ ਹੁੰਦੇ ਹਨ। ਦੂਸਰਾ ਪ੍ਰਸ਼ਨ ਹੈ ਪ੍ਰੀਵੈਂਟਿਵ ਮੇਨਟੇਨੈਂਸ ਲਈ ਮੁੱਢਲੇ ਦਿਸ਼ਾ ਨਿਰਦੇਸ਼ਾਂ ਦੀ ਵਿਆਖਿਆ ਕਰੋ। ਸੋ ਪ੍ਰੀਵੈਂਟਿਵ ਮੇਨਟੇਨੈਂਸ ਸਾਡੇ ਕੋਲ ਜਿਹੜੇ ਮੁੱਢਲੇ ਦਿਸ਼ਾ ਨਿਰਦੇਸ਼ ਹੈ, ਜਿਸ ਵਿੱਚ ਪਹਿਲਾ ਹੈ ਕੰਪਿਊਟਰ ਸਿਸਟਮ ਦੇ ਕਿਸੇ ਵੀ ਹਿੱਸੇ ਨੂੰ ਸਾਫ਼ ਕਰਨ ਤੋਂ ਪਹਿਲਾਂ ਸਿਸਟਮ ਨੂੰ ਬੰਦ ਅਤੇ ਅਨਪਲੱਗ ਕਰੋ। ਕਦੇ ਵੀ ਇਸ ਦੇ ਕਿਸੇ ਭਾਗ ਤੋਂ ਕੋਈ ਤਰਲ ਪਦਾਰਥ ਨਾ ਲਗਾਓ ਅਤੇ ਕੋਈ ਅਜਿਹਾ ਕੱਪੜਾ ਜਿਸ ਦੇ ਬੋਰ ਨਾ ਝੜਦੇ ਹੋਣ ਉਸ ਕੱਪੜੇ ਨਾਲ ਹੀ ਪੀਸੀ ਨੂੰ ਸਾਫ਼ ਕਰੋ। ਦੂਸਰਾ ਹੈ ਕੰਪਿਊਟਰ ਕੇਸ ਨੂੰ ਕੱਪੜੇ ਨਾਲ ਸਾਫ਼ ਕਰੋ ਅਤੇ ਇਸ ਦੀਆਂ ਪੋਰਟਾਂ ਨੂੰ ਵੀ ਸਾਫ਼ ਕਰੋ। ਵੈਕਿਊਮ ਕਲੀਨਰ ਦੀ ਕੰਪਰੈਸ ਕੀਤੀ ਹੋਈ ਹਵਾ ਨਾਲ ਵੀ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਤੀਸਰਾ ਹੈ ਮਾਊਸ ਕੰਪਿਊਟਰ ਸਿਸਟਮ ਦਾ ਮਹੱਤਵਪੂਰਨ ਯੰਤਰ ਹੈ। ਆਪਟੀਕਲ ਮਾਊਸ ਹੇਠਲੇ ਪਾਸੇ ਤੋਂ ਗੰਦਾ ਹੋ ਜਾਂਦਾ ਹੈ ਜਿਸ ਕਾਰਨ ਇਸ ਦਾ ਪੁਆਇੰਟਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਸੋ ਮਾਊਸ ਦੇ ਹੇਠਲੇ ਪਾਸੇ ਨੂੰ ਸਾਫ਼ ਰੱਖਣ ਲਈ ਮਾਊਸ ਦੇ ਹੇਠਾਂ ਹਮੇਸ਼ਾ ਵਧੀਆ ਕਿਸਮ ਦਾ ਮਾਊਸ ਪੈਡ ਵਰਤੋ। ਚੌਥਾ ਪੁਆਇੰਟ ਹੈ ਕੰਪਿਊਟਰ ਸਿਸਟਮ ਦੇ ਕੰਮ ਕਰਨ ਤੋਂ ਬਾਅਦ ਅਸੀਂ ਕੀਬੋਰਡ ਨੂੰ ਕਿਸੇ ਕਵਰ ਨਾਲ ਨਹੀਂ ਢੱਕਦੇ ਜਿਸ ਕਾਰਨ ਮਿੱਟੀ ਅਤੇ ਹੋਰ ਧੂੜ ਕਣ ਕੀਬੋਰਡ ਤੇ ਜੰਮ ਜਾਂਦੇ ਹਨ। ਕੀਬੋਰਡ ਨੂੰ ਸਾਫ਼ ਕਰਨ ਲਈ ਇਸ ਨੂੰ ਉਲਟਾ ਕਰੋ ਅਤੇ ਇਸ ਦੀਆਂ ਕੀਜ਼ ਦੇ ਵਿਚਕਾਰੋਂ ਟੁਕੜਿਆਂ ਨੂੰ ਸਾਫ਼ ਕਰਨ ਲਈ ਇਸ ਨੂੰ ਹਿਲਾਓ। ਪੰਜਵਾਂ ਹੈ ਮੋਨੀਟਰ ਦੇ ਕੇਸ ਨੂੰ ਸਾਫ਼ ਕੱਪੜੇ ਨਾਲ ਪੂੰਝੋ। ਮੋਨੀਟਰ ਦੀ ਸਫਾਈ ਕਰਨ ਵੇਲੇ ਇੱਕ ਸਟੈਂਡਰਡ ਗਲਾਸ ਕਲੀਨਰ ਅਤੇ ਕੱਪੜੇ ਦੀ ਵਰਤੋਂ ਕਰੋ। LCD ਮੋਨੀਟਰ ਨੂੰ ਹਲਕੇ ਦਬਾਅ ਨਾਲ ਸਾਫ਼ ਕਰੋ ਕਿਉਂਕਿ ਇਸ ਦਾ ਅੰਡਰਲਾਈਨਿੰਗ ਗਲਾਸ ਨਾਜ਼ੁਕ ਹੁੰਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਪੋਰਟਾਂ ਕੀ ਹਨ। ਇਸ ਕਿਸੇ ਦੋ ਕਿਸਮ ਦੀਆਂ ਕੰਪਿਊਟਰ ਪੋਰਟਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਹਾਰਡਵੇਅਰ ਵਿੱਚ ਇੱਕ ਪੋਰਟ ਕੰਪਿਊਟਰ ਅਤੇ ਹੋਰ ਉਪਕਰਨਾਂ ਜਾਂ ਪੈਰੀਫੇਰਲ ਉਪਕਰਨਾਂ ਦੇ ਵਿਚਕਾਰ ਇੱਕ ਸੰਚਾਰ ਦਾ ਕੰਮ ਕਰਦਾ ਹੈ। ਕੰਪਿਊਟਰ ਪੋਰਟਾਂ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ ਜਿਵੇਂ ਕਿ ਇੱਕ ਮੋਨੀਟਰ, ਵੈਬਕੈਮ, ਸਪੀਕਰ ਜਾਂ ਹੋਰ ਉਪਕਰਨਾਂ ਨੂੰ ਜੋੜਨਾ। ਸੋ ਅੱਗੇ ਹੁਣ ਅਸੀਂ ਪੋਰਟ ਦੀਆਂ ਕਿਸਮਾਂ ਬਾਰੇ ਜਾਣ ਲੈਂਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲੀ ਪੋਰਟ ਹੈ ਪੈਰਲਲ ਪੋਰਟ। ਇਹ ਪੋਰਟ ਸਕੈਨਰਾਂ ਅਤੇ ਪ੍ਰਿੰਟਰਾਂ ਲਈ ਵਰਤੀ ਜਾਂਦੀ ਹੈ ਅਤੇ ਇਸ ਨੂੰ ਪ੍ਰਿੰਟਰ ਪੋਰਟ ਵੀ ਕਿਹਾ ਜਾਂਦਾ ਹੈ। ਇਸ ਵਿੱਚ 25 ਪਿੰਨਾਂ ਲੱਗੀਆਂ ਹੁੰਦੀਆਂ ਹਨ। ਦੂਸਰੀ ਸਾਡੇ ਕੋਲ ਹੈ PS2 ਪੋਰਟ। ਇਹ ਪੋਰਟ ਪੁਰਾਣੇ ਕਿਸਮ ਦੇ ਕੰਪਿਊਟਰ ਕੀਬੋਰਡ ਅਤੇ ਮਾਊਸ ਲਈ ਵਰਤੀ ਜਾਂਦੀ ਹੈ। ਪੁਰਾਣੇ ਸਾਰੇ ਕੰਪਿਊਟਰ PS2 ਪੋਰਟ ਪ੍ਰਦਾਨ ਕਰਦੇ ਹਨ, ਇੱਕ ਮਾਊਸ ਅਤੇ ਦੂਜਾ ਕੀਬੋਰਡ ਲਈ। ਮਾਊਸ ਪੋਰਟ ਹਰੇ ਰੰਗ ਦੇ ਕੋਡ ਅਤੇ ਕੀਬੋਰਡ ਮੈਜੈਂਟਾ ਰੰਗ ਵਿੱਚ ਆਉਂਦੀ ਹੈ। ਅੱਗੇ ਸਾਡੇ ਕੋਲ ਤੀਸਰਾ ਹੈ ਯੂਨੀਵਰਸਲ ਸੀਰੀਅਲ ਬੱਸ। ਇਹ ਪੋਰਟ ਬਾਹਰੀ USB ਡਿਵਾਈਸਾਂ ਜਿਵੇਂ ਬਾਹਰੀ ਹਾਰਡ ਡਿਸਕ, ਪ੍ਰਿੰਟਰ, ਸਕੈਨਰ, ਮਾਊਸ, ਕੀਬੋਰਡ ਆਦਿ ਨੂੰ ਜੋੜਦੀ ਹੈ। ਐਡਵਾਂਸ ਮਾਡਲਾਂ ਵਿੱਚ 4 USB ਪੋਰਟਾਂ ਹੁੰਦੀਆਂ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਯੂਟਿਲਿਟੀ ਪ੍ਰੋਗਰਾਮ ਕੀ ਹਨ। ਕਿਸੇ ਵੀ ਇੱਕ ਯੂਟਿਲਿਟੀ ਪ੍ਰੋਗਰਾਮ ਨੂੰ ਵਿਸਤਾਰ ਵਿੱਚ ਦੱਸੋ। ਸੋ ਯੂਟਿਲਿਟੀ ਪ੍ਰੋਗਰਾਮ ਉਹ ਪ੍ਰੋਗਰਾਮ ਹੁੰਦੇ ਹਨ ਜੋ ਕੰਪਿਊਟਰ ਫੰਕਸ਼ਨਾਂ, ਸਰੋਤਾਂ ਜਾਂ ਫਾਈਲਾਂ ਦੇ ਪ੍ਰਬੰਧਨ ਨਾਲ ਸੰਬੰਧਿਤ ਇੱਕ ਖਾਸ ਕੰਮ ਕਰਦੇ ਹਨ, ਜਿਵੇਂ ਕਿ ਪਾਸਵਰਡ ਸੁਰੱਖਿਆ, ਮੈਮਰੀ ਪ੍ਰਬੰਧਨ, ਵਾਇਰਸ ਸੁਰੱਖਿਆ ਅਤੇ ਫਾਈਲ ਕੰਪਰੈਸ਼ਨ ਆਦਿ ਯੂਟਿਲਿਟੀ ਪ੍ਰੋਗਰਾਮ ਅਖਵਾਉਂਦੇ ਹਨ। ਇਸ ਦੇ ਮੁੱਢਲੇ ਪ੍ਰੋਗਰਾਮਾਂ ਵਿੱਚ ਫਾਈਲ ਫੋਲਡਰ ਪ੍ਰਬੰਧਨ, ਫਾਈਲ ਸਰਚ ਅਤੇ ਤੁਲਨਾ, ਡਿਸਕ ਫਾਰਮੈਟ ਅਤੇ ਪਾਰਟੀਸ਼ਨ ਅਤੇ ਹਾਰਡਵੇਅਰ ਦੀ ਸਿਹਤ ਦੀ ਜਾਂਚ ਕਰਨ ਲਈ ਡਾਇਗਨੋਸਟਿਕ ਰੂਟੀਨ ਸ਼ਾਮਲ ਹੁੰਦੇ ਹਨ। ਸੋ ਅੱਗੇ ਸਾਡੇ ਕੋਲ ਪਹਿਲਾ ਯੂਟਿਲਿਟੀ ਪ੍ਰੋਗਰਾਮ ਹੈ ਫਾਈਲ ਕੰਪਰੈਸ਼ਨ ਟੂਲ। ਸੋ ਫਾਈਲ ਕੰਪਰੈਸ਼ਨ ਟੂਲ ਦੀ ਵਰਤੋਂ ਕਰਕੇ ਇੱਕ ਫਾਈਲ ਦੀ ਪੈਕੇਜਿੰਗ ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਇਸ ਦੇ ਰਾਹੀਂ ਅਸੀਂ ਆਪਣੇ ਕੰਪਿਊਟਰ ਸਿਸਟਮ ਵਿੱਚ ਬਹੁਤ ਸਾਰੀਆਂ ਫਾਈਲਾਂ ਨੂੰ ਕੰਪਰੈਸ ਕਰਕੇ ਰੱਖ ਸਕਦੇ ਹਾਂ, ਜਿਸ ਨਾਲ ਇਹਨਾਂ ਕੰਪਰੈਸ ਕੀਤੀਆਂ ਫਾਈਲਾਂ ਦਾ ਆਕਾਰ ਅਸਲ ਫਾਈਲਾਂ ਦੇ ਆਕਾਰ ਨਾਲੋਂ ਅੱਧਾ ਹੋ ਜਾਂਦਾ ਹੈ ਅਤੇ ਇਸ ਨਾਲ ਹਾਰਡ ਡਿਸਕ ਵਿੱਚ ਇਹ ਫਾਈਲਾਂ ਘੱਟ ਥਾਂ ਘੇਰਦੀਆਂ ਹਨ। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਸ਼ਟਿੰਗ ਡਾਊਨ ਵਿਕਲਪ ਕੀ ਹਨ, ਸਮਝਾਓ। ਸੋ ਵਿੰਡੋ ਵਿੱਚ ਕੰਪਿਊਟਰ ਨੂੰ ਬੰਦ ਕਰਨ ਦੀ ਕੀ ਸਟਾਰਟ ਮੈਨੂ ਵਿੱਚ ਮੌਜੂਦ ਹੁੰਦੀ ਹੈ। ਜਦੋਂ ਅਸੀਂ ਸਟਾਰਟ ਬਟਨ ਤੇ ਕਲਿੱਕ ਕਰਦੇ ਹਾਂ ਤਾਂ ਸਾਨੂੰ ਸ਼ਟ ਡਾਊਨ ਬਟਨ ਦੇ ਨਾਲ ਹੋਰ ਆਪਸ਼ਨਾਂ ਵੀ ਨਜ਼ਰ ਆਉਂਦੀਆਂ ਹਨ, ਜਿਵੇਂ ਕਿ ਸਵਿਚ ਯੂਜ਼ਰ, ਲੌਗ ਆਫ, ਲੌਕ, ਰੀਸਟਾਰਟ, ਸਲੀਪ, ਹਾਈਬਰਨੇਟ ਆਦਿ। ਸਵਿਚ ਯੂਜ਼ਰ, ਲੌਗ ਆਫ, ਲੌਕ ਅਤੇ ਸਲੀਪ ਆਪਸ਼ਨ ਕੰਪਿਊਟਰ ਨੂੰ ਬੰਦ ਨਹੀਂ ਕਰਦੀਆਂ, ਜਦਕਿ ਰੀਸਟਾਰਟ, ਹਾਈਬਰਨੇਟ ਅਤੇ ਸ਼ਟ ਡਾਊਨ ਆਪਸ਼ਨ ਸਿਸਟਮ ਨੂੰ ਬੰਦ ਕਰਦੀਆਂ ਹਨ। ਸੋ ਆਓ ਅਸੀਂ ਹੁਣ ਸ਼ਟਿੰਗ ਡਾਊਨ ਦੇ ਵੱਖ-ਵੱਖ ਵਿਕਲਪਾਂ ਬਾਰੇ ਜਾਣੀਏ, ਜਿਸ ਵਿੱਚ ਪਹਿਲਾ ਹੈ ਸਵਿਚ ਯੂਜ਼ਰ। ਇਸ ਆਪਸ਼ਨ ਦੀ ਵਰਤੋਂ ਕਰਕੇ ਇੱਕ ਯੂਜ਼ਰ ਦੂਜੇ ਯੂਜ਼ਰ ਅਕਾਊਂਟ ਵਿੱਚ ਲੌਗਇਨ ਕਰਕੇ ਕੰਪਿਊਟਰ ਨੂੰ ਐਕਸੈਸ ਕਰ ਸਕਦਾ ਹੈ ਅਤੇ ਸਾਡੇ ਵੱਲੋਂ ਚਲਾਏ ਗਏ ਪ੍ਰੋਗਰਾਮ ਚੱਲਦੇ ਰਹਿੰਦੇ ਹਨ। ਦੂਸਰਾ ਹੈ ਲੌਗ ਆਫ। ਇਸ ਆਪਸ਼ਨ ਦੀ ਵਰਤੋਂ ਨਾਲ ਅਸੀਂ ਆਪਣੇ ਵਿੰਡੋ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੇ ਕੰਮ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮ ਬੰਦ ਕਰ ਸਕਦੇ ਹਾਂ। ਇਸ ਮੋਡ ਵਿੱਚ ਵਿੰਡੋ ਚੱਲਦੀ ਰਹਿੰਦੀ ਹੈ ਅਤੇ ਕਿਸੇ ਹੋਰ ਯੂਜ਼ਰ ਦੇ ਵਰਤਣ ਲਈ ਤਿਆਰ ਰਹਿੰਦੀ ਹੈ।
तीसरा है लॉक। ये ऑप्शन विंडो लॉगिन स्क्रीन प्रदर्शित करके साडी चीज़ां की रक्षा विच सहायता करती है। कंप्यूटर विच दोबारा दाखिल होने लई सानू अपना पासवर्ड टाइप करना पैंदा है। उस तो बाद अगला ऑप्शन है रीस्टार्ट। इस ऑप्शन की वरतों कंप्यूटर नूं मुड़ तो बंद करके स्टार्ट करने लई उदों कीती जांदी है जदों किसी एप्लीकेशन नूं लागू करना होवे। सो कंप्यूटर किसी दूजे काम विच रुझ गया होवे या हैंग हो गया होवे ਜਾਂ कंप्यूटर ਨੂੰ ਬੂਟਿੰਗ ਵੇਲੇ ਸਕੈਨ ਕਰਨਾ ਹੋਵੇ। ਉਸ ਤੋਂ ਬਾਅਦ ਸਲੀਪ ਮੋਡ। ਇਸ ਆਪਸ਼ਨ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਅਸੀਂ ਕੰਪਿਊਟਰ ਤੇ ਕੁਝ ਦੇਰ ਲਈ ਕੋਈ ਵੀ ਕੰਮ ਨਾ ਕਰਨਾ ਹੋਵੇ। ਇਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ। ਇਸ ਮੋਡ ਵਿੱਚ ਕੰਪਿਊਟਰ ਨੂੰ ਮੁੜ ਤੋਂ ਵਰਕਿੰਗ ਕੰਡੀਸ਼ਨ ਵਿੱਚ ਲਿਆਉਣ ਲਈ ਮਾਊਸ ਦੇ ਬਟਨ ਜਾਂ ਕੀਬੋਰਡ ਤੋਂ ਕੋਈ ਵੀ ਕੀ ਦਬਾਈ ਜਾ ਸਕਦੀ ਹੈ। ਇਸ ਤੋਂ ਬਾਅਦ ਅਗਲਾ ਸਾਡੇ ਕੋਲ ਹੈ ਹਾਈਬਰਨੇਟ। ਇਹ ਸਭ ਤੋਂ ਵਧੀਆ ਪਾਵਰ ਸੇਵਿੰਗ ਮੋਡ ਹੈ। ਜਦੋਂ ਇਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕੰਪਿਊਟਰ ਸ਼ਟਡਾਊਨ ਹੋ ਜਾਂਦਾ ਹੈ। ਇਸ ਆਪਸ਼ਨ ਦੀ ਵਰਤੋਂ ਕਰਨ ਨਾਲ ਮੈਮਰੀ ਵਿੱਚ ਸਾਡੀ ਗਤੀਵਿਧੀਆਂ ਸੇਵ ਹੋ ਜਾਂਦੀਆਂ ਹਨ। ਇਸ ਮੋਡ ਵਿੱਚ ਕੰਪਿਊਟਰ ਨੂੰ ਸਲੀਪ ਜਾਂ ਸਟੈਂਡ ਬਾਈ ਮੋਡ ਨਾਲੋਂ ਦੁਬਾਰਾ ਚਾਲੂ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ। ਲਾਸਟ ਸਾਡੇ ਕੋਲ ਸ਼ਟਡਾਊਨ। ਇਸ ਆਪਸ਼ਨ ਦੀ ਵਰਤੋਂ ਕਰਨ ਨਾਲ ਸਾਡਾ ਕੰਪਿਊਟਰ ਬੰਦ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਖਾਤੇ ਤੋਂ ਲੌਗ ਆਊਟ ਹੋ ਜਾਂਦੇ ਹਾਂ ਅਤੇ ਇਹ ਸਾਡੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੰਦਾ ਹੈ। ਇਹ ਆਪਸ਼ਨ ਕੰਪਿਊਟਰ ਦੇ ਬੰਦ ਹੋਣ ਤੋਂ ਪਹਿਲਾਂ ਸਾਨੂੰ ਆਪਣਾ ਡਾਟਾ ਸੇਵ ਕਰਨ ਦੀ ਆਗਿਆ ਦਿੰਦਾ ਹੈ। ਸੋ ਹੁਣ ਅਸੀਂ ਡਾਟਾਬੇਸ ਮੈਨੇਜਮੈਂਟ ਸਿਸਟਮ ਪਾਰਟ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ ਜਾਂ ਸਹੀ ਗੱਲ ਦੱਸੋ। ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਵੱਖ-ਵੱਖ ਵਿਦਿਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ ਕੱਟ ਨੂੰ ਡਾਟਾਬੇਸ ਮੰਨਿਆ ਜਾਂਦਾ ਹੈ। ਗਲਤ। ਦੂਸਰਾ ਹੈ ਡਾਟਾਬੇਸ ਡਾਟਾ ਨੂੰ ਪ੍ਰਾਪਤ ਕਰਨ, ਇਨਸਰਟ ਕਰਨ ਅਤੇ ਮਿਟਾਉਣ ਲਈ ਵਰਤਿਆ ਜਾਂਦਾ ਹੈ। ਸਹੀ। ਤੀਸਰਾ ਹੈ DBMS एक कंप्यूटराइज रिकॉर्ड कीपिंग सिस्टम है। सही। चौथा है डाटाबेस मैनेजमेंट सिस्टम एक हार्डवेयर है। गलत। पंजवां है डाटाबेस मैनेजमेंट सिस्टम डाटाबेस नूं मैनेज करने लई इस्तेमाल किया जाता है। सही। इस तो बाद साडे कोल खाली थां भरो। साडे कोल पहली खाली थां है किसी विशेष आइटम की संबंधित जानकारी नूं की कहा जा सकता है। अज सही उत्तर है रिकॉर्ड। दूसरा साडे कोल प्रश्न है फाइलों या टेबल के भंडार नूं की कहा जाता है। साडे कोल सही उत्तर है डाटाबेस। तीसरा है DBMS का की अर्थ है। सो DBMS का अर्थ है डाटाबेस मैनेजमेंट सिस्टम। अगे साडे कोल चौथा प्रश्न है जो असल विच डाटाबेस के डिजाइनिंग हिस्से ते काम करते हैं उन्हां लोकां दे समूह नूं की कहा जाता है। इसदा सही उत्तर है डाटाबेस डिजाइनर। पंजवां है डैश ਨੂੰ ਕਾਇਮ ਰੱਖਣ ਅਤੇ ਡਾਟਾਬੇਸ ਦੇ ਪ੍ਰਬੰਧਨ ਕਰਨ ਲਈ ਇਸ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹਦਾ ਸਹੀ ਉੱਤਰ ਡਾਟਾਬੇਸ ਐਡਮਿਨਿਸਟ੍ਰੇਟਰ ਦੀ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ DBMS ਦੇ ਕਾਰਜ ਖੇਤਰਾਂ ਦਾ ਵਰਣਨ ਕਰੋ। ਸੋ DBMS ਦੇ ਕਾਰਜ ਖੇਤਰ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ DBMS ਦੀ ਵਰਤੋਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਜਾਣਕਾਰੀ, ਰਜਿਸਟ੍ਰੇਸ਼ਨ, ਕੋਰਸਾਂ ਅਤੇ ਗ੍ਰੇਡਾਂ ਦੀ ਸੂਚਨਾ ਰੱਖਣ ਲਈ ਕੀਤੀ ਜਾਂਦੀ ਹੈ। दूसरा है DBMS की वरतों बैंकों में ग्राहकों के खाते दी गतिविधियां, भुगतान और कर्जे आदि की सूचना स्टोर करने की जाती है। तीसरा है DBMS की वरतों दूर संचार में कॉल रिकॉर्ड, महीनावार बिल, बकाए की जानकारी रखने लिए भी की जाती है। अगे साडे कोल दूजा प्रश्न है DBMS की वर्किंग बारे दसो। सो DBMS एक कंप्यूटराइज रिकॉर्ड रखने वाला सिस्टम है। एक DBMS डाटा नूं कुछ इस ढंग नाल स्टोर करता है तां जो इस डाटाबेस विचों जानकारी प्राप्त करना, डाटा में बदलाव करना और सूचना नूं तैयार करना आसान होवे। एक DBMS नूं वक्खो वक्खरे किस्म के यूजर अपने अधिकार के अनुसार इस डाटे नूं वक्-वक् उद्देश्यां लई वरतदे हन, डाटा प्राप्त करते हैं और इसका बैकअप लैंदे हैं। अगे साडे कोल तीसरा प्रश्न है एंड यूजर तो तुहाडा की भाव है। सो एंड यूजर वो यूजर हुंदे हैं जो डाटाबेस प्रबंधन प्रणाली नाल गलबात करते हैं। एंड यूजर डाटाबेस ते ਵੱਖੋ ਵੱਖਰੇ ਕਾਰਜ ਕਰਦੇ ਹਨ, ਜਿਵੇਂ ਕਿ ਡਾਟਾ ਮੁੜ ਪ੍ਰਾਪਤ ਕਰਨਾ, ਡਾਟੇ ਨੂੰ ਅਪਡੇਟ ਕਰਨਾ, ਡਾਟੇ ਨੂੰ ਮਿਟਾਉਣਾ ਅਤੇ ਡਾਟੇ ਦਾ ਵਿਸ਼ਲੇਸ਼ਣ ਕਰਨਾ ਆਦਿ। ਸੋ ਐਂਡ ਯੂਜ਼ਰ ਸਧਾਰਨ ਦਰਸ਼ਕਾਂ ਤੋਂ ਲੈ ਕੇ ਕਾਰੋਬਾਰੀ ਵਿਸ਼ਲੇਸ਼ਕ ਵਰਗੇ ਸੂਝਵਾਨ ਉਪਭੋਗਤਾ ਹੋ ਸਕਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ DBMS ਵਿੱਚ 2 ਟਾਇਰ DBMS ਆਰਕੀਟੈਕਚਰ ਬਾਰੇ ਦੱਸੋ। ਸੋ 2 ਟਾਇਰ DBMS ਆਰਕੀਟੈਕਚਰ ਵਿੱਚ उपभोक्ता और DBMS के विचकार एक एप्लीकेशन लेयर शामिल होती है जो उपभोक्ता की बेनती डाटाबेस प्रबंधन प्रणाली में संचार करन और फिर DBMS तो उपभोक्तावां नूं जवाब भेजण लई जिम्मेवार
ਹੁੰਦੀ ਹੈ। ਅੱਗੇ ਸਾਡੇ ਕੋਲ ਇਸ ਦਾ ਪੰਜਵਾਂ ਪ੍ਰਸ਼ਨ ਹੈ, ਕਲਾਊਡ ਡਾਟਾਬੇਸ ਕੀ ਹੁੰਦਾ ਹੈ। ਸੋ ਕਲਾਊਡ ਡਾਟਾਬੇਸ ਉਹ ਡਾਟਾਬੇਸ ਹੈ ਜੋ ਕਲਾਊਡ ਕੰਪਿਊਟਿੰਗ ਪਲੇਟਫਾਰਮ ਤੇ ਆਧਾਰਿਤ ਹੈ। ਇੱਕ ਕਲਾਊਡ ਡਾਟਾਬੇਸ ਇੱਕ ਡਾਟਾਬੇਸ ਹੁੰਦਾ ਹੈ ਜੋ ਕਲਾਊਡ ਵਾਤਾਵਰਣ, ਨਿੱਜੀ, ਜਨਤਕ ਜਾਂ ਹਾਈਬ੍ਰਿਡ ਕਲਾਊਡ ਵਿੱਚ ਬਣਾਇਆ, ਸਥਾਪਿਤ ਤੇ ਐਕਸੈਸ ਕੀਤਾ ਜਾਂਦਾ ਹੈ। ਕਲਾਊਡ ਵਿੱਚ ਆਪਣੇ ਡਾਟਾਬੇਸ ਨੂੰ ਚਲਾਉਣ ਲਈ ਦੋ ਕਿਸਮਾਂ ਦੇ ਤਰੀਕਿਆਂ ਵਿੱਚੋਂ ਅਸੀਂ ਇੱਕ ਚੁਣ ਸਕਦੇ ਹਾਂ, ਜੋ ਕਿ ਸਾਡੇ ਕੋਲ ਜਿਸ ਵਿੱਚ ਪਹਿਲਾ ਹੈ ਪਲੇਟਫਾਰਮ ਐਜ਼ ਏ ਸਰਵਿਸ, ਦੂਸਰਾ ਹੈ ਡਾਟਾਬੇਸ ਐਜ਼ ਏ ਸਰਵਿਸ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਇਸ ਵਿੱਚ ਪਹਿਲਾ ਪ੍ਰਸ਼ਨ ਹੈ, ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਇਸ ਦੀ ਸਾਡੇ ਕੋਲ ਪਹਿਲੀ ਵਿਸ਼ੇਸ਼ਤਾ ਹੈ ਡਾਟਾ ਇਕਸਾਰਤਾ। ਡਾਟਾ ਇਕਸਾਰਤਾ ਦਾ ਅਰਥ ਹੈ ਡਾਟਾਬੇਸ ਵਿੱਚ ਡਾਟਾ ਇਕਸਾਰ ਤੇ ਸਹੀ ਹੁੰਦਾ ਹੈ। ਇਹ ਜ਼ਰੂਰੀ ਹੈ ਕਿਉਂਕਿ DBMS ਵਿੱਚ ਬਹੁਤ ਸਾਰੇ ਡਾਟਾਬੇਸ ਹਨ। ਇਹਨਾਂ ਸਾਰੇ ਡਾਟਾਬੇਸਾਂ ਵਿੱਚ ਡਾਟਾ ਹੁੰਦਾ ਹੈ ਜੋ ਬਹੁਤ ਸਾਰੇ ਉਪਭੋਗਤਾਵਾਂ ਨੂੰ ਦਿਖਾਈ ਦਿੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਾਰੇ ਉਪਭੋਗਤਾਵਾਂ ਲਈ ਸਾਰੇ ਡਾਟਾਬੇਸ ਵਿੱਚ ਡਾਟਾ ਇਕਸਾਰ ਅਤੇ ਸਹੀ ਹੋਵੇ। ਅਤੇ ਦੀ ਦੂਸਰੀ ਵਿਸ਼ੇਸ਼ਤਾ ਹੈ ਡਾਟਾ ਸੁਰੱਖਿਆ। ਸੋ ਡਾਟਾਬੇਸ ਵਿੱਚ ਡਾਟਾ ਸੁਰੱਖਿਆ ਇੱਕ ਮਹੱਤਵਪੂਰਨ ਸੰਕਲਪ ਹੈ। ਸਿਰਫ ਅਧਿਕਾਰਤ ਉਪਭੋਗਤਾਵਾਂ ਨੂੰ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਦੀ ਪਛਾਣ ਉਪਭੋਗਤਾ ਦੇ ਨਾਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਪ੍ਰਮਾਣਿਤ ਹੋਣੀ ਚਾਹੀਦੀ ਹੈ। ਅਣਅਧਿਕਾਰਤ ਉਪਭੋਗਤਾਵਾਂ ਨੂੰ ਕਿਸੇ ਵੀ ਸਥਿਤੀ ਵਿੱਚ ਡਾਟਾਬੇਸ ਤੱਕ ਪਹੁੰਚ ਦੀ ਆਗਿਆ ਨਹੀਂ ਹੋਣੀ ਚਾਹੀਦੀ। ਅੱਗੇ ਦੀ ਤੀਸਰੀ ਵਿਸ਼ੇਸ਼ਤਾ ਹੈ ਡਾਟਾ ਸਾਂਝਾ ਕਰਨਾ। ਸੋ ਇੱਕ ਡਾਟਾਬੇਸ ਵਿੱਚ ਡਾਟਾਬੇਸ ਦੇ ਉਪਯੋਗਕਰਤਾ ਆਪਸ ਵਿੱਚ ਡਾਟਾ ਸਾਂਝਾ ਕਰ ਸਕਦੇ ਹਨ। ਡਾਟਾ ਨੂੰ ਐਕਸੈਸ ਕਰਨ ਦੇ ਅਧਿਕਾਰ ਦੇ ਕਈ ਪੱਧਰ ਹਨ ਅਤੇ ਸਿੱਟੇ ਵਜੋਂ ਡਾਟਾ ਨੂੰ ਸਿਰਫ ਸਹੀ ਪ੍ਰਮਾਣਿਕਤਾ ਪ੍ਰੋਟੋਕੋਲ ਦੇ ਆਧਾਰ ਤੇ ਸਾਂਝਾ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਰਿਮੋਟ ਉਪਭੋਗਕਰਤਾ ਜਾਂ ਉਪਯੋਗਕਰਤਾ ਡਾਟਾਬੇਸ ਨੂੰ ਨਾਲੋਂ ਨਾਲ ਐਕਸੈਸ ਕਰ ਸਕਦੇ ਹਨ ਅਤੇ ਡਾਟਾ ਨੂੰ ਆਪਸ ਵਿੱਚ ਸਾਂਝਾ ਵੀ ਕਰ ਸਕਦੇ ਹਨ। ਚੌਥੀ ਦੀ ਵਿਸ਼ੇਸ਼ਤਾ ਹੈ ਡਾਟਾ ਰਿਡੰਡੈਂਸੀ ਨੂੰ ਘਟਾਉਣਾ। ਸੋ ਫਾਈਲ ਆਧਾਰਿਤ ਡਾਟਾ ਪ੍ਰਬੰਧਨ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਹਨ ਜੋ ਇੱਕ ਸਿਸਟਮ ਵਿੱਚ ਜਾਂ ਕਈ ਪ੍ਰਣਾਲੀਆਂ ਵਿੱਚ ਬਹੁਤ ਸਾਰੀਆਂ ਵੱਖਰੀਆਂ ਥਾਵਾਂ 'ਤੇ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਦੇ ਕਾਰਨ ਕਈ ਵਾਰ ਇੱਕੋ ਫਾਈਲ ਦੀਆਂ ਕਈ ਕਾਪੀਆਂ ਹੁੰਦੀਆਂ ਹਨ ਜੋ ਡਾਟਾ ਰਿਡੰਡੈਂਸੀ ਵੱਲ ਲੈ ਜਾਂਦੀਆਂ ਸਨ। ਇਸ ਨੂੰ ਇੱਕ ਡਾਟਾਬੇਸ ਵਿੱਚ ਰੋਕਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਸਿੰਗਲ ਡਾਟਾਬੇਸ ਹੁੰਦਾ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਤੁਰੰਤ ਪ੍ਰਤੀਬਿੰਬਿਤ ਨਹੀਂ ਹੁੰਦੀ। ਇਸ ਦੇ ਕਾਰਨ ਡੁਪਲੀਕੇਟ ਡਾਟਾ ਦਾ ਸਾਹਮਣਾ DBMS ਵਿੱਚ ਕਰਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਅੱਗੇ ਸਾਡੇ ਕੋਲ ਦੂਜਾ ਵੱਡਾ ਪ੍ਰਸ਼ਨ ਹੈ, ਡਾਟਾਬੇਸ ਮੈਨੇਜਮੈਂਟ ਸਿਸਟਮ ਦੀਆਂ ਕਮੀਆਂ ਬਾਰੇ ਦੱਸੋ। ਜਿਸ ਵਿੱਚ ਸਾਡੇ ਕੋਲ ਪਹਿਲੀ ਕਮੀ ਹੈ ਵਧੇਰੇ ਮਹਿੰਗਾ। ਸੋ ਇੱਕ ਡਾਟਾਬੇਸ ਬਣਾਉਣਾ ਅਤੇ ਇਸ ਦਾ ਪ੍ਰਬੰਧਨ ਕਰਨਾ ਬਹੁਤ ਮਹਿੰਗਾ ਹੈ। ਡਾਟਾਬੇਸ ਲਈ ਉੱਚ ਕੀਮਤ ਵਾਲੇ ਸੌਫਟਵੇਅਰ ਤੇ ਹਾਰਡਵੇਅਰ ਦੀ ਲੋੜ ਹੁੰਦੀ ਹੈ। ਸੋ ਡਾਟਾਬੇਸ ਨੂੰ ਸੰਭਾਲਣ ਲਈ ਉੱਚ ਸਿਖਲਾਈ ਪ੍ਰਾਪਤ ਸਟਾਫ ਦੀ ਵੀ ਲੋੜ ਹੁੰਦੀ ਹੈ ਅਤੇ ਇਸ ਦੀ ਨਿਰੰਤਰ ਦੇਖਭਾਲ ਦੀ ਵੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਇੱਕ ਡਾਟਾਬੇਸ ਨੂੰ ਕਾਫੀ ਮਹਿੰਗਾ ਉਦਮ ਬਣਾਉਂਦੇ ਹਨ। ਦੂਸਰੀ ਇਸ ਦੀ ਕਮੀ ਹੈ ਉੱਚ ਗੁੰਝਲਤਾ। ਇੱਕ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਕਾਫੀ ਗੁੰਝਲਦਾਰ ਹੈ ਕਿਉਂਕਿ ਇਸ ਵਿੱਚ ਇੱਕ ਡਾਟਾਬੇਸ ਬਣਾਉਣਾ, ਸੋਧਣਾ ਅਤੇ ਸੰਪਾਦਿਤ ਕਰਨਾ ਸ਼ਾਮਲ ਹੈ। ਸਿੱਟੇ ਵਜੋਂ ਉਹ ਲੋਕ ਜੋ ਡਾਟਾਬੇਸ ਨੂੰ ਸੰਭਾਲਦੇ ਹਨ ਜਾਂ ਇਸ ਦੇ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਕਾਫੀ ਹੁਨਰਮੰਦ ਹੋਣਾ ਜ਼ਰੂਰੀ ਹੈ, ਨਹੀਂ ਤਾਂ ਕੀਮਤੀ ਡਾਟਾ ਨਸ਼ਟ ਵੀ ਹੋ ਸਕਦਾ ਹੈ। ਅੱਗੇ ਦੀ ਤੀਸਰੀ ਕਮੀ ਹੈ ਡਾਟਾਬੇਸ ਹੈਂਡਲਿੰਗ ਸਟਾਫ ਦੀ ਲੋੜ। ਸੋ ਜਿਵੇਂ ਕਿ ਪਿਛਲੇ ਨੁਕਤੇ ਵਿੱਚ ਅਸੀਂ ਚਰਚਾ ਕੀਤੀ ਸੀ, ਡਾਟਾਬੇਸ ਅਤੇ DBMS ਕਾਫੀ ਗੁੰਝਲਦਾਰ ਹਨ। ਇਸ ਲਈ ਡਾਟਾਬੇਸ ਨੂੰ ਸੰਭਾਲਣ ਲਈ ਹੁਨਰਮੰਦ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਸਰਵੋਤਮ ਸਥਿਤੀ ਵਿੱਚ ਕੰਮ ਕਰ ਸਕੇ। ਇਹ ਇੱਕ ਮਹਿੰਗਾ ਉਦਮ ਹੈ ਕਿਉਂਕਿ ਇਹਨਾਂ ਪੇਸ਼ੇਵਰਾਂ ਨੂੰ ਬਹੁਤ ਵਧੀਆ ਭੁਗਤਾਨ ਜਾਂ ਤਨਖਾਹ ਦੇਣ ਦੀ ਜ਼ਰੂਰਤ ਹੁੰਦੀ ਹੈ। ਚੌਥਾ ਹੈ ਡਾਟਾਬੇਸ ਅਸਫਲਤਾ। ਸੋ ਕਿਸੇ ਵੀ ਕੰਪਨੀ ਲਈ ਸਾਰੇ ਸਮੇਂ ਦਾ ਡਾਟਾ ਇੱਕ ਡਾਟਾਬੇਸ ਵਿੱਚ ਸਟੋਰ ਕੀਤੇ ਜਾਂਦੇ ਹਨ। ਇਸ ਲਈ ਇਹ ਲਾਜ਼ਮੀ ਹੈ ਕਿ ਡਾਟਾਬੇਸ ਅਨੁਕੂਲ ਸਥਿਤੀ ਵਿੱਚ ਵੀ ਕੰਮ ਕਰੇ ਅਤੇ ਕੋਈ ਵੀ ਅਸਫਲਤਾ ਨਾ ਹੋਵੇ। ਸੋ ਇੱਕ ਡਾਟਾਬੇਸ ਦੀ ਅਸਫਲਤਾ ਵਿਨਾਸ਼ਕਾਰੀ ਹੋ ਸਕਦੀ ਹੈ ਅਤੇ ਬਹੁਤ ਮਹੱਤਵਪੂਰਨ ਡਾਟਾ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ DBMS ਦੇ ਆਰਕੀਟੈਕਚਰ ਦੀ ਵਿਆਖਿਆ ਕਰੋ। ਸੋ ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਉਪਭੋਗਤਾਵਾਂ ਅਤੇ ਐਪਲੀਕੇਸ਼ਨਾਂ ਵਿੱਚ ਡਾਟਾ ਨੂੰ ਐਕਸੈਸ ਕਰਨ ਅਤੇ ਸਟੋਰ ਕਰਨ ਲਈ ਹਮੇਸ਼ਾ ਸਿੱਧਾ ਉਪਲਬਧ ਨਹੀਂ ਹੁੰਦਾ। ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਕੇਂਦਰੀ, ਵਿਕੇਂਦਰੀਕਰਨ ਜਾਂ ਲੜੀਵਾਰ ਬਣਾਇਆ ਜਾ ਸਕਦਾ ਹੈ। ਇਸ ਦੇ ਆਰਕੀਟੈਕਚਰ ਦੇ ਆਧਾਰ 'ਤੇ ਇਸ ਦੀਆਂ 3 ਕਿਸਮਾਂ ਹਨ, ਜਿਸ ਵਿੱਚ ਪਹਿਲਾ ਹੈ 1 ਟੀਅਰ ਆਰਕੀਟੈਕਚਰ। ਸੋ 1 ਟੀਅਰ ਆਰਕੀਟੈਕਚਰ ਵਿੱਚ DBMS ਇੱਕੋ ਇਕਾਈ ਹੈ ਜਿੱਥੇ ਉਪਭੋਗਤਾ ਸਿੱਧਾ DBMS 'ਤੇ ਬੈਠਦਾ ਹੈ ਅਤੇ ਇਸ ਦੀ ਵਰਤੋਂ ਕਰਦਾ ਹੈ। ਇੱਥੇ ਕੀਤੇ ਗਏ ਕੋਈ ਵੀ ਬਦਲਾਅ ਸਿੱਧੇ DBMS 'ਤੇ ਕੀਤੇ ਜਾਣਗੇ। ਇਹ ਐਂਡ ਯੂਜ਼ਰ ਲਈ ਸੌਖੇ ਉਪਕਰਨ ਪ੍ਰਦਾਨ ਕਰਦਾ ਹੈ। ਡਾਟਾਬੇਸ ਡਿਜ਼ਾਈਨਰ ਅਤੇ ਪ੍ਰੋਗਰਾਮਰ ਆਮ ਤੌਰ 'ਤੇ ਸਿੰਗਲ ਟੀਅਰ ਆਰਕੀਟੈਕਚਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।
ਅੱਗੇ ਦੀ ਦੂਸਰੀ ਕਿਸਮ ਹੈ 2 ਟੀਅਰ ਆਰਕੀਟੈਕਚਰ। 2 ਟੀਅਰ ਆਰਕੀਟੈਕਚਰ ਜਾਂ DBMS ਆਰਕੀਟੈਕਚਰ ਵਿੱਚ ਉਪਭੋਗਤਾ ਅਤੇ DBMS ਦੇ ਵਿਚਕਾਰ ਇੱਕ ਐਪਲੀਕੇਸ਼ਨ ਲੇਅਰ ਸ਼ਾਮਲ ਹੁੰਦੀ ਹੈ ਜੋ ਉਪਭੋਗਤਾ ਦੀ ਬੇਨਤੀ ਨੂੰ ਡਾਟਾਬੇਸ ਪ੍ਰਬੰਧਨ ਪ੍ਰਣਾਲੀ ਨੂੰ ਸੰਚਾਰ ਕਰਨ ਅਤੇ ਫਿਰ DBMS ਤੋਂ ਉਪਭੋਗਤਾ ਨੂੰ ਜਵਾਬ ਵਾਪਸ ਭੇਜਣ ਲਈ ਜ਼ਿੰਮੇਵਾਰ ਹੁੰਦੀ ਹੈ। ਤੀਸਰਾ ਸਾਡੇ ਕੋਲ 3 ਟੀਅਰ ਆਰਕੀਟੈਕਚਰ। ਸੋ 3 ਟੀਅਰ DBMS ਆਰਕੀਟੈਕਚਰ ਵੈਬ ਐਪਲੀਕੇਸ਼ਨਾਂ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਆਰਕੀਟੈਕਚਰ ਹੈ। ਇਹ 2 ਟੀਅਰ ਆਰਕੀਟੈਕਚਰ ਦਾ ਵਿਸਤਾਰ ਹੈ। 2 ਟੀਅਰ ਆਰਕੀਟੈਕਚਰ ਵਿੱਚ ਸਾਡੇ ਕੋਲ ਇੱਕ ਐਪਲੀਕੇਸ਼ਨ ਲੇਅਰ ਹੈ ਜਿਸ ਨੂੰ DBMS ਤੇ ਵੱਖਰੇ ਕਾਰਜਾਂ ਕਰਨ ਲਈ ਪ੍ਰੋਗਰਾਮਿੰਗ ਤੌਰ ਤੇ ਐਕਸੈਸ ਕੀਤਾ ਜਾ ਸਕਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਡਾਟਾਬੇਸ ਲਾਈਫ ਸਾਈਕਲ ਬਾਰੇ ਵਿਸਤਾਰ ਨਾਲ ਦੱਸੋ। ਸੋ ਡਾਟਾਬੇਸ ਲਾਈਫ ਸਾਈਕਲ ਇੱਕ ਸੌਫਟਵੇਅਰ ਡਿਵੈਲਪਮੈਂਟ ਮਾਡਲ ਤੇ ਆਧਾਰਿਤ ਹੁੰਦਾ ਹੈ ਜੋ ਕਿ ਕਾਰਜਾਂ ਦਾ ਸਮੂਹ ਹੁੰਦਾ ਹੈ ਜਿਸ ਦੀ ਵਰਤੋਂ ਐਪਲੀਕੇਸ਼ਨ ਸੌਫਟਵੇਅਰ ਵਿਕਸਿਤ ਕਰਨ ਲਈ ਕੀਤੀ ਜਾਂਦੀ ਹੈ। ਸੋ ਇੱਕ ਸੌਫਟਵੇਅਰ ਨੂੰ ਵਿਕਸਿਤ ਕਰਨ ਲਈ ਹੇਠਾਂ ਪ੍ਰਕਿਰਿਆਵਾਂ ਕਰਨੀਆਂ ਪੈਂਦੀਆਂ ਨੇ, ਜਿਸ ਵਿੱਚ ਪਹਿਲਾ ਹੈ ਯੋਜਨਾਬੰਦੀ। ਸੋ ਯੋਜਨਾਬੰਦੀ ਸਮੱਸਿਆ ਦਾ ਵਿਸ਼ਲੇਸ਼ਣ ਕਰਨਾ ਅਤੇ ਉਸ ਨੂੰ ਪਰਿਭਾਸ਼ਿਤ ਕਰਨਾ ਯੋਜਨਾਬੰਦੀ ਅਖਵਾਉਂਦਾ ਹੈ। ਦੂਸਰਾ ਹੈ ਜ਼ਰੂਰਤਾਂ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤਾਂ ਬਾਰੇ ਜਾਣਿਆ ਜਾਂਦਾ ਹੈ। ਤੀਸਰਾ ਹੈ ਡਿਜ਼ਾਈਨ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤ ਅਨੁਸਾਰ ਫਿਜ਼ੀਕਲ ਅਤੇ ਲੌਜੀਕਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ। ਚੌਥਾ ਹੈ ਵਿਕਾਸ। ਇਸ ਵਿੱਚ ਉਪਭੋਗਤਾ ਦੀ ਜ਼ਰੂਰਤ ਅਨੁਸਾਰ ਡਾਟਾਬੇਸ ਡਿਜ਼ਾਈਨ ਕੀਤਾ ਜਾਂਦਾ ਹੈ। ਪੰਜਵਾਂ ਹੈ ਲਾਗੂਕਰਨ। ਸੋ ਡਾਟਾਬੇਸ ਨੂੰ ਉਪਭੋਗਤਾ ਸਿਸਟਮ ਵਿੱਚ ਲੋਡ ਕੀਤਾ ਜਾਂਦਾ ਹੈ। ਛੇਵਾਂ ਹੈ ਟੈਸਟਿੰਗ। ਇਸ ਵਿੱਚ ਡਾਟਾਬੇਸ ਨੂੰ ਵੱਖ-ਵੱਖ ਪਲੇਟਫਾਰਮ ਤੇ ਚਲਾ ਕੇ ਵੇਖਿਆ ਜਾਂਦਾ ਹੈ ਅਤੇ ਡਾਟਾਬੇਸ ਵਿੱਚ ਵੱਖ-ਵੱਖ ਮੁੱਲ ਭਰ ਕੇ ਦੀ ਜਾਂਚ ਕੀਤੀ ਜਾਂਦੀ ਹੈ। ਸੱਤਵਾਂ ਹੈ ਇੰਸਟਾਲੇਸ਼ਨ ਅਤੇ ਦੇਖਭਾਲ। ਇਸ ਵਿੱਚ ਡਾਟਾਬੇਸ ਵਿੱਚ ਆ ਰਹੀ ਮੁਸ਼ਕਲਾਂ ਦੇ ਹੱਲ ਲਈ ਅਤੇ ਡਾਟਾਬੇਸ ਵਿੱਚ ਸੁਧਾਰ ਕਰਨ ਲਈ ਮੇਨਟੇਨੈਂਸ ਟੀਮ ਨੂੰ ਇਸ ਦੀ ਦੇਖਭਾਲ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ। ਸੋ ਹੁਣ ਅਸੀਂ ਪਾਰਟ ਨੰਬਰ 6 ਦੀ ਦੁਹਰਾਈ ਸ਼ੁਰੂ ਕਰਾਂਗੇ। ਇਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਹਦਾਇਤਾਂ ਦੇ ਸਮੂਹ ਨੂੰ ਡੈਸ਼ ਕਿਹਾ ਜਾਂਦਾ ਹੈ ਅਤੇ ਸਾਡੇ ਕੋਲ ਇਸ ਦੇ ਆਪਸ਼ਨ ਨੇ ਗਰੁੱਪ, ਸੌਫਟਵੇਅਰ, ਪ੍ਰੋਗਰਾਮ ਜਾਂ ਇਹਨਾਂ ਵਿੱਚ ਕੋਈ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ ਕਿਹੜੀ ਭਾਸ਼ਾ ਬਿਨਾਂ ਕਿਸੇ ਟਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੀ ਸਮਝੀ ਜਾਂਦੀ ਹੈ। ਸਾਡੇ ਕੋਲ ਇਸ ਦੇ ਆਪਸ਼ਨ ਨੇ ਪ੍ਰੋਸੀਜਰ ਓਰੀਐਂਟਡ ਭਾਸ਼ਾ, ਮਸ਼ੀਨ ਭਾਸ਼ਾ, ਅਸੈਂਬਲੀ ਭਾਸ਼ਾ ਜਾਂ ਹਾਈ ਲੈਵਲ ਭਾਸ਼ਾ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਮਸ਼ੀਨ ਭਾਸ਼ਾ ਬਿਨਾਂ ਕਿਸੇ ਟਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੀ ਸਮਝੀ ਜਾਂਦੀ ਹੈ। ਤੀਸਰਾ ਪ੍ਰਸ਼ਨ ਹੈ ਨਮੋਨਿਕ ਕੋਡ ਅਤੇ ਚਿੰਨ੍ਹਾਤਮਕ ਐਡਰੈਸ ਕਿਹੜੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਵਰਤੇ ਜਾਂਦੇ ਹਨ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਆਬਜੈਕਟ ਓਰੀਐਂਟਡ ਭਾਸ਼ਾ, ਨੌਨ ਪ੍ਰੋਸੀਜਰਲ ਭਾਸ਼ਾ, ਅਸੈਂਬਲੀ ਭਾਸ਼ਾ ਜਾਂ ਮਸ਼ੀਨ ਭਾਸ਼ਾ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਨਮੋਨਿਕ ਕੋਡ ਅਤੇ ਚਿੰਨ੍ਹਾਤਮਕ ਐਡਰੈਸ ਅਸੈਂਬਲੀ ਭਾਸ਼ਾ ਪ੍ਰੋਗਰਾਮਿੰਗ ਭਾਸ਼ਾ ਵਿੱਚ ਵਰਤੇ ਜਾਂਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਕਿਹੜਾ ਟਰਾਂਸਲੇਟਰ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਕੋਡ ਨੂੰ ਟਰਾਂਸਲੇਟ ਕਰਦੇ ਸਮੇਂ ਆਬਜੈਕਟ ਕੋਡ ਵਿੱਚ ਸਟੋਰ ਨਹੀਂ ਕਰਦਾ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ ਟਰਾਂਸਲੇਟਰ, ਕੰਪਾਈਲਰ, ਅਸੈਂਬਲਰ ਜਾਂ ਟਰਾਂਸਲੇਟਰ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਇੰਟਰਪ੍ਰੇਟਰ। ਟਰਾਂਸਲੇਟਰ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਕੋਡ ਨੂੰ ਟਰਾਂਸਲੇਟ ਕਰਦੇ ਸਮੇਂ ਆਬਜੈਕਟ ਕੋਡ ਵਿੱਚ ਸਟੋਰ ਨਹੀਂ ਕਰਦਾ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਪ੍ਰੋਗਰਾਮ ਵਿੱਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਕੰਪਾਈਲੇਸ਼ਨ, ਕੋਡਿੰਗ, ਡਿਬੱਗਿੰਗ ਜਾਂ ਦਸਤਾਵੇਜ਼ੀਕਰਨ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਪ੍ਰੋਗਰਾਮ ਵਿੱਚ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ ਡਿਬੱਗਿੰਗ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਇੱਕ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਇੱਕ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸ ਨੂੰ ਪ੍ਰੋਗਰਾਮਰ ਕਿਹਾ ਜਾਂਦਾ ਹੈ। ਅੱਗੇ ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਹਾਰਡਵੇਅਰ ਸੰਬੰਧੀ ਲੋ ਲੈਵਲ ਅੰਦਰੂਨੀ ਜਾਣਕਾਰੀ ਡੈਸ਼ ਪ੍ਰੋਗਰਾਮਿੰਗ ਭਾਸ਼ਾ ਲਈ ਲੋੜੀਂਦੀ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਹਾਰਡਵੇਅਰ ਸੰਬੰਧੀ ਲੋ ਲੈਵਲ ਅੰਦਰੂਨੀ ਜਾਣਕਾਰੀ ਲੋ ਲੈਵਲ ਪ੍ਰੋਗਰਾਮਿੰਗ ਭਾਸ਼ਾ ਲਈ ਲੋੜੀਂਦੀ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਐਲਗੋਰਿਥਮ ਦੀ ਚਿੱਤਰਾਤਮਕ ਪ੍ਰਸਤੁਤੀ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸਦਾ ਉੱਤਰ ਹੈ ਐਲਗੋਰਿਥਮ ਦੀ ਚਿੱਤਰਾਤਮਕ ਪ੍ਰਸਤੁਤੀ ਨੂੰ ਫਲੋ ਚਾਰਟ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਆਬਜੈਕਟ ਪ੍ਰੋਗਰਾਮ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ
ਡੈਸ਼ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਇਸ ਖਾਲੀ ਥਾਂ ਦਾ ਸਹੀ ਉੱਤਰ ਹੈ ਹਾਈ ਲੈਵਲ ਭਾਸ਼ਾ ਵਿੱਚ ਲਿਖੇ ਸੋਰਸ ਪ੍ਰੋਗਰਾਮ ਨੂੰ ਆਬਜੈਕਟ ਪ੍ਰੋਗਰਾਮ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਕੰਪਾਈਲੇਸ਼ਨ ਕਿਹਾ ਜਾਂਦਾ ਹੈ। ਇਹ ਪੰਜਵੀਂ ਖਾਲੀ ਥਾਂ ਹੈ। ਉਹ ਗਲਤੀਆਂ ਜੋ ਕੰਪਾਈਲਰ ਦੁਆਰਾ ਨਹੀਂ ਲੱਭੀਆਂ ਜਾ ਸਕਦੀਆਂ ਉਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸ ਖਾਲੀ ਥਾਂ ਦਾ ਸਹੀ ਉੱਤਰ ਹੈ ਉਹ ਗਲਤੀਆਂ ਜੋ ਕੰਪਾਈਲਰ ਦੁਆਰਾ ਨਹੀਂ ਲੱਭੀਆਂ ਜਾ ਸਕਦੀਆਂ ਉਹਨਾਂ ਨੂੰ ਲੌਜੀਕਲ ਐਰਰ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਹੇਠ ਲਿਖਿਆਂ ਦੇ ਪੂਰੇ ਰੂਪ ਲਿਖੋ, ਜਿਸ ਵਿੱਚ ਪਹਿਲਾ ਹੈ ਆਪਕੋਡ। ਆਪਕੋਡ ਦਾ ਪੂਰਾ ਨਾਮ ਹੁੰਦਾ ਆਪਰੇਸ਼ਨ ਕੋਡ। ਦੂਸਰਾ ਹੈ ਆਪਰੈਂਟ। ਆਪਰੈਂਟ ਦਾ ਪੂਰਾ ਨਾਮ ਹੈ ਆਪਰੇਸ਼ਨ ਐਡਰੈਸ। तीसरा है 4GL। 4GL का पूरा नाम है फोर्थ जनरेशन लैंग्वेज। चौथा है SQL। SQL का पूरा नाम है स्ट्रक्चर क्वेरी लैंग्वेज। पंजवां साडे कोल है उप का पूरा नाम है ऑब्जेक्ट ओरिएंटेड प्रोग्रामिंग। अगे साडे कोल छोटे वाला प्रश्न, जिस पहला प्रश्न है प्रोग्रामिंग की है। सो प्रोग्राम मुढ़ले तौर पर किसी काम नूं करन लई कंप्यूटर द्वारा समझिया जाण वालियां हदायतां दा समूह हुंदे हन। प्रोग्राम नूं लिखण दा प्रोसैस प्रोग्रामिंग अखवांदा है। ਉਹ ਵਿਅਕਤੀ ਜੋ ਪ੍ਰੋਗਰਾਮ ਲਿਖਦਾ ਹੈ ਉਸਨੂੰ ਪ੍ਰੋਗਰਾਮਰ ਕਿਹਾ ਜਾਂਦਾ ਹੈ। ਜਦੋਂ ਪ੍ਰੋਗਰਾਮਰ ਕਿਸੇ ਪ੍ਰੋਗਰਾਮ ਨੂੰ ਲਿਖਦਾ ਹੈ ਤਾਂ ਉਹ ਇੱਕ ਖਾਸ ਪ੍ਰੋਸੈਸ ਵਿੱਚੋਂ ਲੰਘਦਾ ਹੈ। ਪ੍ਰੋਗਰਾਮ ਬਣਾਉਣ ਦਾ ਇਹ ਪ੍ਰੋਸੈਸ ਪ੍ਰੋਗਰਾਮਿੰਗ ਪ੍ਰੋਸੈਸ ਅਖਵਾਉਂਦਾ ਹੈ। ਅੱਗੇ ਦੂਸਰਾ ਪ੍ਰਸ਼ਨ ਹੈ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਭਾਸ਼ਾਵਾਂ ਕਿਹੜੀਆਂ ਹੁੰਦੀਆਂ ਹਨ। ਸੋ ਇਸ ਦਾ ਸਹੀ ਉੱਤਰ ਹੈ ਪ੍ਰੋਸੀਜਰ ਓਰੀਐਂਟਡ ਪ੍ਰੋਗਰਾਮਿੰਗ ਭਾਸ਼ਾਵਾਂ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀਆਂ ਤੀਸਰੀ ਜਨਰੇਸ਼ਨ ਦੀਆਂ ਭਾਸ਼ਾਵਾਂ ਕਿਹਾ ਜਾਂਦਾ ਹੈ। ਪ੍ਰੋਸੀਜਰਲ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਲਈ ਉਸ ਨੂੰ ਛੋਟੇ ਪ੍ਰੋਸੀਜਰਾਂ ਵਿੱਚ ਵੰਡ ਕੇ ਬਣਾਇਆ ਜਾਂਦਾ ਹੈ। ਹਰ ਇੱਕ ਪ੍ਰੋਸੀਜਰ ਵਿੱਚ ਕਿਸੇ ਖਾਸ ਕੰਮ ਨੂੰ ਕਰਵਾਉਣ ਲਈ ਹਦਾਇਤਾਂ ਦੀ ਇੱਕ ਲੜੀ ਲਿਖੀ ਜਾਂਦੀ ਹੈ। ਫੋਰਟਰਾਨ, ਕੋਬੋਲ, ਪਾਸਕਲ, ਸੀ ਆਦਿ ਕੁਝ ਮਸ਼ਹੂਰ ਪ੍ਰੋਸੀਜਰਲ ਭਾਸ਼ਾਵਾਂ ਦੀਆਂ ਉਦਾਹਰਨਾਂ ਹਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਫਲੋ ਚਾਰਟ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਚਿੰਨ੍ਹਾਂ ਦੇ ਨਾਂ ਲਿਖੋ। ਸੋ ਫਲੋ ਚਾਰਟ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਚਿੰਨ੍ਹਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਅੰਡਾਕਾਰ, ਜਿਸ ਨੂੰ ਟਰਮੀਨਲ ਦੇ ਤੌਰ ਤੇ ਵਰਤਿਆ ਜਾਂਦਾ। ਦੂਸਰਾ ਹੈ ਸਮਾਂਤਰ ਚਤੁਰਭੁਜ, ਇਸ ਨੂੰ ਇਨਪੁਟ ਅਤੇ ਆਊਟਪੁੱਟ ਦੇ ਲਈ ਵਰਤਿਆ ਜਾਂਦਾ। ਦੂਸਰਾ ਹੈ ਸਮਾਂਤਰ ਚਤੁਰਭੁਜ, ਇਸ ਨੂੰ ਇਨਪੁਟ ਅਤੇ ਆਊਟਪੁੱਟ ਦੇ ਲਈ ਤੌਰ ਤੇ ਵਰਤਿਆ ਜਾਂਦਾ। ਤੀਸਰਾ ਹੈ ਆਇਤ, ਆਇਤ ਨੂੰ ਪ੍ਰੋਸੈਸਿੰਗ ਲਈ ਵਰਤਿਆ ਜਾਂਦਾ। ਚੌਥਾ ਰੋਮਬਸ, ਰੋਮਬਸ ਨੂੰ ਡਾਇਮੰਡ ਦੇ ਤੌਰ ਤੇ ਵਰਤਿਆ ਜਾਂਦਾ। ਪੰਜਵਾਂ ਹੈ ਤੀਰ, ਤੀਰ ਨੂੰ ਫਲੋ ਜਾਂ ਲਾਈਨਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ। ਛੇਵਾਂ ਹੈ ਚੱਕਰ, ਚੱਕਰ ਨੂੰ ਕਨੈਕਟਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਪ੍ਰੋਗਰਾਮਿੰਗ ਪ੍ਰੋਸੈਸ ਵਿੱਚ ਵਰਤੇ ਜਾਣ ਵਾਲੇ ਸਟੈਪਾਂ ਦੇ ਨਾਮ ਲਿਖੋ। ਸੋ ਪ੍ਰੋਗਰਾਮਿੰਗ ਪ੍ਰੋਸੈਸ ਵਿੱਚ ਵਰਤੇ ਜਾਣ ਵਾਲੇ ਸਟੈਪਾਂ ਦੇ ਨਾਮ ਹੇਠ ਲਿਖਣ ਅਨੁਸਾਰ ਹੈ, ਜਿਸ ਵਿੱਚ ਪਹਿਲਾ ਹੈ ਹੱਲ ਕੀਤੀ ਜਾਣ ਵਾਲੀ ਸਮੱਸਿਆ ਨੂੰ ਪਰਿਭਾਸ਼ਿਤ ਕਰਨਾ। ਦੂਸਰਾ ਸਮੱਸਿਆ ਦੇ ਹੱਲ ਲਈ ਯੋਜਨਾ ਤਿਆਰ ਕਰਨਾ। ਤੀਸਰਾ ਹਾਈ ਲੈਵਲ ਭਾਸ਼ਾ ਵਿੱਚ ਹੱਲ ਲਈ ਕੋਡਿੰਗ ਕਰਨਾ। ਚੌਥਾ ਪ੍ਰੋਗਰਾਮ ਨੂੰ ਕੰਪਾਈਲ ਕਰਨਾ। ਪੰਜਵਾਂ ਪ੍ਰੋਗਰਾਮ ਨੂੰ ਟੈਸਟ ਅਤੇ ਡਿਬੱਗ ਕਰਨਾ। ਅਤੇ ਛੇਵਾਂ ਪ੍ਰੋਗਰਾਮ ਦਾ ਦਸਤਾਵੇਜ਼ੀਕਰਨ ਕਰਨਾ। ਉਸ ਤੋਂ ਬਾਅਦ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਸਿੰਟੈਕਸ ਗਲਤੀਆਂ ਕੀ ਹੁੰਦੀਆਂ ਹਨ। ਸੋ ਸਿੰਟੈਕਸ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਨਿਯਮਾਂ ਜਾਂ ਸਿੰਟੈਕਸ ਦੀ ਵਰਤੋਂ ਨਹੀਂ ਕਰਦੇ। ਕੰਪਾਈਲੇਸ਼ਨ ਦੌਰਾਨ ਇਸ ਤਰ੍ਹਾਂ ਦੀਆਂ ਗਲਤੀਆਂ ਆਪਣੇ ਆਪ ਲੱਭੀਆਂ ਜਾਂਦੀਆਂ ਹਨ। ਇੱਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਉਸ ਸਮੇਂ ਤੱਕ ਕੰਪਾਈਲ ਨਹੀਂ ਕੀਤਾ ਜਾਂਦਾ ਜਦੋਂ ਤੱਕ ਪ੍ਰੋਗਰਾਮ ਵਿਚਲੀਆਂ ਸਾਰੀਆਂ ਸਿੰਟੈਕਸ ਗਲਤੀਆਂ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਨੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਲੋ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਕੀ ਹੁੰਦੀਆਂ ਹਨ, ਇਹਨਾਂ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਕਰੋ। ਸੋ ਮਸ਼ੀਨ ਅਤੇ ਅਸੈਂਬਲੀ ਭਾਸ਼ਾਵਾਂ ਨੂੰ ਲੋ ਲੈਵਲ ਭਾਸ਼ਾਵਾਂ ਕਿਹਾ ਜਾਂਦਾ ਹੈ। ਇਹ ਭਾਸ਼ਾਵਾਂ ਕੰਪਿਊਟਰ ਹਾਰਡਵੇਅਰ ਨਾਲ ਸਿੱਧਾ ਸੰਪਰਕ ਕਰ ਸਕਦੀਆਂ ਹਨ। ਇਹ ਡਿਵਾਈਸ ਡਰਾਈਵਰ ਆਪਰੇਟਿੰਗ ਸਿਸਟਮ ਲਈ ਕਰਨਲ ਹਾਈ ਪਰਫਾਰਮੈਂਸ ਕੋਡ ਆਦਿ ਡਿਵੈਲਪ ਕਰਨ ਲਈ ਵਰਤੀਆਂ ਜਾਂਦੀਆਂ ਹਨ। ਸੋ ਲੋ ਲੈਵਲ ਭਾਸ਼ਾਵਾਂ ਦੀ ਜਾਣਕਾਰੀ ਹੇਠ ਲਿਖਣ ਅਨੁਸਾਰ ਹੈ, ਜਿਸ ਵਿੱਚ ਪਹਿਲੀ ਹੈ ਮਸ਼ੀਨ ਭਾਸ਼ਾ। ਮਸ਼ੀਨ ਭਾਸ਼ਾ ਨੂੰ ਬਾਈਨਰੀ ਭਾਸ਼ਾ ਕਿਹਾ ਜਾਂਦਾ ਹੈ। ਇਸ ਭਾਸ਼ਾ ਨੂੰ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਪਹਿਲੀ ਜਨਰੇਸ਼ਨ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਮਸ਼ੀਨ ਭਾਸ਼ਾ ਕੰਪਿਊਟਰ ਸਿਸਟਮਾਂ ਦੀ ਮੁੱਢਲੀ ਭਾਸ਼ਾ ਹੈ, ਕਿਉਂਕਿ ਇਸ ਭਾਸ਼ਾ ਨੂੰ ਕੰਪਿਊਟਰ ਸਿਸਟਮ ਸਿੱਧੇ ਤੌਰ ਤੇ ਸਮਝਦਾ ਹੈ। ਇਹ ਭਾਸ਼ਾ ਦੋ ਬਾਈਨਰੀ ਅੰਕਾਂ 0 ਅਤੇ 1 ਤੋਂ ਮਿਲ ਕੇ ਬਣਦੀ ਹੈ। ਉਸ ਤੋਂ ਬਾਅਦ ਦੂਸਰੀ ਭਾਸ਼ਾ ਹੈ ਅਸੈਂਬਲੀ ਭਾਸ਼ਾ। ਅਸੈਂਬਲੀ ਭਾਸ਼ਾ ਨੂੰ ਚਿੰਨ੍ਹਾਤਮਕ ਭਾਸ਼ਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਭਾਸ਼ਾ ਵਿੱਚ ਬਾਈਨਰੀ ਕੋਡ ਦੀ ਬਜਾਏ ਹਦਾਇਤਾਂ ਦੇ ਚਿੰਨ੍ਹਾਤਮਕ ਨਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਭਾਸ਼ਾ ਨੂੰ ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਦੂਜੀ ਜਨਰੇਸ਼ਨ ਦੀ ਭਾਸ਼ਾ ਵੀ ਮੰਨਿਆ ਜਾਂਦਾ ਹੈ। ਮਸ਼ੀਨੀ ਭਾਸ਼ਾ ਦੀ ਤੁਲਨਾ ਵਿੱਚ
ਅਸੈਂਬਲੀ ਭਾਸ਼ਾ ਦਾ ਮੁੱਖ ਫਾਇਦਾ ਇਹ ਹੈ ਕਿ ਇਸ ਨਾਲ ਕੋਡਿੰਗ ਕਰਨ ਵਿੱਚ ਲੱਗਣ ਵਾਲਾ ਸਮਾਂ ਘੱਟ ਜਾਂਦਾ ਹੈ ਅਤੇ ਪ੍ਰੋਗਰਾਮਰ ਦੁਆਰਾ ਯਾਦ ਰੱਖਣ ਵਾਲੀ ਜਾਣਕਾਰੀ ਵੀ ਘੱਟ ਜਾਂਦੀ ਹੈ। ਅੱਗੇ ਹੁਣ ਅਸੀਂ ਲੋਅ ਲੈਵਲ ਭਾਸ਼ਾ ਦੇ ਲਾਭ ਬਾਰੇ ਜਾਣਾਂਗੇ। ਇਸ ਦਾ ਪਹਿਲਾ ਲਾਭ ਹੈ ਲੋਅ ਲੈਵਲ ਭਾਸ਼ਾ ਨੂੰ ਬਿਨਾਂ ਕਿਸੇ ਟਰਾਂਸਲੇਸ਼ਨ ਦੇ ਸਿੱਧੇ ਤੌਰ ਤੇ ਕੰਪਿਊਟਰ ਦੁਆਰਾ ਸਮਝਿਆ ਜਾ ਸਕਦਾ ਹੈ। ਦੂਸਰਾ ਪੁਆਇੰਟ ਹੈ ਲੋਅ ਲੈਵਲ ਭਾਸ਼ਾ ਉੱਪਰ ਬਿਨਾਂ ਕਿਸੇ ਦੇਰੀ ਦੇ ਕੰਪਿਊਟਰ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਹੁਣ ਅਸੀਂ ਲੋਅ ਲੈਵਲ ਭਾਸ਼ਾਵਾਂ ਦੀਆਂ ਹਾਨੀਆਂ ਜਾਂ ਕਮੀਆਂ ਬਾਰੇ ਜਾਣਾਂਗੇ। ਇਸ ਦੀ ਪਹਿਲੀ ਕਮੀ ਹੈ ਲੋਅ ਲੈਵਲ ਭਾਸ਼ਾ ਵਿੱਚ ਗਲਤੀਆਂ ਨੂੰ ਲੱਭਣ ਲਈ ਬਹੁਤ ਸਮਾਂ ਲੱਗਦਾ ਹੈ। ਦੂਸਰਾ ਹੈ ਲੋਅ ਲੈਵਲ ਭਾਸ਼ਾ ਵਿੱਚ ਪ੍ਰੋਗਰਾਮਿੰਗ ਲਈ ਹਾਰਡਵੇਅਰ ਦੀ ਅੰਦਰੂਨੀ ਬਣਤਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੁੰਦਾ ਹੈ। ਤੀਸਰਾ ਹੈ ਲੋਅ ਲੈਵਲ ਪ੍ਰੋਗਰਾਮਾਂ ਨੂੰ ਵੱਖ-ਵੱਖ ਬਣਤਰ ਵਾਲੇ ਕੰਪਿਊਟਰਾਂ ਉੱਪਰ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮਸ਼ੀਨ ਡਿਪੈਂਡੈਂਟ ਪ੍ਰੋਗਰਾਮ ਹੁੰਦੇ ਹਨ। ਅੱਗੇ ਦੂਸਰਾ ਪ੍ਰਸ਼ਨ ਹੈ ਭਾਸ਼ਾ ਟਰਾਂਸਲੇਟਰ ਕੀ ਹੁੰਦੇ ਹਨ? ਕਿਸੇ ਇੱਕ ਭਾਸ਼ਾ ਟਰਾਂਸਲੇਟਰ ਦੀ ਵਿਆਖਿਆ ਕਰੋ। ਭਾਸ਼ਾ ਟਰਾਂਸਲੇਟਰ ਉਹ ਸਿਸਟਮ ਪ੍ਰੋਗਰਾਮ ਹੁੰਦੇ ਹਨ ਜੋ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਭਾਸ਼ਾ ਟਰਾਂਸਲੇਟਰਾਂ ਨੂੰ ਭਾਸ਼ਾ ਪ੍ਰੋਸੈਸਰ ਵੀ ਕਿਹਾ ਜਾਂਦਾ ਹੈ। ਭਾਸ਼ਾ ਟਰਾਂਸਲੇਟਰ ਦੇ ਦੋ ਮੁੱਖ ਕੰਮ ਹੁੰਦੇ ਹਨ। ਪਹਿਲਾ, ਸੋਰਸ ਪ੍ਰੋਗਰਾਮਾਂ ਨੂੰ ਆਬਜੈਕਟ ਕੋਡ ਵਿੱਚ ਟਰਾਂਸਲੇਟ ਕਰਨਾ ਅਤੇ ਦੂਜਾ, ਸੋਰਸ ਪ੍ਰੋਗਰਾਮ ਵਿੱਚ ਸਿੰਟੈਕਸ ਗਲਤੀਆਂ ਦਾ ਪਤਾ ਲਗਾਉਣਾ। ਅਸੈਂਬਲਰ, ਇੰਟਰਪ੍ਰੇਟਰ ਅਤੇ ਕੰਪਾਈਲਰ ਭਾਸ਼ਾ ਟਰਾਂਸਲੇਟਰ ਦੀਆਂ ਮੁੱਖ ਉਦਾਹਰਨਾਂ ਹਨ, ਜਿਸ ਵਿੱਚ ਹੁਣ ਅਸੀਂ ਇੰਟਰਪ੍ਰੇਟਰ ਬਾਰੇ ਜਾਣਾਂਗੇ। ਇੰਟਰਪ੍ਰੇਟਰ ਵਿੱਚ ਹਾਈ ਲੈਵਲ ਭਾਸ਼ਾ ਪ੍ਰੋਗਰਾਮ ਦੀ ਇੱਕ ਸਮੇਂ ਤੇ ਇੱਕ ਸਟੇਟਮੈਂਟ ਨੂੰ ਲਿਆ ਜਾਂਦਾ ਹੈ ਅਤੇ ਇਸ ਨੂੰ ਮਸ਼ੀਨੀ ਹਦਾਇਤਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ ਅਤੇ ਇਹਨਾਂ ਮਸ਼ੀਨੀ ਹਦਾਇਤਾਂ ਨੂੰ ਪ੍ਰੋਸੈਸਰ ਦੁਆਰਾ ਤੁਰੰਤ ਲਾਗੂ ਕਰ ਦਿੱਤਾ ਜਾਂਦਾ ਹੈ। ਇਸ ਵਿੱਚ ਜਦੋਂ ਵੀ ਅਸੀਂ ਪ੍ਰੋਗਰਾਮ ਨੂੰ ਚਲਾਉਣਾ ਹੁੰਦਾ ਹੈ ਤਾਂ ਸਾਨੂੰ ਹਰ ਵਾਰ ਪ੍ਰੋਗਰਾਮ ਨੂੰ ਟਰਾਂਸਲੇਟ ਕਰਨਾ ਪੈਂਦਾ ਹੈ। ਜਿਵੇਂ ਕਿ ਤੁਸੀਂ ਹੁਣ ਚਿੱਤਰ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਇੱਕ ਹਾਈ ਲੈਵਲ ਭਾਸ਼ਾ ਵਿੱਚ ਜਿਹੜਾ ਪ੍ਰੋਗਰਾਮ ਲਿਖਿਆ ਹੈ, ਜਦੋਂ ਅਸੀਂ ਉਸ ਨੂੰ ਇਨਪੁਟ ਦੇ ਤੌਰ ਤੇ ਇੰਟਰਪ੍ਰੇਟਰ ਕੋਲ ਭੇਜਦੇ ਹਾਂ, ਇੰਟਰਪ੍ਰੇਟਰ ਪੂਰੇ ਹਾਈ ਲੈਵਲ ਭਾਸ਼ਾ ਵਿੱਚ ਪ੍ਰੋਗਰਾਮ ਨੂੰ ਪੜ੍ਹਨ ਤੋਂ ਬਾਅਦ ਆਉਟਪੁੱਟ ਦੇ ਤੌਰ ਤੇ ਇਸ ਪ੍ਰੋਗਰਾਮ ਦਾ ਜਿਹੜਾ ਨਤੀਜਾ ਹੈ ਉਹ ਪੇਸ਼ ਕਰ ਦਿੰਦਾ ਹੈ। ਇੰਟਰਪ੍ਰੇਟਰ ਦੁਆਰਾ ਪ੍ਰੋਗਰਾਮ ਨੂੰ ਟਰਾਂਸਲੇਟ ਅਤੇ ਚਲਾਉਣ ਲਈ ਜ਼ਿਆਦਾ ਮੈਮਰੀ ਦੀ ਲੋੜ ਨਹੀਂ ਹੁੰਦੀ। ਇੰਟਰਪ੍ਰੇਟਰ ਦੀ ਮੁੱਖ ਹਾਨੀ ਇਹ ਹੈ ਕਿ ਇਹਨਾਂ ਨੂੰ ਕੰਪਿਊਟਰ ਸਿਸਟਮ ਉੱਪਰ ਚਲਾਉਣ ਲਈ ਜ਼ਿਆਦਾ ਸਮੇਂ ਦੀ ਲੋੜ ਪੈਂਦੀ ਹੈ ਕਿਉਂਕਿ ਜਦੋਂ ਵੀ ਪ੍ਰੋਗਰਾਮ ਨੂੰ ਚਲਾਇਆ ਜਾਂਦਾ ਹੈ ਤਾਂ ਇਸ ਦੇ ਸੋਰਸ ਪ੍ਰੋਗਰਾਮ ਨੂੰ ਹਰ ਵਾਰ ਟਰਾਂਸਲੇਟ ਕੀਤਾ ਜਾਂਦਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਐਲਗੋਰਿਥਮ ਕੀ ਹੁੰਦਾ ਹੈ? ਉਹਨਾਂ ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜੋ ਇੱਕ ਐਲਗੋਰਿਥਮ ਵਿੱਚ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਸਮੱਸਿਆ ਨੂੰ ਲੜੀਵਾਰ ਤਰੀਕੇ ਨਾਲ ਹੱਲ ਕਰਨ ਦੀ ਪ੍ਰਕਿਰਿਆ ਨੂੰ ਐਲਗੋਰਿਥਮ ਕਿਹਾ ਜਾਂਦਾ ਹੈ। ਇਸ ਦੇ ਰਾਹੀਂ ਅਸੀਂ ਪਹਿਲਾਂ ਸਮੱਸਿਆ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡ ਕੇ ਉਸ ਦਾ ਹੱਲ ਕੱਢਦੇ ਹਾਂ। ਇੱਕ ਐਲਗੋਰਿਥਮ ਵਿੱਚ ਸੀਮਿਤ ਕਦਮ ਹੁੰਦੇ ਹਨ ਅਤੇ ਇਸ ਦਾ ਨਤੀਜਾ ਹਰ ਹਾਲਤ ਵਿੱਚ ਨਿਕਲਦਾ ਹੀ ਹੈ, ਪਰ ਜਦੋਂ ਐਲਗੋਰਿਥਮ ਵਿੱਚ ਦੱਸੇ ਕਦਮ ਸਹੀ ਹੁੰਦੇ ਹਨ ਅਤੇ ਇਹਨਾਂ ਅਨੁਸਾਰ ਕੰਮ ਕੀਤਾ ਜਾਂਦਾ ਹੈ ਤਾਂ ਲੋੜੀਂਦੀ ਆਉਟਪੁੱਟ ਮਿਲਦੀ ਹੈ। ਇੱਕ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਇੱਕ ਪ੍ਰੋਗਰਾਮਰ ਪਹਿਲਾਂ ਐਲਗੋਰਿਥਮ ਸੈੱਟ ਕਰਦਾ ਹੈ ਤਾਂ ਜੋ ਉਹ ਦਿੱਤੀ ਸਮੱਸਿਆ ਨੂੰ ਹੱਲ ਕਰਨ ਲਈ ਸੰਭਵ ਵਿਕਲਪਾਂ ਨੂੰ ਵੇਖ ਸਕੇ। ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਜੋ ਇੱਕ ਐਲਗੋਰਿਥਮ ਵਿੱਚ ਹੋਣੀਆਂ ਚਾਹੀਦੀਆਂ ਹਨ, ਜਿਸ ਵਿੱਚ ਪਹਿਲਾ ਹੈ ਐਲਗੋਰਿਥਮ ਦਾ ਹਰ ਕਦਮ ਸਹੀ ਹੋਣਾ ਚਾਹੀਦਾ ਹੈ। ਦੂਸਰਾ ਪੁਆਇੰਟ ਹੈ ਹਰ ਕਦਮ ਸਪਸ਼ਟ ਹੋਣਾ ਚਾਹੀਦਾ ਹੈ, ਅਰਥਾਤ ਇਸ ਦਾ ਦੋਹਰਾ ਅਰਥ ਨਹੀਂ ਹੋਣਾ ਚਾਹੀਦਾ। ਤੀਸਰਾ, ਇਨਪੁਟ ਅਤੇ ਆਉਟਪੁੱਟ ਨੂੰ ਸਾਵਧਾਨੀ ਨਾਲ ਨਿਰਧਾਰਿਤ ਕਰਨਾ ਚਾਹੀਦਾ ਹੈ। ਚੌਥਾ, ਕਦਮਾਂ ਨੂੰ ਅਨਿਸ਼ਚਿਤ ਸਮੇਂ ਲਈ ਦੁਹਰਾਇਆ ਜਾਣਾ ਚਾਹੀਦਾ ਹੈ। ਪੰਜਵਾਂ, ਕਦਮਾਂ ਨੂੰ ਲਾਗੂ ਕਰਨ ਤੋਂ ਬਾਅਦ ਲੋੜੀਂਦੀ ਆਉਟਪੁੱਟ ਹਰ ਹਾਲ ਵਿੱਚ ਪ੍ਰਾਪਤ ਹੋਣੀ ਚਾਹੀਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਕੰਪਿਊਟਰ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਦਾ ਵਰਣਨ ਕਰੋ। ਕੰਪਿਊਟਰ ਪ੍ਰੋਗਰਾਮਾਂ ਵਿੱਚ ਗਲਤੀਆਂ ਨੂੰ ਬਗ ਕਿਹਾ ਜਾਂਦਾ ਹੈ ਅਤੇ ਇਹਨਾਂ ਗਲਤੀਆਂ ਨੂੰ ਲੱਭਣਾ ਅਤੇ ਠੀਕ ਕਰਨ ਦੀ ਪ੍ਰਕਿਰਿਆ ਨੂੰ ਡਿਬੱਗਿੰਗ ਕਿਹਾ ਜਾਂਦਾ ਹੈ। ਕੰਪਿਊਟਰ ਪ੍ਰੋਗਰਾਮ ਵਿੱਚ ਸਿੰਟੈਕਸ ਅਤੇ ਲੌਜੀਕਲ ਗਲਤੀਆਂ ਮਿਲਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਹੁਣ ਹੇਠਾਂ ਪੜਾਂਗੇ। ਜਿਸ ਵਿੱਚ ਪਹਿਲਾ ਹੈ ਸਿੰਟੈਕਸ ਗਲਤੀਆਂ। ਸਿੰਟੈਕਸ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਅਸੀਂ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕਰਨ ਵਾਲੇ ਨਿਯਮ ਜਾਂ ਸਿੰਟੈਕਸ ਦੀ ਵਰਤੋਂ ਨਹੀਂ ਕਰਦੇ। ਕੰਪਾਈਲਰ ਦੁਆਰਾ ਕੰਪਾਈਲੇਸ਼ਨ ਪ੍ਰਕਿਰਿਆ ਦੌਰਾਨ ਇਸ ਕਿਸਮ ਦੀਆਂ ਗਲਤੀਆਂ ਆਪਣੇ ਆਪ ਲੱਭੀਆਂ ਜਾਂਦੀਆਂ ਹਨ। ਇੱਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਉਸ ਸਮੇਂ ਤੱਕ ਕੰਪਾਈਲ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਪ੍ਰੋਗਰਾਮ ਵਿਚਲੀਆਂ ਸਾਰੀਆਂ ਸਿੰਟੈਕਸ ਗਲਤੀਆਂ ਨੂੰ ਠੀਕ ਨਹੀਂ ਕਰ ਦਿੱਤਾ ਜਾਂਦਾ। ਸਿੰਟੈਕਸ ਗਲਤੀਆਂ ਦੀਆਂ ਕੁਝ ਉਦਾਹਰਨਾਂ ਜਿਵੇਂ ਕਿ ਸੈਮੀਕੋਲਨ ਨਾ ਲਗਾਉਣਾ, ਵੇਰੀਏਬਲ ਡੈਕਲੇਰੇਸ਼ਨ ਕਰਨਾ ਭੁੱਲ ਜਾਣਾ, ਕੰਪਾਊਂਡ ਸਟੇਟਮੈਂਟ ਨਾ ਲਗਾਉਣਾ ਆਦਿ। ਅੱਗੇ ਹੁਣ ਅਸੀਂ ਦੂਸਰੀ ਜਿਹੜੀ ਗਲਤੀ ਹੈ ਲੌਜੀਕਲ ਗਲਤੀਆਂ ਉਸ ਬਾਰੇ ਪੜਾਂਗੇ।
ਸੋ ਲੌਜੀਕਲ ਗਲਤੀਆਂ ਉਦੋਂ ਹੁੰਦੀਆਂ ਹਨ ਜਦੋਂ ਪ੍ਰੋਗਰਾਮ ਦੇ ਲੌਜਿਕ ਵਿੱਚ ਗਲਤੀਆਂ ਹੁੰਦੀਆਂ ਹਨ। ਜੇਕਰ ਸਾਡੇ ਪ੍ਰੋਗਰਾਮ ਵਿੱਚ ਲੌਜੀਕਲ ਗਲਤੀਆਂ ਨਾ ਹੋਣ ਤਾਂ ਇਹ ਸਫਲਤਾਪੂਰਵਕ ਕੰਪਾਈਲ ਤਾਂ ਹੋ ਜਾਵੇਗਾ, ਪਰ ਇਹ ਗਲਤ ਨਤੀਜੇ ਜਾਂ ਆਉਟਪੁੱਟ ਪੈਦਾ ਕਰ ਸਕਦਾ ਹੈ। ਕੰਪਾਈਲਰ ਦੁਆਰਾ ਅਜਿਹੀਆਂ ਗਲਤੀਆਂ ਲੱਭੀਆਂ ਨਹੀਂ ਜਾ ਸਕਦੀਆਂ। ਇਹ ਗਲਤੀਆਂ ਜਾਂ ਤਾਂ ਪ੍ਰੋਗਰਾਮਰ ਦੁਆਰਾ ਖੁਦ ਲੱਭੀਆਂ ਜਾ ਸਕਦੀਆਂ ਹਨ ਜਾਂ ਕੁਝ ਡਿਬਗਿੰਗ ਟੂਲ ਅਜਿਹੀਆਂ ਗਲਤੀਆਂ ਨੂੰ ਲੱਭਣ ਲਈ ਵਰਤੇ ਜਾ ਸਕਦੇ ਹਨ। ਸੋ ਪ੍ਰੋਗਰਾਮਰ ਵੀ ਆਉਟਪੁੱਟ ਦੀ ਜਾਂਚ ਕਰਕੇ ਕੋਈ ਵੀ ਗਲਤ ਲੌਜਿਕ ਲੱਭ ਸਕਦਾ ਹੈ। ਅੱਗੇ ਹੁਣ ਅਸੀਂ ਪਾਰਟ ਨੰਬਰ 7 ਦੀ ਦੁਹਰਾਈ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁਪਸੰਦੀ ਪ੍ਰਸ਼ਨ। ਤਾਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, C ਇੱਕ ਡੈਸ਼ ਪਰਪਜ਼ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਸਪੈਸ਼ਲ, ਜਨਰਲ, ਆਬਜੈਕਟਿਵ ਜਾਂ ਇਹਨਾਂ ਵਿੱਚ ਕੋਈ ਨਹੀਂ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ C ਇੱਕ ਜਨਰਲ ਪਰਪਜ਼ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ। ਦੂਸਰੀ ਸਾਡੇ ਕੋਲ ਪ੍ਰਸ਼ਨ ਹੈ, ਹੇਠਾਂ ਲਿਖਿਆਂ ਵਿੱਚੋਂ ਕਿਹੜੀ ਆਈਡੈਂਟੀਫਾਇਰ ਦੀ ਸਹੀ ਉਦਾਹਰਨ ਨਹੀਂ ਹੈ, ਜਿਸ ਵਿੱਚ ਪਹਿਲਾ ਹੈ ਰੋਲ ਅੰਡਰਸਕੋਰ ਨੰਬਰ, ਦੂਸਰਾ ਹੈ ਪਰਸੈਂਟੇਜ ਏਜ ਅੰਡਰਸਕੋਰ ਮਾਰਕਸ, ਤੀਸਰਾ ਹੈ ਰੋਲ ਨੰਬਰ, ਚੌਥਾ ਮੇਨ। ਤਾਂ ਸਾਡੇ ਕੋਲ ਇਸਦਾ ਸਹੀ ਆਪਸ਼ਨ ਹੈ ਹੇਠਾਂ ਲਿਖਿਆਂ ਵਿੱਚੋਂ ਪਰਸੈਂਟੇਜ ਏਜ ਅੰਡਰਸਕੋਰ ਮਾਰਕਸ ਆਈਡੈਂਟੀਫਾਇਰ ਦੀ ਸਹੀ ਉਦਾਹਰਨ ਨਹੀਂ ਹੈ। ਤੀਸਰਾ ਸਾਡੇ ਕੋਲ ਹੈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਟੋਕਨ ਹੁੰਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਕੀਵਰਡ, ਵਿਸ਼ੇਸ਼ ਚਿੰਨ੍ਹ, ਲਿਟਰਲ ਜਾਂ ਇਹ ਸਾਰੇ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਹੇਠਾਂ ਲਿਖਿਆਂ ਵਿੱਚੋਂ ਇਹ ਸਾਰੇ ਹੀ ਟੋਕਨ ਹੁੰਦੇ ਹਨ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕੀਵਰਡ ਡਾਟਾ ਟਾਈਪ ਨੂੰ ਨਹੀਂ ਦਰਸਾਉਂਦਾ। ਸਾਡੇ ਕੋਲ ਇਸਦੇ ਆਪਸ਼ਨ ਹੈ ਇਨਟ, ਫਲੋਟ, ਕਾਂਸਟੈਂਟ ਜਾਂ ਕੈਰ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਹੇਠਾਂ ਲਿਖਿਆਂ ਵਿੱਚੋਂ ਕਾਂਸਟੈਂਟ ਕੀਵਰਡ ਡਾਟਾ ਟਾਈਪ ਨੂੰ ਨਹੀਂ ਦਰਸਾਉਂਦਾ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਡੈਸ਼ ਦੀ ਵਰਤੋਂ ਪ੍ਰੋਗਰਾਮ ਵਿੱਚ ਕੋਡ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਕੰਪਾਈਲਰ, ਕਮੈਂਟ, ਲਿਟਰਲ ਜਾਂ ਆਈਡੈਂਟੀਫਾਇਰ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਕਮੈਂਟ ਦੀ ਵਰਤੋਂ ਪ੍ਰੋਗਰਾਮ ਵਿੱਚ ਕੋਡ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ, ਜਿਸ ਵਿੱਚ ਪਹਿਲਾ ਖਾਲੀ ਥਾਂ ਹੈ, ਡੈਸ਼ ਇੱਕ ਪ੍ਰੋਗਰਾਮ ਵਿੱਚ ਸਭ ਤੋਂ ਛੋਟੀਆਂ ਵਿਅਕਤੀਗਤ ਇਕਾਈਆਂ ਹੁੰਦੀਆਂ ਹਨ। ਸਾਡੇ ਕੋਲ ਜੋ ਆਨਸਰ ਹੈ ਟੋਕਨ। ਦੂਸਰਾ ਹੈ ਪ੍ਰੋਗਰਾਮ ਦੇ ਐਲੀਮੈਂਟ ਜਿਵੇਂ ਕਿ ਵੇਰੀਏਬਲ, ਕਾਂਸਟੈਂਟ, ਐਰੋ, ਫੰਕਸ਼ਨ, ਸਟਰਕਚਰ ਆਦਿ ਨੂੰ ਦਿੱਤੇ ਨਾਮ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਆਈਡੈਂਟੀਫਾਈ। ਤੀਸਰਾ ਹੈ ਉਹ ਪ੍ਰੋਗਰਾਮ ਦੇ ਤੱਤ ਜੋ ਆਪਣਾ ਮੁੱਲ ਪ੍ਰੋਗਰਾਮ ਚੱਲਣ ਦੌਰਾਨ ਬਦਲਣ ਦੀ ਆਗਿਆ ਨਹੀਂ ਦਿੰਦੇ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਹਦਾ ਉੱਤਰ ਹੈ ਕਾਂਸਟੈਂਟ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ, ਸਿੰਗਲ ਪ੍ਰੀਸੀਜ਼ਨ ਮੁੱਲਾਂ ਨਾਲ ਕੰਮ ਕਰਨ ਲਈ ਅਸੀਂ ਡੈਸ਼ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਫਲੋਟ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ, ਹੈਡਰ ਫਾਈਲ ਦੀ ਐਕਸਟੈਂਸ਼ਨ ਡੈਸ਼ ਹੁੰਦੀ ਹੈ। ਸਾਡੇ ਕੋਲ ਇਹਦਾ ਆਪਸ਼ਨ ਹੈ .h। ਅੱਗੇ ਸਾਡੇ ਕੋਲ ਹੇਠ ਲਿਖਿਆਂ ਦੇ ਪੂਰੇ ਰੂਪ ਲਿਖੋ, ਜਿਸ ਵਿੱਚ ਪਹਿਲਾ ਹੈ ਫੋਰਟਰਾਨ ਦਾ ਪੂਰਾ ਨਾਮ ਹੁੰਦਾ ਫਾਰਮੂਲਾ ਟ੍ਰਾਂਸਲੇਸ਼ਨ। ਦੂਸਰਾ ਹੈ BCPL ਦਾ ਪੂਰਾ ਨਾਮ ਹੈ ਬੇਸਿਕ ਕੰਬਾਈਨਡ ਪ੍ਰੋਗਰਾਮਿੰਗ ਲੈਂਗੁਏਜ। ਤੀਸਰਾ ਹੈ IDE ਦਾ ਪੂਰਾ ਨਾਮ ਹੈ ਇੰਟੀਗ੍ਰੇਟਡ ਡਿਵੈਲਪਮੈਂਟ ਇਨਵਾਇਰਨਮੈਂਟ। ਚੌਥਾ ਸਾਡੇ ਕੋਲ ਹੈ STDIO.h, ਇਸ ਦਾ ਪੂਰਾ ਨਾਮ ਹੈ ਸਟੈਂਡਰਡ ਇਨਪੁਟ ਆਊਟਪੁੱਟ ਹੈਡਰ ਫਾਈਲ। ਅੱਗੇ ਸਾਡੇ ਕੋਲ ਪੰਜਵਾਂ ਹੈ Conio.h ਦਾ ਪੂਰਾ ਨਾਮ ਹੈ ਕੰਸੋਲ ਇਨਪੁਟ ਆਊਟਪੁੱਟ ਹੈਡਰ ਫਾਈਲ। ਛੇਵਾਂ ਸਾਡੇ ਕੋਲ ਹੈ ASCII ਦਾ ਪੂਰਾ ਨਾਮ ਹੈ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਅੱਗੇ ਸਾਡੇ ਕੋਲ ਛੋਟੇ ਉਤਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ C ਭਾਸ਼ਾ ਨੂੰ ਮਿਡਲ ਲੈਵਲ ਭਾਸ਼ਾ ਕਿਉਂ ਕਿਹਾ ਜਾਂਦਾ ਹੈ। ਸੋ C ਭਾਸ਼ਾ ਨੂੰ ਮਿਡਲ ਲੈਵਲ ਭਾਸ਼ਾ ਕਿਹਾ ਜਾਂਦਾ ਹੈ ਕਿਉਂਕਿ ਇਹ ਅਸਲ ਵਿੱਚ ਮਸ਼ੀਨ ਪੱਧਰ ਦੀ ਭਾਸ਼ਾ ਅਤੇ ਉੱਚ ਪੱਧਰ ਦੀ ਭਾਸ਼ਾ ਦੇ ਵਿੱਚ ਇੱਕ ਇੰਟਰਫੇਸ ਮੁਹੱਈਆ ਕਰਵਾਉਂਦੀ ਹੈ। C ਭਾਸ਼ਾ ਵਿੱਚ ਇਹਨਾਂ ਦੋਵੇਂ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਸਮਰੱਥਾ ਹੈ। ਇਸ ਦਾ ਮਤਲਬ ਇਹ ਹੈ ਕਿ C ਭਾਸ਼ਾ ਦੋਵੇਂ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਕਿ ਸਿਸਟਮ ਪ੍ਰੋਗਰਾਮ ਅਤੇ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਲਿਖਣ ਲਈ ਢੁਕਵੀਂ ਹੈ। ਦੂਸਰਾ ਪ੍ਰਸ਼ਨ ਹੈ ਕਰੈਕਟਰ ਸੈੱਟ ਕੀ ਹੁੰਦਾ ਹੈ। C ਭਾਸ਼ਾ ਵਿੱਚ ਵਰਤੇ ਜਾਣ ਵਾਲੇ ਕਰੈਕਟਰ ਅਤੇ ਵਿਸ਼ੇਸ਼ ਚਿੰਨ੍ਹਾਂ ਦੇ ਸਮੂਹ ਨੂੰ ਕਰੈਕਟਰ ਸੈੱਟ ਕਿਹਾ ਜਾਂਦਾ ਹੈ। ਅਸੀਂ ਕੋਈ ਵੀ ਭਾਸ਼ਾ ਤਾਂ ਹੀ ਸਿੱਖ ਸਕਦੇ ਹਾਂ ਜੇ ਅਸੀਂ ਉਸ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਕਰੈਕਟਰਾਂ ਦੀ ਜਾਣਕਾਰੀ ਰੱਖਦੇ ਹਾਂ। C ਭਾਸ਼ਾ ASCII ਕਰੈਕਟਰ ਸੈੱਟ ਦਾ ਸਮਰਥਨ ਕਰਦੀ ਹੈ। C ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰ ਅਤੇ ਚਿੰਨ੍ਹ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਅੰਗਰੇਜ਼ੀ ਭਾਸ਼ਾ ਦੇ ਛੋਟੇ ਅਤੇ ਵੱਡੇ ਅੱਖਰ। ਦੂਸਰਾ ਹੈ ਅੰਕ 0 ਤੋਂ ਲੈ ਕੇ 9 ਤੱਕ।
तीसरा है खास चिन्ह जिमें कि कोलन, एक्सक्लेमेशन, हैश, डॉलर, परसेंटेज, कैरेट, एम्परसैंड, एस्टरिक, पेरेंथीसिस ते हाइफन। लास्ट विच कुछ नॉन प्रिंटेबल करैक्टर जिमें कि न्यू लाइन, टैब एंड बैल आइकन। उस तो बाद साडे कोल है तीसरा प्रश्न, कीवर्ड की हुंदे हन। कीवर्ड नूं रिजर्व वर्ड भी कहा जाता है। कीवर्ड सी भाषा के कंपाइलर विच पहलां तो ही परिभाषित हुंदे हन। इन्हां शब्दां दा अर्थ पहलां तो ही परिभाषित किया गया हुंदा है। इन्हां कीवर्ड की वरतों विशेष उद्देश्यों लई कीती जांदी है। असीं इन्हां कीवर्ड के अर्थ बदल नहीं सकते। टर्बो सी भाषा विच इन्हां शब्दां नूं चिट्टे रंग विच दर्शाया जाता है। स्टैंडर्ड सी भाषा विच 32 कीवर्ड हुंदे हन। उदाहरण लई ऑटो, कॉन्सटेंट, डबल, फ्लोट, इनट, शॉर्ट, सब्ट्रैक्ट, अनसाइंड, ब्रेक, कंटिन्यू, एल्स, फॉर, लॉन्ग, साइंड, स्विच, वॉइड आदि सारे कीवर्ड नूं छोटे अखरां विच लिखिया जाता है। चौथा प्रश्न है, सी प्रोग्राम नूं बनाउण अते चलाउण दे की स्टैप होने चाहिए हैं। तो सी प्रोग्राम बनाउण अते चलाउण दे स्टैप हेठ लिखे अनुसार हैं, जिस विच पहला है समस्या के अनुसार प्रोग्राम का एल्गोरिथम तैयार करो। दूसरा टर्बो सी एडिटर या किसी भी एडिटर की वरतों करते हुए सी प्रोग्राम बनाओ। तीसरा है प्रोग्राम बनने तो बाद प्रोग्राम .c फाइल एक्सटेंशन नाल फाइल नूं सेव करो। चौथा है प्रोग्राम नूं कंपाइल करो अते प्रोग्राम विच प्राप्त सेंटैक्स गलतियां की भाल करो अते उसनूं ठीक करो। पंजवां पॉइंट है स्टैप 4 उदों तक दोहराओ जो तक गलतियां दूर नहीं हो जांदियां। छेवां पॉइंट है गलतियां दूर होने तो बाद प्रोग्राम नूं रन करो अते आउटपुट विंडो विच प्रोग्राम का नतीजा वेखो। अगे साडे कोल पंजवां प्रश्न है वेरिएबल अते कॉन्सटेंट विच अंतर लिखो। सो वेरिएबल अते कॉन्सटेंट दोनों ही सी भाषा के मुख्य एलीमेंट हैं अते इन्हां दोनों एलीमेंट की वरतों प्रोग्राम विच किसी मुल नूं स्टोर करने लई कीती जांदी है। दोनों के राही असीं सी भाषा या सी प्रोग्राम विच किसी मुल अते उसकी डाटा टाइप नूं परिभाषित कर सकते हैं। इन्हां दोनों एलीमेंट विच मुख्य अंतर यह है कि वेरिएबल विच स्टोर किए गए मुल नूं रनिंग टाइम विच बदलिया जा सकता है, जबकि कॉन्सटेंट विच स्टोर किए गए मुल स्थिर होंदे हन अते इन्हां नूं रनिंग टाइम वेले बदलिया नहीं जा सकता। अगे साडे कोल छेवां प्रश्न है प्री प्रोसैसर निर्देश की हुंदे हन। प्री प्रोसैसर निर्देश स्टेटमेंटां हैश चिन्ह नाल शुरू होंदियां हन। ये स्टेटमेंटां कंपाइलर नूं कंपाइलेशन तो पहला कुछ ऑपरेशन करने लई हदायतां दिंदियां हन। इन्हां निर्देशक स्टेटमेंटां दी आम वरतों हैडर फाइलां नूं शामिल करना या सिंबॉलिक कॉन्सटेंटां आदि नूं परिभाषित करना है। कुछ आम वरते जाने वाले प्री प्रोसैसरां दीयां उदाहरणां जिस विच पहला साडे कोल हैश इनक्लूड लैफ्ट एंगल ब्रैकेट stdio.h राइट एंगल ब्रैकेट। दूसरा है हैश डिफाइन PI 3.14। अगे साडे कोल वड्डे उत्तर वाले प्रश्न जिस विच पहला प्रश्न है आइडेंटिफायर की हुंदे हन। आइडेंटिफायर दे नामकरण दे नियम लिखो। सो कंप्यूटर विच डाटा स्टोर करने लई कंपाइलर मैमरी नूं सुरक्षित करके रखता है। असीं इस सुरक्षित की जाने वाली मैमरी लोकेशन नूं एक नाम विच असाइन कर सकते हैं। इस दिते गए नाम राही ही असीं डाटा नूं कंप्यूटर की मैमरी विच लभ या पछाण सकते हैं। साडे वल्लों किसी डाटा की मैमरी लोकेशन नूं दिते जाने वाले नाम नूं ही आइडेंटिफायर कहते हैं। असीं किसी मैमरी लोकेशन का जो नाम असाइन करते हैं उस नाम नूं कुछ नियमां नूं ध्यान विच रखते हुए परिभाषित करना हुंदा है। किसी आइडेंटिफायर का नाम रखने लई सानूं हेठ लिखे नियमां की पालना करनी पैंदी है, जिस विच पहला है किसी भी आइडेंटिफायर के नाम विच किसी भी अंग्रेजी के वड्डे या छोटे अखर की वरतों की जा सकती है। दूसरा किसी भी आइडेंटिफायर के नाम विच अंडरस्कोर की वरतों की जा सकती है। तीसरा किसी भी आइडेंटिफायर के नाम विच जेकर असीं नंबर की वरतों करनी होए तो नंबर की वरतों करन तो पहला घट तो घट पहला अखर या अंडरस्कोर होना जरूरी हुंदा है। चौथा इस तो अलावा आइडेंटिफायर के नाम विच किसी भी तरह के विशेष चिन्ह जिवें कि पीरीयड, कोमा, ब्लैंक स्पेस आदि की वरतों नहीं की जा सकती अते आइडेंटिफायर के नाम विच किसी रिजर्व वर्ड या किसी बिल्ट इन फंक्शन के नाम की वरतों नहीं कर सकते। अगे पंजवां पॉइंट है किसी भी नाम की शुरुआत किसी अंक तो नहीं की जा सकती। छेवां सी भाषा विच
ਸੀ ਭਾਸ਼ਾ ਇੱਕ ਕੇਸ ਸੈਂਸਿਟਿਵ ਭਾਸ਼ਾ ਹੈ, ਇਸ ਲਈ ਇਸ ਭਾਸ਼ਾ ਵਿੱਚ ਅੰਗਰੇਜ਼ੀ ਦੇ ਵੱਡੇ ਅਤੇ ਛੋਟੇ ਅੱਖਰਾਂ ਨੂੰ ਵੱਖ-ਵੱਖ ਮੰਨਿਆ ਜਾਂਦਾ ਹੈ, ਜਿਵੇਂ ਕਿ ਇਨਟ, ਸਮ ਜਾਂ ਇਨਟ ਸਮ ਦੋਨੋਂ ਵੱਖ-ਵੱਖ ਵੇਰੀਏਬਲ ਨੇਮ ਜਾਂ ਆਇਡੈਂਟੀਫਾਇਰ ਹੋਣਗੇ। ਸੱਤਵਾਂ ਹੈ ਆਇਡੈਂਟੀਫਾਇਰ ਦੀ ਲੰਬਾਈ 31 ਅੱਖਰਾਂ ਤੱਕ ਸੀਮਿਤ ਹੁੰਦੀ ਹੈ, ਭਾਵ ਕਿ ਆਇਡੈਂਟੀਫਾਇਰ ਦਾ ਨਾਮ ਵਿੱਚ ਵੱਧ ਤੋਂ ਵੱਧ 31 ਅੱਖਰ ਅਤੇ ਘੱਟ ਤੋਂ ਘੱਟ 1 ਅੱਖਰ ਹੋ ਸਕਦੇ ਹਨ। ਅੱਗੇ ਦੂਸਰਾ ਪ੍ਰਸ਼ਨ ਹੈ ਟੋਕਨ ਕੀ ਹੁੰਦੇ ਹਨ? ਪ੍ਰੋਗਰਾਮ ਵਿੱਚ ਵਰਤੇ ਜਾਣ ਵਾਲੇ ਟੋਕਨਾਂ ਦੀ ਵੱਖ-ਵੱਖ ਸ਼੍ਰੇਣੀਆਂ ਬਾਰੇ ਲਿਖੋ। ਸੀ ਪ੍ਰੋਗਰਾਮ ਵਿੱਚ ਬੁਨਿਆਦੀ ਅਤੇ ਸਭ ਤੋਂ ਛੋਟੀ ਇਕਾਈਆਂ ਨੂੰ ਟੋਕਨ ਕਿਹਾ ਜਾਂਦਾ ਹੈ। ਹਰੇਕ ਟੋਕਨ ਸੀ ਭਾਸ਼ਾ ਦੇ ਇੱਕ ਜਾਂ ਇੱਕ ਤੋਂ ਵੱਧ ਚਿੰਨ੍ਹਾਂ ਤੋਂ ਬਣੇ ਹੁੰਦੇ ਹਨ, ਜਿਸ ਵਿੱਚ ਸ਼ਬਦ ਜਾਂ ਵਿਸ਼ੇਸ਼ ਚਿੰਨ੍ਹ ਸ਼ਾਮਲ ਹੋ ਸਕਦੇ ਹਨ। ਸੀ ਭਾਸ਼ਾ ਵਿੱਚ 6 ਤਰ੍ਹਾਂ ਦੇ ਟੋਕਨ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਕੀਵਰਡ। ਸੀ ਭਾਸ਼ਾ ਵਿੱਚ ਕੁਝ ਕੀਵਰਡ ਪਹਿਲਾਂ ਤੋਂ ਪਰਿਭਾਸ਼ਿਤ ਟੋਕਨ ਜਾਂ ਰਿਜ਼ਰਵ ਵਰਡ ਹੁੰਦੇ ਹਨ। ਸੀ ਭਾਸ਼ਾ ਸਾਨੂੰ 32 ਕੀਵਰਡ ਮੁਹੱਈਆ ਕਰਵਾਉਂਦੀ ਹੈ ਅਤੇ ਹਰੇਕ ਕੀਵਰਡ ਨੂੰ ਵਿਸ਼ੇਸ਼ ਕੰਮ ਕਰਨ ਲਈ ਪਰਿਭਾਸ਼ਿਤ ਕੀਤਾ ਗਿਆ ਹੈ। ਆਇਡੈਂਟੀਫਾਇਰ ਸੀ ਭਾਸ਼ਾ ਵਿੱਚ ਆਇਡੈਂਟੀਫਾਇਰ ਉਹ ਨਾਮ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਵੇਰੀਏਬਲ, ਕਾਂਸਟੈਂਟ ਅਤੇ ਫੰਕਸ਼ਨ ਦੇ ਨਾਮ ਨੂੰ ਬਿਆਨ ਕਰਨ ਲਈ ਕੀਤੀ ਜਾਂਦੀ ਹੈ। ਇਹਨਾਂ ਨਾਮ ਨੂੰ ਵਰਤਣ ਲਈ ਜਾਂ ਬਿਆਨ ਕਰਨ ਲਈ ਸਾਨੂੰ ਕੁਝ ਨਿਯਮ ਵਰਤਣੇ ਪੈਂਦੇ ਹਨ, ਜਿਨ੍ਹਾਂ ਨੂੰ ਵਰਤ ਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਹੋਣ ਵਾਲੀ ਗਲਤੀ ਤੋਂ ਬਚ ਸਕਦੇ ਹਾਂ। ਤੀਸਰਾ ਸਾਡੇ ਕੋਲ ਕਾਂਸਟੈਂਟ। ਸੀ ਪ੍ਰੋਗਰਾਮ ਵਿੱਚ ਇੱਕ ਕਾਂਸਟੈਂਟ ਦੇ ਮੁੱਲ ਕਦੇ ਨਹੀਂ ਬਦਲਦੇ। ਕਾਂਸਟੈਂਟ ਨੂੰ ਲਿਟਰਲ ਵੀ ਕਿਹਾ ਜਾਂਦਾ ਹੈ। ਚੌਥਾ ਹੈ ਆਪਰੇਟਰ। ਆਪਰੇਟਰ ਉਹ ਚਿੰਨ੍ਹ ਜਿਹੜੇ ਕਿਸੇ ਖਾਸ ਆਪਰੇਸ਼ਨ ਨੂੰ ਆਪਰੇਟ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਆਪਰੇਟਰ ਕਿਹਾ ਜਾਂਦਾ ਹੈ। ਪੰਜਵਾਂ ਹੈ ਵਿਸ਼ੇਸ਼ ਚਿੰਨ੍ਹ। ਇਹ ਵਿਸ਼ੇਸ਼ ਚਿੰਨ੍ਹ ਹੁੰਦੇ ਹਨ ਜਿਵੇਂ ਕਿ ਐਸਟਰਿਕ, ਲੈਫਟ ਬ੍ਰੇਸ, ਰਾਈਟ ਬ੍ਰੇਸ ਆਦਿ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਡਾਟਾ ਟਾਈਪਸ ਕੀ ਹੁੰਦੀਆਂ ਹਨ? ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਡਾਟਾ ਟਾਈਪ ਕਿਹੜੀਆਂ ਹਨ? ਆਇਡੈਂਟੀਫਾਇਰ ਪਰਿਭਾਸ਼ਿਤ ਕਰਨ ਸਮੇਂ ਸਾਨੂੰ ਹਮੇਸ਼ਾ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਪਹਿਲਾ ਇਹ ਕਿ ਸਾਨੂੰ ਕਿਸ ਤਰ੍ਹਾਂ ਦਾ ਡਾਟਾ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰਨਾ ਹੈ, ਅਤੇ ਦੂਜਾ ਇਹ ਕਿ ਰਿਜ਼ਰਵ ਹੋਣ ਵਾਲੀ ਮੈਮਰੀ ਲੋਕੇਸ਼ਨ ਦਾ ਕੀ ਨਾਂ ਰੱਖਣਾ ਹੈ। ਸੋ ਡਾਟਾ ਟਾਈਪ ਸਾਨੂੰ ਇਹ ਦੱਸਦਾ ਹੈ ਕਿ ਜੋ ਵੀ ਡਾਟਾ ਤੁਸੀਂ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰ ਰਹੇ ਹੋ ਉਸ ਦੀ ਕਿਸਮ ਕੀ ਹੈ। ਸੋ ਆਇਡੈਂਟੀਫਾਇਰ ਪਰਿਭਾਸ਼ਿਤ ਕਰਨ ਦਾ ਸਿੰਟੈਕਸ ਸਾਡੇ ਕੋਲ ਹੈ ਡਾਟਾ ਟਾਈਪ, ਆਇਡੈਂਟੀਫਾਇਰ ਦਾ ਨਾਂ, ਦੈਨ ਸੈਮੀਕੋਲਨ। ਸੋ ਡਾਟਾ ਟਾਈਪ ਇਹ ਦਰਸਾਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਡਾਟਾ ਮੈਮਰੀ ਲੋਕੇਸ਼ਨ ਵਿੱਚ ਸਟੋਰ ਕਰਨ ਜਾ ਰਹੇ ਹਾਂ। ਸੋ ਸੀ ਭਾਸ਼ਾ ਵਿੱਚ ਵਰਤੀਆਂ ਜਾਣ ਵਾਲੀਆਂ ਮੁੱਢਲੀਆਂ ਡਾਟਾ ਟਾਈਪ ਸਾਡੇ ਕੋਲ ਹੇਠ ਲਿਖੇ ਅਨੁਸਾਰ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਹੈ ਕੈਰ। ਕੈਰ ਸਾਡੇ ਕੋਲ ਕੀਵਰਡ ਹੈ, ਜਿਸ ਦਾ ਮਤਲਬ ਹੈ ਕਿ ਇੱਕ ਸਿੰਗਲ ਕਰੈਕਟਰ ਮੁੱਲ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ, ਅਤੇ ਇਹ ਕੰਪਿਊਟਰ ਦੀ ਮੈਮਰੀ ਵਿੱਚ 1 ਬਾਈਟ ਦਾ ਸਪੇਸ ਘੇਰੇਗਾ, ਅਤੇ ਇਸ ਦੇ ਮੁੱਲਾਂ ਦੀ ਸੀਮਾ -128 ਤੇ +127 ਤੱਕ ਹੋ ਸਕਦੀ ਹੈ। ਅਤੇ ਕੈਰ ਕਰੈਕਟਰ ਨੂੰ ਵਰਤਣ ਲਈ ਅਸੀਂ %C ਫਾਰਮੈਟ ਕੋਡ ਦੀ ਵਰਤੋਂ ਕਰਦੇ ਹਾਂ। ਦੂਸਰਾ ਸਾਡੇ ਕੋਲ ਹੈ ਇਨਟ। ਇਨਟ ਸਾਡੇ ਕੋਲ ਕੀਵਰਡ ਹੈ, ਇਹ ਪੂਰਨ ਅੰਕ ਮੁੱਲਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਕੰਪਿਊਟਰ ਦੀ ਮੈਮਰੀ ਵਿੱਚ 2 ਬਾਈਟ ਦਾ ਥਾਂ ਘੇਰਦਾ ਹੈ, ਅਤੇ ਇਸ ਦੇ ਮੁੱਲਾਂ ਦੀ ਸੀਮਾ -32768 ਤੋਂ +32767 ਤੱਕ ਹੁੰਦੀ ਹੈ। ਇਸ ਦਾ ਫਾਰਮੈਟ ਕੋਡ %D ਹੈ। ਤੀਸਰਾ ਸਾਡੇ ਕੋਲ ਡਾਟਾ ਟਾਈਪ ਹੈ ਫਲੋਟ। ਸੋ ਸਿੰਗਲ ਪ੍ਰੈਸੀਜਨ ਮੁੱਲਾਂ ਨੂੰ ਸਟੋਰ ਕਰਨ ਲਈ ਅਸੀਂ ਫਲੋਟ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ। ਇਹ ਕੰਪਿਊਟਰ ਦੀ ਯਾਦਦਾਸ਼ਤ ਵਿੱਚ 4 ਬਾਈਟ ਤੱਕ ਦੀ ਥਾਂ ਘੇਰਦਾ ਹੈ, ਅਤੇ ਇਸ ਦੇ ਮੁੱਲਾਂ ਦੀ ਸੀਮਾ 3.4 ਗੁਣਾ 10 ਦੀ ਪਾਵਰ -38 ਤੋਂ ਲੈ ਕੇ 3.4 ਗੁਣਾ 10 ਦੀ ਪਾਵਰ +38 ਤੱਕ ਹੁੰਦੀ ਹੈ, ਅਤੇ ਇਸ ਦਾ ਫਾਰਮੈਟ ਕੋਡ %F ਹੁੰਦਾ ਹੈ। ਚੌਥਾ ਸਾਡੇ ਕੋਲ ਡਬਲ। ਡਬਲ ਪ੍ਰੈਸੀਜਨ ਮੁੱਲਾਂ ਨੂੰ ਸਟੋਰ ਕਰਨ ਲਈ ਅਸੀਂ ਡਬਲ ਡਾਟਾ ਟਾਈਪ ਦੀ ਵਰਤੋਂ ਕਰਦੇ ਹਾਂ। ਇਹ ਕੰਪਿਊਟਰ ਦੀ ਮੈਮਰੀ ਵਿੱਚ 8 ਬਾਈਟ ਜਿਹੜੀ ਮੈਮਰੀ ਹੈ ਉਹ ਘੇਰਦਾ ਹੈ, ਅਤੇ ਇਸ ਦੇ ਮੁੱਲਾਂ ਦੀ ਸੀਮਾ 1.7 ਤੋਂ ਲੈ ਕੇ 1.7 ਗੁਣਾ 10 ਦੀ ਪਾਵਰ -308 ਤੋਂ ਲੈ ਕੇ 1.7 ਗੁਣਾ 10 ਦੀ ਪਾਵਰ +308 ਤੱਕ ਹੁੰਦੀ ਹੈ। ਇਸ ਦਾ ਫਾਰਮੈਟ ਕੋਡ LF ਹੁੰਦਾ ਹੈ। ਲਾਸਟ ਸਾਡੇ ਕੋਲ ਹੈ ਵੋਇਡ। ਸੋ ਵੋਇਡ ਡਾਟਾ ਟਾਈਪ ਉਹਨਾਂ ਫੰਕਸ਼ਨ ਨਾਲ ਵਰਤੀ ਜਾਂਦੀ ਹੈ ਜੋ ਕੋਈ ਵੀ ਮੁੱਲ ਵਾਪਸ ਨਹੀਂ ਕਰਦੇ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਫਾਰਮੈਟਡ ਇਨਪੁਟ ਅਤੇ ਆਉਟਪੁੱਟ ਫੰਕਸ਼ਨਾਂ ਜਾਂ ਸਟੇਟਮੈਂਟ ਦਾ ਵਰਣਨ ਕਰੋ। ਸੋ ਇਨਪੁਟ ਅਤੇ ਆਉਟਪੁੱਟ ਸਟੇਟਮੈਂਟਾਂ ਪ੍ਰੋਗਰਾਮ ਅਤੇ ਯੂਜ਼ਰ ਵਿਚਕਾਰ ਆਪਸੀ ਤਾਲਮੇਲ ਪ੍ਰਦਾਨ ਕਰਦੀਆਂ ਹਨ। ਇਨਪੁਟ ਸਟੇਟਮੈਂਟ ਦੀ ਵਰਤੋਂ ਕਰਦਿਆਂ ਯੂਜ਼ਰ ਪ੍ਰੋਗਰਾਮ ਨੂੰ ਇਨਪੁਟ ਪ੍ਰਦਾਨ ਕਰਦਾ ਹੈ
ਅਤੇ ਆਊਟਪੁੱਟ ਸਟੇਟਮੈਂਟ ਦੀ ਵਰਤੋਂ ਕਰਕੇ ਪ੍ਰੋਗਰਾਮ ਯੂਜ਼ਰ ਨੂੰ ਆਊਟਪੁੱਟ ਦਿੰਦਾ ਹੈ। ਸੀ ਪ੍ਰੋਗਰਾਮਾਂ ਵਿੱਚ ਇਨਪੁੱਟ ਜਾਂ ਆਊਟਪੁੱਟ ਆਪਰੇਸ਼ਨਾਂ ਲਈ ਸਕੈਨਐਫ ਅਤੇ ਪ੍ਰਿੰਟਐਫ ਫਾਰਮੈਟਡ ਫੰਕਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਹੁਣ ਅੱਗੇ ਅਸੀਂ ਇਹਨਾਂ ਦੋਨਾਂ ਫੰਕਸ਼ਨਾਂ ਬਾਰੇ ਜਾਣਾਂਗੇ, ਜਿਸ ਵਿੱਚ ਪਹਿਲਾ ਹੈ ਸਕੈਨਐਫ ਫਾਰਮੈਟਡ ਫੰਕਸ਼ਨ। ਸੋ ਸੀ ਭਾਸ਼ਾ ਦੇ ਲਾਇਬ੍ਰੇਰੀ ਫੰਕਸ਼ਨ ਸਕੈਨਐਫ ਦੀ ਵਰਤੋਂ ਕਰਕੇ ਇੱਕ ਸਟੈਂਡਰਡ ਇਨਪੁੱਟ ਡਿਵਾਈਸ ਤੋਂ ਇਨਪੁੱਟ ਡਾਟਾ ਨੂੰ ਪ੍ਰੋਗਰਾਮ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਇਹ ਫੰਕਸ਼ਨ ਨੂਮੈਰੀਕਲ, ਅੱਖਰ, ਕਰੈਕਟਰ ਅਤੇ ਸਟ੍ਰਿੰਗ ਕਿਸੇ ਵੀ ਤਰ੍ਹਾਂ ਦੇ ਮੁੱਲ ਨੂੰ ਪ੍ਰੋਗਰਾਮ ਵਿੱਚ ਦਾਖਲ ਕਰਨ ਲਈ ਵਰਤਿਆ ਜਾ ਸਕਦਾ ਹੈ। ਅੱਗੇ ਹੁਣ ਅਸੀਂ ਇਸ ਦਾ ਸਿੰਟੈਕਸ ਪੜ੍ਹਾਂਗੇ। ਇਸ ਦਾ ਸਿੰਟੈਕਸ ਹੈ ਸਕੈਨਐਫ ਲੈਫਟ ਪੈਰੇਂਥੀਸਿਸ ਡਬਲ ਕੋਟ ਫਾਰਮੈਟ ਸਟ੍ਰਿੰਗ डबल कोट बंद कॉमा एम्परसेंड आर्गूमेंट 1 कॉमा एम्परसेंड आर्गूमेंट 2 अप टू एम्परसेंड आर्गूमेंट n तक। उस तो बाद असीं राइट पैरेंथीसिस ਨੂੰ ਬੰਦ ਕਰ ਦਾਂਗੇ, ਦੈਨ ਸੈਮੀਕੋਲਨ ਬੰਦ ਕਰ ਦਾਂਗੇ। ਸੋ ਇਸ ਵਿੱਚ ਫਾਰਮੈਟ ਸਟ੍ਰਿੰਗ ਇੱਕ ਸਟ੍ਰਿੰਗ ਨੂੰ ਦਰਸਾਉਂਦਾ ਹੈ ਜਿਸ ਵਿੱਚ ਆਰਗੂਮੈਂਟ ਦੀਆਂ ਡਾਟਾ ਟਾਈਪ ਅਨੁਸਾਰ ਫਾਰਮੈਟ ਕੋਡਸ ਲਿਖੇ ਜਾਂਦੇ ਹਨ ਅਤੇ ਆਰਗੂਮੈਂਟ 1 ਤੋਂ ਲੈ ਕੇ ਆਰਗੂਮੈਂਟ n ਆਰਗੂਮੈਂਟ ਹੁੰਦੇ ਹਨ ਜੋ ਇਨਪੁੱਟ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਡਾਟਾ ਆਈਟਮਾਂ ਨੂੰ ਦਰਸਾਉਂਦੇ ਹਨ। ਆਰਗੂਮੈਂਟ ਉਹ ਵੇਰੀਏਬਲ ਹੁੰਦੇ ਹਨ ਜੋ ਕਿ ਐਡਰੈਸ ਆਪਰੇਟਰ ਐਮਪਰਸੈਂਡ ਨਾਲ ਲਿਖੇ ਜਾਂਦੇ ਹਨ। ਇਹ ਐਡਰੈਸ ਆਪਰੇਟਰ ਮੈਮਰੀ ਵਿੱਚ ਵੇਰੀਏਬਲ ਦੇ ਐਡਰੈਸ ਨੂੰ ਦਰਸਾਉਂਦੇ ਹਨ ਜਿੱਥੇ ਅਸਲ ਵਿੱਚ ਡਾਟਾ ਸਟੋਰ ਕੀਤਾ ਜਾਂਦਾ ਹੈ। ਫਾਰਮੈਟ ਸਟ੍ਰਿੰਗ ਵਿੱਚ ਆਰਗੂਮੈਂਟ ਨੂੰ ਕੋਮੇ ਆਪਰੇਟਰ ਨਾਲ ਵੱਖ ਕੀਤਾ ਜਾਂਦਾ ਹੈ। ਉਦਾਹਰਨ ਦੇ ਲਈ ਇਨਟ a ਫਲੋਟ b ਇਹਨਾਂ ਨੂੰ ਅਸੀਂ ਸਕੈਨਐਫ ਦੇ ਰਾਹੀਂ ਇਸ ਤਰ੍ਹਾਂ ਦਰਸਾਵਾਂਗੇ। ਸਕੈਨਐਫ ਲੈਫਟ ਪੈਰੇਂਥੀਸਿਸ ਡਬਲ ਕੋਟ %d %f। ਸੋ %d ਇੰਟੀਜਰ ਨੂੰ ਦਰਸਾ ਰਿਹਾ ਅਤੇ %f ਫਲੋਟ ਨੂੰ ਦਰਸਾ ਰਿਹਾ ਹੈ। ਉਸ ਤੋਂ ਬਾਅਦ ਡਬਲ ਕੋਟ ਬੰਦ ਕਰ ਦਾਂਗੇ, ਕੋਮੇ ਤੋਂ ਬਾਅਦ %a ਇੰਟੀਜਰ ਦੀ ਵੈਲਿਊ ਨੂੰ ਦਰਸਾਏਗਾ ਅਤੇ %b ਫਲੋਟ ਦੇ ਜਿਹੜੇ ਵੇਰੀਏਬਲ ਹੈ ਉਸਦੇ ਐਡਰੈਸ ਨੂੰ ਦਰਸਾਏਗਾ। ਉਸ ਤੋਂ ਬਾਅਦ ਅਸੀਂ ਰਾਈਟ ਪੈਰੇਂਥੀਸਿਸ ਨੂੰ ਬੰਦ ਕਰ ਦੇਵਾਂਗੇ, ਫਿਰ ਸੈਮੀਕੋਲਨ ਨੂੰ ਬੰਦ ਕਰ ਦਾਂਗੇ। ਅੱਗੇ ਸਾਡੇ ਕੋਲ ਦੂਸਰਾ ਹੈ ਪ੍ਰਿੰਟਐਫ ਆਊਟਪੁੱਟ ਫੰਕਸ਼ਨ। ਸੀ ਪ੍ਰੋਗਰਾਮ ਵਿੱਚ ਪ੍ਰਿੰਟਐਫ ਫੰਕਸ਼ਨ ਦੀ ਵਰਤੋਂ ਨਾਲ ਕਿਸੇ ਵੀ ਜਾਣਕਾਰੀ ਜਾਂ ਮੁੱਲ ਨੂੰ ਮੋਨੀਟਰ ਸਕਰੀਨ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ। ਇਸ ਫੰਕਸ਼ਨ ਦੀ ਵਰਤੋਂ ਆਮ ਤੌਰ ਤੇ ਸਧਾਰਨ ਟੈਕਸਟ ਮੈਸੇਜ ਨੂੰ ਮੋਨੀਟਰ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ। ਪ੍ਰਿੰਟਐਫ ਫੰਕਸ਼ਨ ਦੀ ਵਰਤੋਂ ਕਰਨ ਲਈ ਆਮ ਸਿੰਟੈਕਸ ਇਸ ਪ੍ਰਕਾਰ ਹੈ। ਪ੍ਰਿੰਟਐਫ ਲੈਫਟ ਪੈਰੇਂਥੀਸਿਸ ਡਬਲ ਕੋਟ ਓਪਨ ਕਰੋ, ਸਿੰਪਲ ਟੈਕਸਟ ਮੈਸੇਜ ਡਬਲ ਕੋਟ ਬੰਦ ਕਰ ਦਿਓ, ਪੈਰੇਂਥੀਸਿਸ ਬੰਦ ਕਰ ਦਿਓ, ਸੈਮੀਕੋਲਨ ਲਗਾ ਦਿਓ। ਸੋ ਇਹ ਫੰਕਸ਼ਨ ਮੋਨੀਟਰ ਸਕਰੀਨ ਤੇ ਵੇਰੀਏਬਲ ਵਿੱਚ ਸਟੋਰ ਕੀਤੇ ਗਏ ਕਿਸੇ ਵੀ ਨੂਮੈਰੀਕਲ, ਸਿੰਗਲ ਕਰੈਕਟਰ ਅਤੇ ਸਟ੍ਰਿੰਗ ਮੁੱਲਾਂ ਨੂੰ ਦਰਸਾਉਣ ਲਈ ਵੀ ਵਰਤਿਆ ਜਾਂਦਾ ਹੈ। ਅੱਗੇ ਹੁਣ ਅਸੀਂ ਪਾਰਟ ਨੰਬਰ 8 ਦੇ ਬਹੁਪਸੰਦੀ ਪ੍ਰਸ਼ਨ ਪੜ੍ਹਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਉਹ ਚਿੰਨ੍ਹ ਜੋ ਕਿਸੇ ਡਾਟਾ ਉੱਪਰ ਖਾਸ ਕਿਸਮ ਦੇ ਆਪਰੇਸ਼ਨ ਕਰਵਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ऑपरेंड, ऑपरेटर, एक्सप्रेशन या फार्मूले। तो इसका सही उत्तर है ऑपरेटर चिन्ह जो किसी डाटा उपर खास किस्म के ऑपरेशन करवाने लिए वरते जाते हैं उन्होंने ऑपरेटर कहा जाता है। दूसरा है किहड़ा ऑपरेटर केवल एक ही ऑपरेंड उपर काम करता है। तो साडे कोल इहदे ऑप्शन है यूनरी, बाइनरी, टर्नरी या कंडीशनल। तो साडे कोल सही उत्तर है यूनरी ऑपरेटर केवल एक ही ऑपरेंड उपर काम करता है। अगे साडे कोल तीसरा प्रश्न है हेठ लिखियां विचों किहड़ा लॉजिकल ऑपरेटर नहीं है। तो साडे कोल इहदे ऑप्शन है एंड, और, इक्वलिटी या नॉट। तो साडे कोल सही उत्तर है इक्वलिटी ऑपरेटर लॉजिकल ऑपरेटर नहीं है। अगे साडे कोल चौथा प्रश्न है टर्नरी ऑपरेटर लई किहड़ा चिन्ह वरते जांदा है। तो साडे कोल इहदे ऑप्शन है कोलन क्वेश्चन मार्क, सैमीकोलन क्वेश्चन मार्क कोलन या क्वेश्चन मार्क सैमीकोलन। तो साडे कोल इसका सही उत्तर टर्नरी ऑपरेटर लई क्वेश्चन मार्क कोलन चिन्ह वरते जाता है। अगे साडे कोल पंजवां प्रश्न है हेठ लिखियां विचों किहड़ा असाइनमेंट ऑपरेटर नहीं मन्निया जाता। तो साडे कोल इसका ऑप्शन है इक्वल, डबल इक्वल या प्लस इक्वल या परसेंटेज इक्वल। तो साडे कोल इसका सही उत्तर है डबल इक्वल असाइनमेंट ऑपरेटर नहीं मन्निया जाता। अगे साडे कोल खाली थावां भरो, जिस विच पहला है डैश वो डाटा आइटम्स होंदियां हन जिन्हां उपर ऑपरेटर अपना काम करते हैं। साडे कोल इसदा उत्तर है ऑपरेंड। दूसरी खाली थां है यूनरी ऑपरेटर केवल डैश ऑपरेंड उपर काम करते हैं। साडे कोल इसदे उत्तर है एक।
तीसरा साडे कोल खाली था डैश अर्थमैटिक ऑपरेटर केवल इंटीजर ऑपरेंड उपर काम करता है। साडे कोल इसका उत्तर है मॉडुलस। अगे साडे कोल चौथी खाली था जदों किसी एक किस्म के मुल नूं किसी दूसरी किस्म के मुल विच तब्दील किया जाता है तो उसनूं डैश किया जाता है। साडे कोल इसका सही उत्तर है टाइप कन्वर्जन। पंजवां साडे कोल टर्नरी ऑपरेटर नूं डैश ऑपरेटर भी कहा जाता है। साडे कोल इसका उत्तर है टर्नरी ऑपरेटर नूं कंडीशनल ऑपरेटर भी कहा जाता है। अगे साडे कोल है बहुत छोटे उत्तर वाले प्रश्न, जिस विच पहला प्रश्न है किहड़ा ऑपरेटर अपने ऑपरेंड विच एक अंक का वाधा कर दिंदा है। साडे कोल इसका सही उत्तर है इंक्रीमेंट ऑपरेटर। दूसरा प्रश्न है किहड़ा ऑपरेटर दो वेरिएबलों विचकार संबंध नूं टेस्ट करने लई वरतिया जाता है। साडे कोल इसका उत्तर है रिलेशनल ऑपरेटर। तीसरा प्रश्न है सी प्रोग्रामिंग विच वरते जाण वाले सारे अर्थमैटिक ऑपरेटर लिखो। साडे कोल सही उत्तर है प्लस माइनस गुणा भाग अते परसेंटेज। अगे चौथा साडे कोल प्रश्न है किहड़ा ऑपरेटर बाइट विच अपने ऑपरेंड का साइज वापस करता है। साडे कोल इसका उत्तर है साइज ऑफ ऑपरेटर। पंजवां साडे कोल प्रश्न है टाइप कन्वर्जन के दो तरीकों के नाम लिखो। तो साडे कोल दो तरीके इंपलीसिट अते एक्सप्लीसिट। छेवां प्रश्न है सी भाषा में किन्ने रिलेशन ऑपरेटर मौजूद होंगे हैं। तो साडे कोल इसका उत्तर है 6। अगे साडे कोल छोटे उत्तर वाले प्रश्न, जिस पहला प्रश्न है एक्सप्रैशन परिभाषित करो। सो एक्सप्रैशन गणित में एक फॉर्मूले तरह होंगे हैं। ऑपरेंड अते ऑपरेटर के इकट्ठ नूं एक्सप्रैशन कहा जाता है। मुलांकन तो बाद एक्सप्रैशन हमेशा इक्को मुल वापस करता है। इस नतीजे नूं सी भाषा के प्रोग्राम में वरतिया जा सकता है। उदाहरण के लिए 2 + 3 गुणा 4 एक एक्सप्रैशन नूं परिभाषित करता है। उस तरह के नाल -1 + 3 भी एक एक्सप्रैशन नूं दर्शाता है। दूसरा प्रश्न है ऑपरेंड की है। सो ऑपरेटर एक सिंबल या चिन्ह होंदा है जो कंपाइलर नूं किसी भी गणितिक या लॉजिकल ऑपरेशन नूं लागू करने लई कहता है। ऑपरेटर कनैक्टरां की तरह काम करते हैं जो इस गल का संकेत देंदे हैं कि किस टाइप का काम किया जाना चाहिए है। ऑपरेंड वेरीएबल या कॉन्सटेंट कुछ भी हो सकते हैं जो कि ऑपरेटर नाल मिल के कुछ ऑपरेशन लागू करते हैं। उदाहरण के लिए a + 5 गुणा 10। इस विच जिहड़ा a 5 अते 10 ऑपरेंड नूं दर्शा रहे हैं अते प्लस अते गुणा का चिन्ह ऑपरेटर नूं दर्शाउंदे हैं। तीसरा प्रश्न है यूनिरी ऑपरेटर की होंदे हैं। सो वो ऑपरेटर जिहड़े सिर्फ एक ही ऑपरेटर ते काम करते हैं उन्हां नूं कोई ऑपरेशन लागू करने लई एक ही ऑपरेटर की लोड़ पैंदी है, नूं यूनिरी ऑपरेटर कहा जाता है। जिवें हेठां टेबल विच देख पा रहे हो एम्परसैंड एड्रैस ऑपरेटर नूं दर्शाउंदा है, एस्ट्रिक इनडायरैक्शन ऑपरेटर नूं दर्शाउंदा है, प्लस यूनिरी प्लस नूं दर्शाउंदा है, माइनस यूनिरी माइनस ऑपरेटर नूं दर्शाउंदा है, टिल्ड बिटवाइस ऑपरेटर नूं दर्शाउंदा है, प्लस यूनिरी इंक्रीमेंट ऑपरेटर नूं दर्शाउंदा है, माइनस यूनिरी डिक्रीमेंट ऑपरेटर नूं दर्शाउंदा है अते एक्सक्लेमेशन लॉजिकल ऑपरेटर नूं दर्शाउंदा है। उस तो बाद साडे कोल चौथा प्रश्न है कंडीशनल ऑपरेटर नूं परिभाषित करो। कंडीशनल ऑपरेटर एक टर्नरी ऑपरेटर है। एक एक्सप्रैशन विच कंडीशनल ऑपरेटर की वरतों की जाती है, उसनूं कंडीशनल एक्सप्रैशन कहा जाता है। इन्हां ऑपरेटर नूं काम करन लई 3 ऑपरेंड की लोड़ पैंदी है। टर्नरी ऑपरेटर नूं क्वेश्चन मार्क कॉलन चिन्ह द्वारा परिभाषित या प्रदर्शित किया जाता है। इस ऑपरेटर नूं वरतन का सिंटैक्स है एक्सप्रैशन 1 क्वेश्चन मार्क एक्सप्रैशन 2 कॉलन एक्सप्रैशन 3 सेमीकोलन। अगे साडे कोल पंजवां प्रश्न है टाइप कन्वर्जन की होंदी है। सी भाषा विच लोड़ अनुसार किसी एक्सप्रैशन का मुल किसी खास वक्री टाइप विच तब्दील किया जा सकता है। जदों किसी एक किस्म के मुल नूं किसी दूसरी किस्म के मुल विच तब्दील किया जाता है तो इसनूं टाइप कन्वर्जन कहा जाता है। सी भाषा विच टाइप कन्वर्जन 2 तरीकों नाल हो सकती है, जिस विच पहला इंपलीसिट कन्वर्जन अते दूसरा एक्सप्लीसिट कन्वर्जन। अगे साडे कोल 6वां प्रश्न है ऑपरेटर की होंदे हैं। वक्-वक् किस्मां दे ऑपरेटरां दे नाम लिखो। सो वो चिन्ह जिहड़े किसी खास ऑपरेशन नूं ऑपरेट करन लई वरते जांदे हैं उन्हां नूं ऑपरेटर कहा जाता है। ऑपरेंडां की गिनती अनुसार ऑपरेटर 3 किस्मां दे होंदे हैं, जिस विच पहला है यूनिरी ऑपरेटर। ये वो ऑपरेटर होंदे हैं जिन्हां नूं अपना काम करन लई केवल
एक ऑपरेंड की जरूरत पैंदी है, उदाहरण लई एक्स प्लस प्लस या वाई माइनस माइनस आदि। दूसरा है बाइनरी ऑपरेटर। ये वो ऑपरेटर होंदे हन जिन्हां नूं अपना काम करन लई दो ऑपरेंडां की जरूरत पैंदी है। सी विच ज़्यादातर ऑपरेटर बाइनरी किस्म के हैं, उदाहरण लई एक्स प्लस वाई या एक्स ग्रेटर दैन वाई आदि। तीसरा है टर्नरी ऑपरेटर। ये वो ऑपरेटर होंदे हैं जिन्हां नूं अपना काम करन लई तीन ऑपरेंडां की जरूरत पैंदी है। सी भाषा विच केवल एक ही टर्नरी ऑपरेटर है, उदाहरण के लिए बिग बराबर एक्स ग्रेटर दैन वाई क्वेश्चन मार्क एक्स कोलन वाई। अगे साडे कोल सतवां प्रश्न है इनक्रीमेंट और डिक्रीमेंट ऑपरेटर संबंधी लिखो। सो इनक्रीमेंट ऑपरेटर प्लस प्लस और डिक्रीमेंट ऑपरेटर माइनस माइनस यूनिटरी ऑपरेटर हैं। इनक्रीमेंट ऑपरेटर दिते गए वेरीएबल के मुल विच एक अंक का वाधा करता है और डिक्रीमेंट ऑपरेटर दिते गए मुल विच एक अंक घटा दिंदा है। उदाहरण लई जेकर इंटीजर एक्स बराबर 8 होवे तो एक्स प्लस प्लस एक्स का मुल 8 तो 9 कर देगा, और जेकर एक्स माइनस माइनस लिखा जाए तो एक्स का मुल 8 तो 7 कर देगा। अगे साडे कोल वड्डे उत्तर वाले प्रश्न, जिस पहला प्रश्न है अर्थमैटिक ऑपरेटर नूं बयान करो। अर्थमैटिक ऑपरेटर लिए एक प्रोग्राम बनाओ। सो अर्थमैटिक ऑपरेटर की वरतों जोड़ घटाओ गुणा भाग आदि अर्थमैटिक कामां नूं करवाउण लई कीती जांदी है। सी भाषा विच 5 अर्थमैटिक ऑपरेटर हैं। ये सारे ऑपरेटर बाइनरी किस्म के ऑपरेटर हैं क्योंकि इन्हां सारे ऑपरेटरां नूं अपना काम करने लई दो ऑपरेंड की लोड़ पैंदी है। सो जिवें तुसीं हेठां टेबल में देख पा रहे हो, साडे कोल पहला ऑपरेटर ऐड। सो ऐड नूं असीं प्लस चिन्ह दे नाल वरतदे हैं। तो इस ऑपरेटर का काम है दो अंकों का जोड़ करना। जिवें तुसीं उदाहरण में देख पा रहे हो 2 + 4 ये सानूं 6 अंक जिहड़े आ वो नतीजे तौर पर प्राप्त करेगा। दूसरा है सबट्रैक्ट। सबट्रैक्ट नूं असीं माइनस के नाल दर्शाउंदे हां। इसकी वरतों असीं घटाओ करने लई करदे हां अते ये दो अंकों दे विच की करेगा उसनूं घटा देगा। तीसरा है मल्टीप्लाई। मल्टीप्लाई चिन्ह नूं असीं गुणा दे नाल दर्शाउने हां। इसकी वरतों असीं दो अंकों नूं गुणा करने लई करदे हां। तीसरा डिवाइड। डिवाइड की जिहड़ा ऑपरेटर है उसनूं असीं स्लैश दे नाल दर्शाउने हां। सो इस ऑपरेटर नूं असीं दो अंकों नूं आपस में भाग करने लई वरतदे हां। लास्ट साडे कोल है मॉडुलस। मॉडुलस चिन्ह नूं असीं परसेंटेज दे नाल दर्शाउने हां। तो जिहड़ा चिन्ह है ये दो अंकों नूं भाग करन तो बाद उसका जिहड़ा मुल बचता है उसनूं दर्शाउण लई असीं परसेंटेज चिन्ह की वरतों करदे हां। अगे साडे कोल दूसरा प्रश्न है रिलेशनल ऑपरेटर नूं बयान करो। रिलेशनल ऑपरेटर लिए एक प्रोग्राम बनाओ। सो रिलेशनल ऑपरेटर इन्हां ऑपरेटरां की वरतों मुल्लां की तुलना करने लई कीती जांदी है। रिलेशनल ऑपरेटर मुल्लां की तुलना करन तो बाद रिजल्ट नूं ट्रू या फॉल्स रूप में वापस करते हैं। इन्हां की गिनती 6 है। हेठां टेबल विच सी भाषा विच वरते जाने वाले रिलेशन ऑपरेटर दिते गए हैं, जिवें तुसीं टेबल में देख पा रहे हो। सब तो पहला साडे कोल है ग्रेटर चिन्ह। तो इसनूं असीं ग्रेटर दैन कहने हैं या वड्डा है कहने हैं। ये साडे कोल एक बाइनरी ऑपरेटर है। जिवें तुसीं उदाहरण में देख पा रहे हो असीं लिखा होया 8 ग्रेटर दैन 7। इसका मतलब ये है कि 8 जिहड़ा वो 7 तो वड्डा है। इसका मतलब कंडीशन जिहड़ी है दी शर्त है वो सही है, इस करके नतीजा ट्रू वापस करेगा। दूसरा है ग्रेटर दैन बराबर। सो ये दसदा है जां ते जिहड़े दो अंक है वो बराबर होने चाहिए हैं जां वड्डा होना चाहिए। सो ये भी साडे कोल एक बाइनरी ऑपरेटर है। जिवें तुसीं सज्जे पासे उदाहरण में देख पा रहे हो 8 ग्रेटर दैन और इक्वल टू 7। तो 8 जिहड़ा है वो 7 नालों वड्डा है पर बराबर नहीं है। दोवां चों एक कंडीशन सही होनी चाहिए है, तो इस करके 8 7 नालों वड्डा है, एक कंडीशन ट्रू होगी। तो ये भी सानूं नतीजा की वापस करेगा ट्रू। तीसरा साडे कोल है लैस दैन यानी कि छोटा है। सो ये भी साडे कोल बाइनरी ऑपरेटर की किस्म है। सो जिवें तुसीं उदाहरण में देख पा रहे हो 8 लैस दैन 7। इसका मतलब जिहड़ा 8 है वो 7 नालों छोटा है, तो इस करके नतीजा सानूं की भेजेगा फॉल्स। उस तो बाद लैस दैन इक्वल टू, मतलब जां छोटा होना चाहिए या बराबर होना चाहिए। तो ये साडे कोल बाइनरी ऑपरेटर की किस्म है। उदाहरण में तुसीं देख पा रहे हो 8 जिहड़ा 7 नालों लैस दैन है या बराबर है, तो ना तो ये बराबर है ना ही उस तो छोटा है। इस करके भी सानूं फॉल्स जिहड़ा नतीजा है वो वापस करेगा। उस तो बाद साडे कोल है बराबर है या इक्वल टू।
ਸੋ ਇਹ ਸਾਨੂੰ ਦਰਸਾ ਰਿਹਾ ਹੈ ਕਿ 8 ਜਿਹੜਾ ਹੈ ਉਹ 7 ਦੇ ਬਰਾਬਰ ਹੈ, ਤੇ ਇਹ ਵੀ ਸਾਨੂੰ ਕੀ ਕਰੇਗਾ, ਫਾਲਸ ਨਤੀਜਾ ਵਾਪਸ ਕਰੇਗਾ। ਉਸ ਤੋਂ ਬਾਅਦ ਸਾਡੇ ਕੋਲ ਹੈ ਨੋਟ ਇਕੁਅਲ ਟੂ, ਯਾਨੀ ਕਿ ਬਰਾਬਰ ਨਹੀਂ ਹੈ। तो ये हम चेक करेगा 8 एक्सक्लेमेशन इक्वल टू 7, तो ये सानू दसा रहा जो 8 है वो 7 के बराबर नहीं है, यानी कि ये सानू ट्रू नतीजा जोड़ा वापस भेजेगा। अगे साडे कोल तीसरा प्रश्न है, लॉजिकल ऑपरेटर में बयान करो। लॉजिकल ऑपरेटर लिए एक प्रोग्राम बनाओ। सो लॉजिकल ऑपरेटर इन्हां ऑपरेटरां दी वरतों प्रोग्राम विच फैसला करन लई कीती जांदी है। ये ऑपरेटर रिलेशनल एक्सप्रैशनां नूं जोड़न लई वरते जांदे हन। लॉजिकल ऑपरेटर मुल्लां की तुलना करन तो बाद रिजल्ट नूं ट्रू या फॉल्स रूप में वापस करते हैं। इन्हां की गिनती 3 है। हेठां इहदा टेबल सी भाषा में वरते जाने वाले लॉजिकल ऑपरेटरां नूं बयान करता है। जिवें तुसीं हुण देख पा रहे हो, सब तो पहला साडे कोल है डबल एंड डबल एम्परसेंड, तो इसनूं असीं लॉजिकल एंड ऑपरेटर आखदे हां। ये भी साडे कोल एक बाइनरी ऑपरेटर है। जिवें तुसीं उदाहरण में देख पा रहे हो, ਜਿਹੜਾ एम्परसेंड ऑपरेटर है ये दो ਵੱਖ-ਵੱਖ एक्सप्रैशनां नूं जोड़न दे काम करता है, पर ये दोवें कंडीशनां ट्रू होणगीਆਂ तद ही ਇਹਦਾ रिजल्ट ਜਿਹੜਾ सही आंदा है, नहीं तो ਇਹਦਾ रिजल्ट फॉल्स आंदा है। जिवें तुसीं उदाहरण में देख पा रहे हो, 8 ग्रेटर दैन 7 एंड 8 ग्रेटर दैन 6, मतलब जेकर ये दोवें कंडीशनां ट्रू होणगीਆਂ फिर ही ਤੁਹਾਡਾ नतीजा ट्रू आएगा, नहीं तो एक भी इन्हां चों कंडीशन फॉल्स हो जाती है, थोड़ा जो नतीजा है वो फॉल्स आएगा। जिवें असीं देख सकते हैं 8 जोड़ा है वो 7 नालों भी वड्डा ते 8 6 नालों भी वड्डा, इस करके इहदा नतीजा की आ रहा ट्रू। उस तो बाद दूसरा साडे कोल है ओवर ऑपरेटर, लॉजिकल और, तो ये साडे कोल बाइनरी ऑपरेटर की उदाहरण है। इस समय जिवें तुसीं हुण इस विच देख सकते हो, ओवर सानू दर्शाउंदा है कि दोवां एक्सप्रैशनां विचों एक भी रिजल्ट जेकर ट्रू हो जाता तो इसका नतीजा ट्रू आएगा। जिवें कि देख पा रहे हैं 8 जोड़ा है वो 7 नालों वड्डा है और 8 6 नालों भी वड्डा है। तो जेकर 8 6 नालों छोटा हुंदा, छोटा साइन लिखिया हुंदा कि 8 6 नालों छोटा तो 8 7 नालों वड्डा, तां भी इसका नतीजा ट्रू ही आना सीगा। अगे साडे कोल तीसरा है एक्सक्लामेशन, जिसमें असीं लॉजिकल नोट कहने। सो ये साडे कोल यूनिटी ऑपरेटर की उदाहरण है। जिवें कि देख पा रहे हो एक्सप्रैशन के अगे असीं नोट लगाया होया, तो जो भी नतीजा आएगा ये उसका रिवर्स कर देगा। जिवें 8 7 नालों वड्डा एंड 8 6 नालों भी वड्डा, मतलब नतीजा क्या है ट्रू, तो जो अगे नोट लगा होया तो ट्रू नूं की कर देगा फॉल्स। सो फॉल्स नतीजा तुहाडे सामने पेश करेगा। सो बच्चों, जेकर तुहानूं ये वीडियो वधिया लगी तुसीं इस वीडियो नूं शेयर और इस चैनल नूं लाइक और सबसक्राइब करना ना भुल्लिओ, ताकि इस तरह दे नाल तुहानूं होर भी पाठां दी वीडियो देखण नूं मिलदी रहे। धन्नवाद।